ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਤੇ ਦਿਲ ਆਪਣਾ ਪੰਜਾਬੀ ਸਾਡਾ ਤੁਹਾਡਾ ਸਾਥ ਸਵੇਰ ਦੇ 8 ਵਜੇ ਤੱਕ, ਲੇਕਿਨ ਹੁਣ ਸਾਥ ਹੋਵੇਗਾ ਸਾਡਾ ਤੁਹਾਡਾ ਸਾਰਿਆਂ ਦਾ ਸਿਹਤ ਸੰਬੰਧੀ ਰੂਬਲ ਸਾਹਿਬ ਦੇ ਨਾਲ, ਕਿਉਂਕਿ ਸਾਡੀ ਸਿਹਤ ਚੰਗੀ ਤੇ ਸਭ ਕੁਝ ਚੰਗਾ। ਜਿਸ ਤਰੀਕੇ ਨਾਲ ਘੜੇ ਦੀ ਗੱਲਬਾਤ ਕੀਤੀ ਗਈ ਇਸ ਗੀਤ ਦੇ ਵਿੱਚ, ਜਾਵੇ ਕੱਚਾ ਘੜਿਆ ਕੀ ਕਰਾਂ ਤੇਰਾ ਇਤਬਾਰ। ਇਸੇ ਤਰੀਕੇ ਦੇ ਨਾਲ ਸਾਡਾ ਜਿਹੜਾ ਸਰੀਰ ਹੈ ਕੱਚੇ ਘੜੇ ਨਾਲੋਂ ਵੀ ਜ਼ਿਆਦਾ ਕੱਚਾ ਹੈ ਜੇਕਰ ਇਹਦਾ ਪ੍ਰੋਪਰ ਵੇ ਦੇ ਨਾਲ ਟੇਕਰ ਅਸੀਂ ਨਹੀਂ ਕਰਦੇ। ਅਸੀਂ ਪਹਿਲਾਂ ਦੀ ਗੱਲਬਾਤ 4 ਵਜੇ ਤੋਂ ਇਹੀ ਗੱਲਬਾਤ ਕਰਦੇ ਆ ਰਹੇ ਕਿ ਆਪਣੇ ਅੰਦਰ ਬਾਹਰ ਨੂੰ ਵਧੀਆ ਬਣਾਉਣ ਵਾਸਤੇ ਸਾਨੂੰ ਸਰੀਰ ਦੀ ਪ੍ਰੋਪਰ ਵੇ ਦੇ ਨਾਲ ਵਰਤੋਂ ਕਰਨੀ ਪਏਗੀ। ਸਰੀਰ ਦਾ ਪ੍ਰੋਪਰ ਖਿਆਲ ਰੱਖਣਾ ਪਵੇਗਾ। ਅੰਦਰੋਂ ਬਾਹਰੋਂ ਜਿੱਥੇ ਸਾਡਾ ਮਨ ਸਹੀ ਹੋਵੇ ਉੱਥੇ ਸਰੀਰ ਨੂੰ ਸੁਚਤਾ ਵੱਲ ਨੂੰ ਜਾਂ ਸਹੀ ਤਰੀਕੇ ਦੇ ਨਾਲ ਸੰਤੁਲਨ ਬਣਾਉਣ ਵਾਸਤੇ ਸਾਨੂੰ ਇਸ ਦੀ ਰਾਖੀ ਕਰਨੀ ਪਵੇਗੀ। ਰਾਖੀ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਵਾਸਤੇ ਸਾਨੂੰ ਤੁਹਾਨੂੰ ਸਾਰਿਆਂ ਨੂੰ ਇਸ ਦੀ ਵਾਸਤੇ ਔਨ ਟਾਈਮ ਚੇਂਜਿੰਗ ਜੋ ਸਾਡੇ ਸਰੀਰ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਸਮਝਣਾ ਪਵੇਗਾ। ਜੇਕਰ ਅਸੀਂ ਨਹੀਂ ਸਮਝਦੇ ਤੇ ਫਿਰ ਸਰੀਰ ਜਦੋਂ ਸਾਨੂੰ ਸਮਝਾਉਣ ਲੱਗਦਾ ਤੇ ਉਸ ਵੇਲੇ ਡਾਕਟਰਾਂ ਦੇ ਚੱਕਰ ਲੱਗਦੇ ਨੇ ਤੇ ਡਾਕਟਰ ਫਿਰ ਛੋਟੀ ਬਿਮਾਰੀ ਤੋਂ ਵੱਡੀ ਬਿਮਾਰੀ ਬਣਾ ਦਿੰਦੇ ਨੇ ਤੇ ਜਾਂ ਫਿਰ ਇੰਝ ਕਹਿ ਲਓ ਵੀ ਸਾਡੇ ਸਰੀਰ ਦੇ ਵਿੱਚ ਹੀ ਛੋਟੀ ਜਿਹੀ ਬਿਮਾਰੀ ਜਿਹੜੀ ਹੁੰਦੀ ਕਾਫੀ ਵੱਡੀ ਬਣ ਜਾਂਦੀ ਹੈ ਤੇ ਡਾਕਟਰਾਂ ਦੇ ਵੀ ਹਾੜੇ ਤਰਲੇ ਅਸੀਂ ਕਰਦੇ ਹਾਂ ਤਾਂ ਜਿਸ ਦਾ ਕੋਈ ਟ੍ਰੀਟਮੈਂਟ ਨਹੀਂ ਹੋ ਸਕਦਾ। ਦੇਸੀ ਜੜੀ ਬੂਟੀਆਂ ਦੀ ਜਦੋਂ ਅਸੀਂ ਗੱਲਬਾਤ ਕਰਦੇ ਹਾਂ, ਦੇਸੀ ਜੜੀ ਬੂਟੀਆਂ ਜੜ ਤੋਂ ਬਿਮਾਰੀ ਨੂੰ ਖਤਮ ਕਰਨ ਦੇ ਯੋਗ ਕਿਉਂ ਨੇ? ਕਿਉਂਕਿ ਸ਼ੁਰੂ ਤੋਂ ਹੀ ਲੋਕ ਜਾਂ ਇਨਸਾਨ ਜਾਂ ਧਰਤੀ ਤੇ ਵਸਣ ਵਾਲੇ ਲੋਕ ਇਹਨਾਂ ਦੀ ਵਰਤੋਂ ਕਰਦੇ ਨੇ ਤੇ ਇਹਨਾਂ ਤੋਂ ਵੱਧ ਫਾਇਦਾ ਲੈਂਦੇ ਨੇ। ਰੂਬਲ ਸਾਹਿਬ ਦਾ ਤਜਰਬਾ ਹੋਣ ਦੇ ਕਰਕੇ ਸਾਨੂੰ ਜਿੱਥੇ ਜੜੀ ਬੂਟੀਆਂ ਦੀ ਇਸੇ ਤਸੀਰ ਨੂੰ ਸਮਝਦੇ ਨੇ ਉੱਥੇ ਸਾਡੀ ਤਸੀਰ ਨੂੰ ਸਮਝਦੇ ਹੋਏ ਉਹਦੇ ਨਾਲ ਮੈਚ ਕਰਕੇ ਸਾਨੂੰ ਦਵਾਈਆਂ ਦਿੰਦੇ ਨੇ ਤਾਂ ਜੋ ਅਸੀਂ ਤੇ ਸਾਡੀ ਕੁਦਰਤ ਵੀ ਤੰਦਰੁਸਤ ਬਣ ਸਕੇ। ਕਿਵੇਂ ਬਣਦੀ ਹੈ? ਰੂਬਲ ਸਾਹਿਬ ਦੇ ਕੋਲ ਪੁੱਛਦੇ ਹਾਂ। 905 874 3333 905 874 3333। ਤੁਹਾਡਾ ਕੋਈ ਕੁਐਸਚਨ ਹੋਵੇ ਹੋਰ ਤੇ ਤੁਸੀਂ ਹੁਣ ਮੈਨੂੰ ਟੈਕਸਟ ਮੈਸੇਜ ਹੀ ਕਰਨਾ ਜਿਵੇਂ ਤੁਸੀਂ ਪਹਿਲਾਂ ਕੀਤੇ ਨੇ 647 281 48 57। ਜੀ ਰੂਬਲ ਸਾਹਿਬ ਲੰਘਿਓ ਜੀ। ਬਹੁਤ ਬਹੁਤ ਸ਼ੁਕਰੀਆ ਗੁਰਪਾਲ ਜੀ, ਮੇਰੇ ਵੱਲੋਂ ਤੁਹਾਨੂੰ ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਗੁੱਡ ਮਾਰਨਿੰਗ ਜੀ। ਐਂਡ ਜਿਵੇਂ ਤੁਸੀਂ ਗੱਲ ਕੀਤੀ ਘੜੇ ਤੋਂ ਸ਼ੁਰੂ ਕੀਤੀ, ਸਾਡੀ ਬਾਡੀ ਵੀ ਜਿਹੜੀ ਆ ਉਹ ਘੜੇ ਦੇ ਵਾਂਗ ਹੀ ਐਕਚੁਅਲੀ ਹੈਗੀ ਹੈ। ਜਿਸ ਤਰੀਕੇ ਦੇ ਨਾਲ ਘੜਾ ਇੱਕ ਪੋਰਸ ਹੁੰਦਾ ਹੈਗਾ, ਮਤਲਬ ਉਹਦੇ ਵਿੱਚੋਂ ਪਾਣੀ ਜਿਹੜਾ ਆ ਉਹ ਨਿਕਲ ਜਾਂਦਾ। ਇਸੇ ਕਰਕੇ ਜਦੋਂ ਨਵਾਂ ਘੜਾ ਜਿਹੜਾ ਆ ਉਹ ਲਿਆਇਆ ਜਾਂਦਾ ਅਤੇ ਉਹਨੂੰ ਆਮ ਕਰਕੇ ਪਹਿਲਾਂ ਪਾਣੀ ਪਾ ਕੇ ਢੱਕ ਕੇ ਰੱਖਿਆ ਜਾਂਦਾ ਅਤੇ ਫਿਰ ਤੁਸੀਂ ਦੇਖੋ ਕਿ ਅਗਲੇ ਦਿਨ ਜਿਹੜਾ ਆ ਉਹ 'ਚੋਂ ਪਾਣੀ ਬਾਹਰ ਨੂੰ ਨਿਕਲਿਆ ਹੁੰਦਾ ਹੈ ਨਾ। ਸੋ ਉਹ ਪੋਰਸ ਹੈਗਾ, ਇਸੇ ਕਰਕੇ ਉਹਨੂੰ ਚੀਜ਼ਾਂ ਨੂੰ ਇਨਸੂਲੇਟ ਕਰਨ ਦੇ ਵਾਸਤੇ ਜਿਹੜਾ ਆ ਇਸਤੇਮਾਲ ਕੀਤਾ ਜਾਂਦਾ ਆ ਤਾਂ ਕਿ ਅੰਦਰ ਜਿਹੜਾ ਹੈਗਾ ਪਾਣੀ ਵੀ ਘੜੇ ਦਾ ਠੰਡਾ ਰਹੇ। ਇਸੇ ਤਰੀਕੇ ਦੇ ਨਾਲ ਸਾਡੀ ਬਾਡੀ ਜਿਹੜੀ ਸਕਿਨ ਹੈ ਉਹ ਪੋਰਸ ਹੈਗੀ ਹੈ, ਜਿੱਦਾਂ ਕਿ ਘੜੇ ਦੀ ਸਕਿਨ ਹੁੰਦੀ, ਜਿੱਦਾਂ ਘੜੇ ਦੇ ਨਾਲ। ਸੋ ਉਹਦੇ ਨਾਲ ਸਾਡੀ ਬਾਡੀ ਜਿਹੜੀ ਹੈਗੀ ਆ ਉਹ ਆਪਣੇ ਆਪ ਨੂੰ ਦਾ ਟੈਂਪਰੇਚਰ ਜਿਹੜਾ ਉਹਨੂੰ ਰੈਗੂਲੇਟ ਕਰਦੀ ਰਹਿੰਦੀ ਹੈ। ਜੇ ਅੰਦਰ ਗਰਮੀ ਹੈ ਤਾਂ ਉਹਨੇ ਪਸੀਨੇ ਦੇ ਰਸਤੇ ਪਾਣੀ ਨੂੰ ਬਾਹਰ ਕੱਢ ਦੇਣਾ, ਜਸਟ ਲਾਈਕ ਜਿੱਦਾਂ ਘੜਾ ਜਿਹੜਾ ਹੈ ਕੋਈ ਪਾਣੀ ਨੂੰ ਬਾਹਰ ਕੱਢਦਾ। ਸੋ ਇਹ ਜਿਹੜੀ ਨੈਚੁਰਲ ਜਿਹੜੀ ਸਾਡੀ ਬਾਡੀ ਹੈਗੀ ਹੈ ਇਹ ਵੀ ਇੱਕ ਟੈਂਪਰੇਚਰ ਨੂੰ ਮੇਨਟੇਨ ਕਰਕੇ ਰੱਖਦੀ, ਜਿਹਨੂੰ ਕਿ ਬਾਡੀ ਦੇ ਟੈਂਪਰੇਚਰ ਨੂੰ ਹੋਮਿਓਸਟੈਸਿਸ ਕਿਹਾ ਜਾਂਦਾ ਜਾਂ ਇੰਟਰਨਲ ਇਨਵਾਇਰਮੈਂਟ। ਜਿਹੜਾ ਉਹ ਹੋਮਿਓਸਟੈਸਿਸ ਹੈ ਉਹ ਸਾਡੀ ਘਰ ਦੇ ਵਿੱਚ ਜਿੱਦਾਂ ਇੱਕ ਥਰਮੋਸਟੈਟ ਹੈ ਇਸ ਤਰੀਕੇ ਦੇ ਨਾਲ ਵਰਕ ਕਰਦਾ ਹੈ। ਔਰ ਜਿਹੜਾ ਸਾਡਾ ਥਾਇਰੋਇਡ ਗਲੈਂਡ ਹੈ ਜਿਹੜਾ ਸਾਡੇ ਗਲੇ ਦੇ ਵਿੱਚ ਹੈ ਇਹ ਇਸ ਥਰਮੋਸਟੈਟ ਨੂੰ ਕੰਟਰੋਲ ਕਰਦਾ। ਸੋ ਮੈਂ ਬੜੀ ਵਾਰੀ ਕਹਿੰਦਾ ਹੁੰਦਾ ਕਿ ਜੇ ਤੁਸੀਂ ਆਪਣੀ ਬਾਡੀ ਨੂੰ ਠੀਕ ਰੱਖਣਾ ਹੈਗਾ ਅਤੇ ਆਪਣਾ ਜਿਹੜਾ ਬਾਡੀ ਦਾ ਟੈਂਪਰੇਚਰ ਹੈ ਉਹਨੂੰ ਜ਼ਰੂਰ ਚੈੱਕ ਕਰਿਆ ਕਰੋ। ਜੇ ਤੁਹਾਡੀ ਬਾਡੀ ਦਾ ਨੋਰਮਲ ਟੈਂਪਰੇਚਰ ਦੇ ਨਾਲੋਂ ਘੱਟ ਰਹਿੰਦਾ ਪਿਆ ਆ ਤੁਹਾਡਾ ਬਾਡੀ ਦਾ ਟੈਂਪਰੇਚਰ ਔਰ ਲੰਬੇ ਸਮੇਂ ਤੋਂ ਇਸੇ ਤਰੀਕੇ ਦੇ ਨਾਲ ਹੀ ਚੱਲ ਰਿਹਾ ਆ ਅਤੇ ਉਹ ਬਿਮਾਰੀਆਂ ਨੂੰ ਸੱਦਾ ਦੇਵੇਗਾ ਅੱਗੇ ਜਾ ਕੇ। ਅਤੇ ਜੇ ਤੁਹਾਡਾ ਬਾਡੀ ਦਾ ਟੈਂਪਰੇਚਰ ਨੋਰਮਲ ਬਾਡੀ ਦੇ ਨਾਲ ਹੀ ਹੈ, ਜੇ ਸਲਾਈਟਲੀ ਥੋੜ੍ਹਾ ਜਿਹਾ ਵੱਧ ਵੀ ਹੈ ਦੈਟਸ ਇੰਨੀ ਮਾੜੀ ਗੱਲ ਨਹੀਂ ਹੈਗੀ ਉਹ, ਪਰ ਘਟਿਆ ਜਿਹੜਾ ਹੈਗਾ ਆ ਉਹ ਨਹੀਂ ਸਹੀ ਹੈਗਾ ਸਾਡੀ ਬਾਡੀ ਦੇ ਵਿੱਚ। ਨਾਲ ਥੋੜਾ ਐਡ ਅਪ ਕਰ ਦਿਓ, ਘਟਿਆ ਤੇ ਨਾਰਮਲ ਕਿੰਨਾ ਹੁੰਦਾ ਤੇ ਹਾਈ ਕਿੰਨਾ ਹੋ ਸਕਦਾ? ਹਾਈ ਦਾ ਚਲੋ ਲੋਕਾਂ ਨੂੰ ਪਤਾ ਲੱਗ ਹੀ ਜਾਵੇਗਾ, ਘਟਿਆ ਤੇ ਨਾਰਮਲ ਦੱਸ ਦਿਓ ਮੁੜ ਕੇ। ਦੇਖੋ ਜਦੋਂ ਅਸੀਂ ਨਾਰਮਲ ਜਦੋਂ ਅਸੀਂ ਕੋਈ ਵੀ ਕੀ ਕਹਿੰਦੇ ਉਹਨੂੰ ਜਦੋਂ ਅਸੀਂ ਕੋਈ ਐਕਸਰਸਾਈਜ਼ ਕਰਦੇ ਹਾਂ ਉਸ ਤਰੀਕੇ ਦੇ ਨਾਲ ਸਾਡੀ ਬਾਡੀ ਦਾ ਟੈਂਪਰੇਚਰ ਜਿਹੜਾ ਉਹ ਵੱਧ ਜਾਂਦਾ ਆ। ਵਧੇ ਹੋਏ ਜਦੋਂ ਜਿਹੜਾ ਬਾਹਰਲਾ ਟੈਂਪਰੇਚਰ ਹੈਗਾ ਆ ਅਤੇ ਸਾਡੀ ਬਾਡੀ ਦਾ ਇੰਟਰਨਲ ਟੈਂਪਰੇਚਰ ਉਹ ਐਕਚੁਅਲੀ ਸੇਮ ਰਹਿੰਦਾ ਹੈਗਾ। ਸੋ ਐਵਰੇਜਲੀ ਜਦੋਂ ਅਸੀਂ 37 ਡਿਗਰੀ ਨਾਪੀ ਦਾ ਹੈਗਾ ਬਾਡੀ ਦਾ ਅੰਦਰੂਨੀ ਟੈਂਪਰੇਚਰ
ਤੇ ਉਹ ਜਿਹੜਾ ਹੈਗਾ ਉਹ ਉਨਾ ਕੁ ਹੀ ਚਾਹੀਦਾ 37 37.5 37.2 ਜਾਂ ਜਦੋਂ ਉਹਨੂੰ ਅਸੀਂ ਫੈਰਨਹਾਈਟ 'ਚ ਨਾਪਦੇ ਹਾਂ ਤੇ ਉਹ 98.8 ਦੇ ਗੇੜ ਦੇ ਵਿੱਚ ਜਿਹੜਾ ਹੈਗਾ ਆ ਰਹਿੰਦਾ ਹੈ। ਸੋ ਇਹ ਸਾਡੀ ਬੋਡੀ ਜਿਹੜੀ ਹੈਗੀ ਆ ਉਹ ਨੈਚੁਰਲੀ ਤੌਰ 'ਤੇ ਉਹਨੇ ਇਸੇ ਟੈਂਪਰੇਚਰ ਰੇਂਜ ਦੇ ਵਿੱਚ ਜਿਹੜਾ ਉਹਨੂੰ ਰੱਖਣਾ। ਅਤੇ ਹੁਣ ਫੋਰ ਐਗਜ਼ਾਮਪਲ ਤੁਹਾਡਾ ਟੈਂਪਰੇਚਰ ਜਿਹੜਾ ਆ ਉਹ 97.5 ਦੇ ਗੇੜ ਦੇ ਵਿੱਚ ਜਿਹੜਾ ਨੋਰਮਲ ਹੈਗਾ, ਪਰ ਤੁਹਾਡਾ ਆ ਰਿਹਾ ਹੈਗਾ ਆ 96 95 ਹੈ ਨਾ। ਹੈ ਤਾਂ ਉਹ 1-2 ਡਿਗਰੀ ਦਾ ਹੀ ਫਰਕ ਹੈ, ਪਰ ਇਹ 1-2 ਡਿਗਰੀ ਦੇ ਨਾਲ ਵੀ ਅੱਗੇ ਜਾ ਕੇ ਤੁਹਾਨੂੰ ਬਿਮਾਰੀਆਂ ਲੱਗਣ ਦੀ ਜਿਹੜੀ ਆ ਉਹ ਪ੍ਰੋਬਲਮ ਹੋ ਸਕਦੀ ਹੈਗੀ ਆ। ਈਵਨ ਕਿ ਕਈ ਕੇਸਿਸ ਦੇ ਵਿੱਚ ਕਈ ਤਰ੍ਹਾਂ ਦੇ ਕੈਂਸਰਸ ਜਿਹੜੇ ਹੈਗੇ ਆ ਉਹ ਪੈਦਾ ਹੀ ਐਕਚੁਅਲੀ ਉਦੋਂ ਹੁੰਦੇ ਜਦੋਂ ਬੋਡੀ ਦਾ ਟੈਂਪਰੇਚਰ ਠੰਡਾ ਹੁੰਦਾ। ਸੋ ਇਹ ਲੌਂਗ ਟਰਮ ਦੇ ਵਾਸਤੇ ਇਹਦਾ ਕੋਈ ਇਮੀਡੀਏਟ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਹੈਗਾ, ਪਰ ਲੌਂਗ ਟਰਮ ਦੇ ਵਿੱਚ ਇਹ ਚੀਜ਼ਾਂ ਦਾ ਸਾਈਡ ਇਫੈਕਟ ਹੁੰਦਾ। ਸੋ ਬੋਡੀ ਦੇ ਟੈਂਪਰੇਚਰ ਨੂੰ ਜੇ ਅਸੀਂ ਰੱਖਦੇ ਹਾਂ ਮੇਨਟੇਨ ਕਰਕੇ, ਤੇ ਸਾਨੂੰ ਪਤਾ ਲੱਗਦਾ ਇੱਕ ਲੌਗ ਕਰਕੇ ਵੀ, ਮਤਲਬ ਤੁਸੀਂ ਦੇਖਦੇ ਹੈਗੇ ਤੁਹਾਨੂੰ ਪਤਾ ਲੱਗਦਾ ਕਿ ਇੰਨਾ ਕੁ ਟੈਂਪਰੇਚਰ ਜਿਹੜਾ ਜੇ ਮੇਰਾ ਘਟਿਆ ਹੋਇਆ ਹੈਗਾ ਜਾਂ ਘਟਿਆ ਆ ਜਾਂ ਘਟ ਰਿਹਾ ਆ, ਉਹ ਇੱਕ ਤੁਹਾਡੇ ਵਾਸਤੇ ਵਾਰਨਿੰਗ ਦਾ ਸਾਈਨ ਜਿਹੜਾ ਉਹ ਹੋ ਸਕਦਾ ਹੈਗਾ ਆ। ਸੋ ਉਹਦਾ ਮਤਲਬ ਇਹ ਹੈ ਕਿ ਬੋਡੀ ਦੇ ਅੰਦਰ ਹੁਣ ਤੁਹਾਡੇ ਸਲਗਿਸ਼ਨੈਸ ਆਉਣੀ ਸ਼ੁਰੂ ਹੋ ਗਈ ਆ। ਬੋਡੀ ਪ੍ਰੋਪਰ ਜਿਹੜਾ ਉਹਦਾ ਮੈਟਾਬੋਲਿਜ਼ਮ ਬਹੁਤ ਸਲੋ ਹੋ ਜਾਏਗਾ। ਇਸ ਤਰੀਕੇ ਦੇ ਨਾਲ ਸਲੋ ਹੋਣ ਦੇ ਨਾਲ ਜਿਹੜਾ ਆ ਬੋਡੀ ਪ੍ਰੋਪਰ ਆਪਣੇ ਆਪ ਦੀ ਡਿਟੌਕਸੀਫਿਕੇਸ਼ਨ ਨਹੀਂ ਕਰ ਸਕੇਗੀ, ਔਰ ਕਈ ਤਰ੍ਹਾਂ ਦੇ ਫਿਜ਼ੀਓਲੋਜੀਕਲ ਫੰਕਸ਼ਨਸ ਜਿਹੜੇ ਆ ਬੋਡੀ ਪ੍ਰੋਪਰ ਕਰ ਨਹੀਂ ਸਕੇਗੀ ਜੇ ਸਾਡਾ ਟੈਂਪਰੇਚਰ ਘੱਟ ਰਹਿ ਰਿਹਾ ਹੈਗਾ ਕੰਸਿਸਟੈਂਟਲੀ। ਸੋ ਉਹਦੇ ਨਾਲ ਜਿਹੜੀ ਹੈਗੀ ਆ ਉਹ ਕਈ ਤਰੀਕੇ ਦੀਆਂ ਪ੍ਰੋਬਲਮਸ ਜਿਹੜੀਆਂ ਉਹ ਆਉਂਦੀਆਂ, ਕਈ ਤਰ੍ਹਾਂ ਦੇ ਫਿਜ਼ੀਓਲੋਜੀਕਲ ਫੰਕਸ਼ਨਸ ਜਿਹੜੇ ਆ ਬੋਡੀ ਪ੍ਰੋਪਰ ਕਰ ਨਹੀਂ ਸਕੇਗੀ ਜੇ ਸਾਡਾ ਟੈਂਪਰੇਚਰ ਘੱਟ ਰਹਿ ਰਿਹਾ ਹੈਗਾ ਕੰਸਿਸਟੈਂਟਲੀ। ਸੋ ਉਹਦੇ ਨਾਲ ਜਿਹੜੀ ਹੈਗੀ ਆ ਉਹ ਕਈ ਤਰੀਕੇ ਦੀਆਂ ਪ੍ਰੋਬਲਮਸ ਜਿਹੜੀਆਂ ਉਹ ਆਉਂਦੀਆਂ। ਸੋ ਜਸਟ ਯਾਦ ਆ ਗਿਆ ਕਿਉਂਕਿ ਤੁਸੀਂ ਘੜੇ ਦੀ ਗੱਲ ਕੀਤੀ ਸੀਗੀ। ਘੜਾ ਅਤੇ ਸਾਡੀ ਬੋਡੀ ਜਿਹੜੀ ਆ ਉਹ ਬੜੀ ਕੁਛ ਚੀਜ਼ਾਂ ਦੇ ਵਿੱਚ ਬੜੀ ਸਿਮਿਲਰ ਹੈਗੀ ਹੈ, ਕਿਉਂਕਿ ਘੜੇ ਨੇ ਵੀ ਜਿਹੜਾ ਟੈਂਪਰੇਚਰ ਨੂੰ ਮੇਨਟੇਨ ਕਰਕੇ ਰੱਖਣਾ, ਅਤੇ ਸਾਡੀ ਬਾਡੀ ਵੀ ਜਿਹੜੀ ਆ ਉਹ ਵੀ ਇੱਕ ਦੇਖੋ ਕਿੰਨੀ ਜ਼ਬਰਦਸਤ ਕੁਦਰਤ ਦਾ ਇੱਕ ਕਰਿਸ਼ਮਾ ਆ। ਹਰ ਇੱਕ ਚੀਜ਼ ਆਪਣੇ ਆਪ ਹੀ ਹੋ ਰਹੀ ਹੈਗੀ ਹੈ। ਜੇ ਗਰਮੀ ਹੈ ਤਾਂ ਬਾਡੀ ਨੇ ਅੰਦਰੋਂ ਠੰਡ ਪਾਉਣ ਦੀ ਕੋਸ਼ਿਸ਼ ਕਰਨੀ, ਜੇ ਬਾਹਰ ਸਰਦੀ ਹੈ ਤਾਂ ਬਾਡੀ ਨੇ ਅੰਦਰੋਂ ਆਪਣੇ ਆਪ ਨੂੰ ਗਰਮ ਕਰਨਾ। ਆਪਾਂ ਪਿਛਲੇ ਵੀ ਇੱਕ ਗੱਲ ਕੀਤੀ ਸੀ ਕਿ ਸਰਦੀਆਂ ਦੀ ਰੁੱਤ ਦੇ ਵਿੱਚ ਯਥਰ ਅਗਨੀ ਜਿਹੜੀ ਹੈ ਉਹ ਜ਼ਿਆਦਾ ਵੱਧ ਜਾਂਦੀ ਹੈ। ਸੋ ਉਹ ਬਾਡੀ ਜਿਹੜੀ ਹੈ, ਬਾਡੀ ਦੇ ਅੰਦਰ ਹੀਟ ਵੱਧ ਜਾਂਦੀ ਹੈਗੀ ਹੈ, ਸੋ ਦੈਟ ਕਿ ਬਾਹਰਲਾ ਟੈਂਪਰੇਚਰ ਜੇ ਜ਼ਿਆਦਾ ਠੰਡਾ ਹੋਣਾ, ਅੱਜ ਕੱਲ੍ਹ ਦਾ ਮੌਸਮ ਤੁਸੀਂ ਦੇਖੋ ਕਿ 14-15 ਡਿਗਰੀ ਬਾਹਰ ਦਾ ਟੈਂਪਰੇਚਰ ਹੈ, ਪਰ ਸਾਡੀ ਬਾਡੀ ਦਾ ਅੰਦਰੂਨੀ ਟੈਂਪਰੇਚਰ ਤੁਸੀਂ ਦੇਖੋ ਕਿ ਉਹ ਫਿਰ ਵੀ ਜਿਹੜਾ ਆ ਉਹ ਸਾਡਾ ਜ਼ਿਆਦਾ ਰਹੇਗਾ। ਸੋ ਉਹ ਇਸੇ ਕਰਕੇ ਹੀ ਹੈ ਕਿਉਂਕਿ ਉਹ ਸਾਡੀ ਬਾਡੀ ਜਿਹੜੀ ਆ ਉਹ ਆਟੋਮੈਟਿਕਲੀ ਸਾਡਾ ਇੰਟਰਨਲ ਜਿਹੜਾ ਇਨਵਾਇਰਮੈਂਟ ਆ ਜਾਂ ਉਹਦਾ ਟੈਂਪਰੇਚਰ ਆ ਉਹਨੂੰ ਮੇਨਟੇਨ ਕਰਕੇ ਰੱਖਦੀ ਆ, ਔਰ ਉਹ ਪਰਫੈਕਟ ਮਤਲਬ ਆਪਣਾ ਕੰਮ ਕਰਦੀ ਹੈ ਬਗੈਰ ਸਾਨੂੰ ਦੱਸੇ ਪੁੱਛੇ। ਆਪਣੇ ਆਪ ਹੀ ਮਤਲਬ ਸਾਰੀ ਦੀ ਸਾਰਾ ਜਿਹੜਾ ਆ ਉਹ ਚੱਲ ਰਿਹਾ ਹੈ। ਐਂਡ ਇੱਕ ਛੋਟਾ ਜਿਹਾ ਫੈਕਟ, ਜੇ ਤੁਸੀਂ ਉਹਨੂੰ ਐਪਰੀਸ਼ੀਏਟ ਕਰਨਾ ਚਾਹੋ ਰੱਬ ਨੂੰ, ਅਤੇ ਉਹ ਡੈਫੀਨੇਟਲੀ ਵਰਥ ਕਰਦਾ ਹੈ ਇਹ ਪੁਆਇੰਟ ਨੂੰ ਐਪਰੀਸ਼ੀਏਟ ਕਰਨਾ ਕਿ ਦੇਖੋ ਕਿਸ ਤਰੀਕੇ ਦੇ ਨਾਲ ਸਾਡੀ ਬਾਡੀ ਜਿਹੜਾ ਉਹ ਸਾਡਾ ਇਸ ਤਰੀਕੇ ਨਾਲ ਖਿਆਲ ਰੱਖਦੀ ਹੈ। ਰੂਬਲ ਸਾਹਿਬ, ਇਹ ਜਿਹੜੀਆਂ ਚੀਜ਼ਾਂ ਨਾ ਜਿੱਦਾਂ ਤੁਸੀਂ ਕਹਿੰਦੇ ਰੱਬ ਦਾ ਐਪਰੀਸ਼ੀਏਟ, ਬਹੁਤ ਘੱਟ ਲੋਕ ਨੇ ਉਹ ਜਾਣ ਕੇ ਇਹਨਾਂ ਚੀਜ਼ਾਂ ਦਾ ਐਪਰੀਸ਼ੀਏਟ ਕਰਦੇ ਨੇ। ਕੁਦਰਤ ਦਾ ਕਿਸੇ ਚੀਜ਼ ਦੇ ਵੀ ਤੁਸੀਂ ਲੈ ਲਓ, ਤੇ ਜਦੋਂ ਤੁਸੀਂ ਉਹਦੇ ਗੁਣ ਜਾਂਦੇ ਡੀਪਲੀ ਜਾ ਕੇ ਦੇਖਦੇ, ਫਿਰ ਦੇਖਦੇ ਕਿ ਵਾਹ ਉਸਨੇ ਕਮਾਲ ਕੀਤੀ ਹੈ। ਜੇ ਥੋੜਾ ਜਿਹੀ ਐਪਰੀਸ਼ੀਏਟ ਸਵੇਰੇ ਉੱਠ ਕੇ ਕਰ ਲਈ, ਸ਼ਾਮ ਨੂੰ ਕਰ ਲਈ, ਜਦੋਂ ਵੀ ਤੁਹਾਡੇ ਕੋਲ ਟਾਈਮ ਹੈਗਾ, ਵੀ ਜੋ ਮੈਨੂੰ ਸਰੀਰ ਦਿੱਤਾ ਹੈ ਤੇਰਾ ਬਹੁਤ ਬਹੁਤ ਥੈਂਕਸ ਹੈ, ਵੀ ਇਹਦੇ ਕੋਲੋਂ ਚੰਗੇ ਕੰਮ ਹੀ ਕਰਾਈ। ਤੇ ਚੰਗੇ ਕੰਮ ਕਰਾਉਣ ਵਾਸਤੇ ਸਾਨੂੰ ਆਪਣੇ ਹੱਥਾਂ ਪੈਰਾਂ ਦੀ, ਆਪਣੀ ਸਿਹਤ ਦਾ ਖੁਦ ਖਿਆਲ ਰੱਖਣਾ ਪਵੇਗਾ, ਤਾਂ ਡੈਫੀਨੇਟਲੀ ਉਹਦੇ ਵਿੱਚ ਇਹਦਾ ਸ਼ੁਕਰਾਨਾ ਸੀ ਆਪਣੇ ਸਰੀਰ ਨੂੰ ਪ੍ਰੋਪਰ ਵੇ ਦੇ ਨਾਲ ਸਾਂਭ ਲਈਏ। ਬਿਲਕੁਲ ਜੀ, ਔਰ ਆਸ ਇਹੋ ਹੀ ਕਰਦੇ ਹਾਂ ਕਿ ਨੈਚੁਰਲ ਜਿਹੜੀ ਬਾਡੀ ਹੈ, ਜਦੋਂ ਅਸੀਂ ਉਹਨੂੰ ਨੈਚੁਰਲ ਫੂਡ ਦਿੰਦੇ ਹਾਂ, ਨੈਚੁਰਲ ਤਰੀਕੇ ਦੇ ਨਾਲ ਖਾਂਦੇ ਆ ਜਾਂ ਰਹਿੰਦੇ ਆ, ਉਹਦੇ ਨਾਲ ਫਿਰ ਅਸੀਂ ਨੇਚਰ ਦੇ ਨਾਲ ਜਦੋਂ ਮਿਲ ਕੇ ਚੱਲਦੇ ਹਾਂ ਤਾਂ ਬਾਡੀ ਜਿਹੜੀ ਆ ਉਹ ਸਾਡੀ ਹੋਰ ਵਧੀਆ ਹੋ ਕੇ ਚੱਲਦੀ ਹੈ। ਅਤੇ ਜਦੋਂ ਅਸੀਂ ਅਨਨੈਚੁਰਲ ਚੀਜ਼ਾਂ ਕਰਦੇ ਹਾਂ ਜਾਂ ਆਪਣੇ ਆਪ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਉਹਦੇ ਨਾਲ ਅੱਗੇ ਜਾ ਕੇ ਕੋਈ ਨਾ ਕੋਈ ਗੜਬੜੀ ਜਿਹੜੀ ਆ ਉਹ ਡੈਫੀਨੇਟਲੀ ਹੁੰਦੀ ਹੈ। ਔਰ ਇਸ ਦੇ ਨਾਲ ਹੀ ਗੁਰਪਾਲ ਜੀ ਵੰਸ ਅਗੇਨ ਸਾਡਾ ਕਲੀਨਿਕ ਦਾ ਨੰਬਰ ਹੈ 905 874 3333 9058743333। ਜੇ ਹੁਣ ਵੀ ਕਿਸੇ ਨੇ ਕੋਈ ਮੈਸੇਜ ਕਰਨਾ ਜਾਂ ਸਾਨੂੰ ਕੁਐਸਚਨ ਕਰਨਾ ਹੈ ਤਾਂ ਗੁਰਪਾਲ ਜੀ ਦੇ ਸੈੱਲਫੋਨ ਦੇ ਉੱਤੇ ਮੈਸੇਜ ਕੀਤਾ ਜਾ ਸਕਦਾ ਹੈ 647
281 48 57 ਦੇ ਉੱਤੇ, 647 281 48 57 ਦੇ ਉੱਤੇ। ਸਾਡੀ ਕਲੀਨਿਕ ਜਿਹੜੀ ਹੈ ਇੱਥੇ ਬਰੈਂਪਟਨ ਦੇ ਵਿੱਚ ਲੋਕੇਟਡ ਹੈ, 351 ਪਾਰਕਹਰਸਟ ਸਕੁਆਇਰ ਯੂਨਿਟ 12 ਬਰੈਂਪਟਨ ਦੇ ਵਿੱਚ। ਹਫਤੇ ਦੇ ਅਸੀਂ 5 ਦਿਨ ਖੋਲ੍ਹਦੇ ਹਾਂ, ਬੁੱਧ ਅਤੇ ਵੀਰਵਾਰ ਵਾਲੇ ਦਿਨ ਜਿਹੜਾ ਅਸੀਂ ਬੰਦ ਹੋਈਦਾ। ਅਦਰਵਾਈਜ਼ 9 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ। ਤੁਸੀਂ ਹੁਣ ਵੀ ਜੇ ਕੋਈ ਕੁਐਸਚਨ ਹੈ ਤੁਸੀਂ ਸਾਨੂੰ ਕੁਐਸਚਨ ਕਰ ਸਕਦੇ ਹੋ ਲਾਈਵ। ਟੈਕਸਟ ਮੈਸੇਜ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ। ਨੰਬਰ ਵਨਸ ਅਗੇਨ ਇਜ਼ 9058743333 ਜਾਂ ਪ੍ਰੋਗਰਾਮ ਤੋਂ ਬਾਅਦ ਇਸ ਨੰਬਰ 'ਤੇ ਫੋਨ ਕੀਤਾ ਜਾ ਸਕਦਾ, ਜਾਂ ਹੁਣ ਚੱਲਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਤੁਹਾਡਾ ਕੋਈ ਵੀ ਕੁਐਸਚਨ ਹੈ ਤੁਸੀਂ ਸਾਨੂੰ ਗੁਰਪਾਲ ਜੀ ਦੇ ਸੈੱਲ ਫੋਨ ਦੇ ਉੱਤੇ ਟੈਕਸਟ ਮੈਸੇਜ ਕਰ ਸਕਦੇ ਹੋ। 647 281 48 57 647 281 48 57 ਦੇ ਉੱਤੇ ਮੈਸੇਜ ਜਿਹੜਾ ਉਹ ਕੀਤਾ ਜਾ ਸਕਦਾ। ਔਰ ਇਹ ਕੋਸ਼ਿਸ਼ ਕਰਾਂਗੇ ਕਿ ਚੱਲਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਕੁਐਸਚਨ ਦਾ ਜਿਹੜਾ ਉਹ ਆਨਸਰ ਕੀਤਾ ਜਾਵੇ। ਜੀ ਰੂਬਾ ਸਾਹਿਬ, ਪਹਿਲੀ ਵੀਕ ਦੇ ਜਿਹੜੇ ਕੁਐਸਚਨ ਆਏ ਪਹਿਲਾਂ ਉਹ ਵੀ ਆਧਾਰ ਤੇ ਲਵਾਂਗੇ। ਅੱਜ ਜਿਹੜੇ ਪਹਿਲੇ ਕੁਐਸਚਨ ਆਏ ਉਹਨਾਂ ਨੂੰ ਵੀ ਆਪਾਂ ਪਹਿਲ ਦੇ ਆਧਾਰ ਤੇ ਸ਼ੁਰੂ ਕਰਾਂਗੇ। ਦੱਸਦੇ ਕਿ ਪ੍ਰੋਗਰਾਮ ਦਾ ਹਿੱਸਾ A1 ਟੈਕਸੀ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ। 905 453 6666। ਤੁਸੀਂ ਪਾਰਟ ਟਾਈਮ ਫੁੱਲ ਟਾਈਮ ਟੈਕਸੀ ਡਰਾਈਵ ਕਰਨਾ ਚਾਹੁੰਦੇ ਹੋ, ਤੁਹਾਨੂੰ ਜੌਬ ਵੀ ਮਿਲ ਜਾਵੇਗੀ। ਦੂਰ ਦਰਾਡੇ ਕਿਤੇ ਜਾਣਾ ਹੋਵੇ ਆਪਣੀ ਮੰਜ਼ਿਲ ਤੇ ਤੁਹਾਡੀ ਮੰਜ਼ਿਲ ਤੇ ਪਹੁੰਚਾਉਣਗੇ। A1 ਟੈਕਸੀ ਵਾਲੇ 905 453 6666 ਤੇ ਸੰਪਰਕ ਕਰ ਸਕਦੇ ਹੋ। ਆਨੰਦ ਟਾਇਰ 416 829 82 81 ਤੇ ਸੰਪਰਕ ਕਰੋ। ਟਰੱਕਾਂ ਦੇ ਟਾਇਰ ਪਾਉਣੇ ਚਾਹੁੰਦੇ ਹੋ, ਟਰੱਕਾਂ ਦੀ ਅਲਾਈਨਮੈਂਟ ਕਰਾਉਣੀ ਚਾਹੁੰਦੇ ਹੋ ਤੇ ਡੈਫੀਨੇਟਲੀ ਤੁਸੀਂ ਕਾਲ ਕਰ ਲਓ। ਥੋੜਾ ਬਹੁਤਾ ਕੰਮ ਆਉਂਦਾ ਤਾਂ ਤੁਹਾਨੂੰ ਮਕੈਨੀਕਲ ਦਾ ਤੇ ਤੁਹਾਨੂੰ ਜੌਬ ਵੀ ਇੱਥੋਂ ਮਿਲ ਜਾਵੇਗੀ। 416 829 82 81 ਤੇ ਸੰਪਰਕ ਕੀਤਾ ਜਾ ਸਕਦਾ। ਇਹ ਸੀਟਿੰਗ ਦੇ ਅਮਰੀਕ ਸੰਧੂ ਜੀ ਨਾਲ ਗੱਲਬਾਤ ਕਰਨੀ ਹੈ। ਜੇਕਰ ਤੁਸੀਂ ਆਪਣੇ ਘਰਾਂ ਦੀ ਫਰਨੈਸ ਵਗੈਰਾ ਠੀਕ ਕਰਾਉਣੀ ਚਾਹੁੰਦੇ ਜਾਂ ਬਿਜ਼ਨਸ ਅਦਾਰੇ ਦੀ ਫਰਨੈਸ ਵਗੈਰਾ ਠੀਕ ਕਰਾਉਣੀ ਚਾਹੁੰਦੇ ਹੋ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਅਮਰੀਕ ਸੰਧੂ ਨਾਲ। 416 803 80 53 ਤੇ ਅੱਜ ਦਾ ਪ੍ਰੋਗਰਾਮ ਪਰਜਿੰਦਰ ਸਿੰਘ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ। 416 697 9306 ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਹੋਮ ਲਾਈਫ ਹਾਈ ਸਟੈਂਡਰਡ ਜੀਵਨ ਰਿਐਲਟੀ ਇੰਕ ਨਾਲ ਕੰਮ ਕਰਦੇ ਨੇ। ਨਿਊ ਕੰਸਟਰਕਸ਼ਨ ਕਮਰਸ਼ੀਅਲ ਰੈਜ਼ੀਡੈਂਸ਼ੀਅਲ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਜਾਣਕਾਰੀ ਲੈਣੀ ਚਾਹੁੰਦੇ ਹੋ 416 697 9306 ਦੇ ਉੱਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਰੂਬਲ ਸਾਹਿਬ, ਪਿਛਲੀ ਵੀਕ ਕੁਐਸਚਨ ਆਇਆ ਸੀ ਤੇ ਕੁਐਸਚਨ ਆਪਣਾ ਤੋਂ ਆਨਸਰ ਨਹੀਂ ਦੇ ਹੋਇਆ ਕਿਉਂਕਿ ਸਮਾਂ ਮੁੱਕ ਚੁੱਕਾ ਸੀ ਤੇ ਉਸ ਤੋਂ ਬਾਅਦ ਕੁਐਸਚਨ ਟੈਕਸਟ ਮੈਸੇਜ ਦੇ ਰੂਪ ਸੀ ਤੇ ਉਹਨਾਂ ਨੇ ਕੁਐਸਚਨ ਇਹ ਕੀਤਾ ਕਿ ਜਦੋਂ ਸਪਰਮ ਜਿਹੜੇ ਨੇ ਉਹ ਵਿੱਚ ਵੀਕ ਹੋ ਜਾਣ ਤੇ ਉਹਦੇ ਵਾਸਤੇ ਰੂਬਲ ਸਾਹਿਬ ਤੋਂ ਪਤਾ ਕਰਿਓ ਵੀ ਉਹਦੇ ਨਾਲ ਕਿਸ ਤਰੀਕੇ ਦੇ ਨਾਲ ਸਪਰਮ ਆਪਾਂ ਸਟਰੋਂਗ ਬਣਾ ਸਕਦੇ ਹਾਂ। ਤੇ ਕਈ ਵਾਰ ਨਮੋਸ਼ੀ ਦੇ ਕਰਕੇ ਬੰਦਾ ਗੱਲਬਾਤ ਕਰਦਾ ਨਹੀਂ, ਲੇਕਿਨ ਉਹਨਾਂ ਨੇ ਦੱਸਿਆ ਵੀ ਸਾਨੂੰ ਇਹ ਚੀਜ਼ ਬਾਰੇ ਜ਼ਰੂਰ ਫਾਈਂਡ ਆਊਟ ਕਰਕੇ ਦੱਸਿਓ। ਨਾਮ ਕਹਿੰਦੇ ਗੁਪਤ, ਮੈਂ ਕਿਹਾ ਨਾਮ ਤਾਂ ਅਸੀਂ ਵੈਸੇ ਨਹੀਂ ਲਈਦਾ। ਤੇ ਉਹਨੀ ਉਮਰ ਆਪਣੀ ਦੱਸੀ ਹੈ ਜੀ 43 ਸਾਲ ਦੇ ਮੇਲ ਨੇ। ਸਪਰਮ ਦੀ ਵੀਕਨੈਸ, ਬੱਚੇ ਦੀ ਟਰਾਈ ਕਰ ਰਹੇ ਨੇ, ਬੱਚਾ ਹੋ ਨਹੀਂ ਰਿਹਾ ਲੇਕਿਨ ਸਪਰਮ ਵੀਕ ਹੋਣ ਦੇ ਕਰਕੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਕੀ ਕਹਿਣਾ ਚਾਹੋਗੇ? ਹਾਂਜੀ ਦੇਖੋ, ਜਦੋਂ ਬੱਚੇ ਦੀ ਸਗੋਂ ਜੇ ਉਹ ਲੈਣਾ ਚਾਹ ਰਹੇ ਆ ਤੇ ਉਹਦੀ ਵਜ੍ਹਾ ਦੇ ਕਰਕੇ ਪ੍ਰੋਬਲਮ ਆ ਰਹੀ ਹੈ ਦੈਨ ਡੈਫੀਨੇਟਲੀ ਆਯੁਰਵੈਦਿਕ ਟ੍ਰੀਟਮੈਂਟ ਜਿਹੜਾ ਉਹ ਤੁਹਾਡੇ ਵਾਸਤੇ ਬੈਨੀਫੀਸ਼ੀਅਲ ਹੋ ਸਕਦਾ ਆ। ਕਈ ਤਰੀਕੇ ਦੀਆਂ ਜਿਹੜੀਆਂ ਉਹ ਜੜੀਆਂ ਬੂਟੀਆਂ ਹੁੰਦੀਆਂ ਹੈਗੀਆਂ ਜਿਹੜੀਆਂ ਕਿ ਨੈਚੁਰਲੀ ਤੌਰ ਦੇ ਉੱਤੇ ਸਾਡੀ ਬਾਡੀ ਦੇ ਵਿੱਚ ਟੈਸਟੋਸਟਰੋਨਸ ਲੈਵਲਸ ਨੂੰ ਵਧਾਉਂਦੀਆਂ ਹੈਗੀਆਂ ਆ ਜਾਂ ਸ਼ੁਕਰਾਣੂ ਜਿਹੜੀ ਆ ਉਹਨਾਂ ਦੀ ਮਾਤਰਾ ਨੂੰ ਉਹ ਵਧਾਉਂਦੀਆਂ ਹੈਗੀਆਂ। ਔਰ ਬਹੁਤ ਪੇਸ਼ੈਂਟਸ ਹੈਗੇ ਆ ਜਿਨ੍ਹਾਂ ਦੀਆਂ ਸਕਸੈਸਫੁਲ ਇਨਫਰਟੀਲਿਟੀ ਟਰੀਟਮੈਂਟਸ ਜਿਹੜੇ ਹੈਗੇ ਆ ਉਹ ਅਸੀਂ ਕੀਤੇ ਹੋਏ ਆ ਥਰੂ ਆਯੁਰਵੈਦਿਕ ਟਰੀਟਮੈਂਟ। ਕਈ ਕੇਸਿਸ ਦੇ ਵਿੱਚ ਜਿਹੜਾ ਹੈਗਾ ਆ ਲੇਡੀਜ਼ ਦੀ ਵੀ ਜਿਹੜੀ ਆ ਉਹ ਦਵਾਈ ਕੀਤੀ ਜਾਂਦੀ ਹੈਗੀ ਆ ਬਿਕਾਜ਼ ਇਹਨਾਂ ਦੇ ਕੇਸ ਦੇ ਵਿੱਚ ਜੇ ਇਹ ਸ਼ੋਰ ਹੈ ਕਿ ਇਹ ਸਿਰਫ ਸਪਰਮ ਘੱਟ ਹੈਗੇ ਆ ਔਰ ਸਪਰਮ ਐਨਾਲਿਸਿਸ ਦੇ ਵਿੱਚ ਇਹ ਰਿਪੋਰਟ ਚੀਜ਼ ਜਿਹੜੀ ਹੈਗੀ ਆ ਉਹ ਸ਼ੋ ਅਪ ਹੋਈ ਹੈ ਦੈਨ ਫਿਰ ਇਸ ਕੇਸ ਦੇ ਵਿੱਚ ਜਿਹੜੀ ਆ ਉਹ ਲੇਡੀਜ਼ ਨੂੰ ਦਵਾਈ ਜਿਹੜੀ ਉਹ ਨਹੀਂ ਜ਼ਰੂਰਤ ਹੁੰਦੀ, ਫਿਰ ਸਿਰਫ ਮੇਲ ਦੀ ਹੀ ਜਿਹੜੀ ਆ ਦਵਾਈ ਚੱਲਦੀ ਹੈ। ਪਰ ਕਈ ਤਰੀਕੇ ਦੀਆਂ ਜੜੀਆਂ ਬੂਟੀਆਂ ਇਸਤੇਮਾਲ ਕੀਤੀਆਂ ਜਾਂਦੀਆਂ, ਇਹਦੇ ਵਿੱਚ ਪੂਰੀ ਬਾਡੀ ਨੂੰ ਐਕਚੁਅਲੀ ਦੇਖਿਆ ਜਾਂਦਾ ਹੁੰਦਾ ਕਿ ਸਪਰਮ ਘੱਟ ਕਿਉਂ ਹੈ। ਸੋ ਰਿਮੈਂਬਰ ਜਿਹੜੀ ਸਾਡੀ ਬਾਡੀ ਹੈਗੀ ਆ ਇਹਦੇ ਵਿੱਚ ਜਿਹੜੇ ਸਪਰਮਸ ਹੈਗੇ ਆ ਉਹ ਜਿਵੇਂ ਸਾਨੂੰ ਪਤਾ ਕਿ ਮੇਲਸ ਦੇ ਵਿੱਚ ਟੈਸਟੀਜ਼ ਦੇ ਵਿੱਚ ਜਿਹੜੇ ਉਹ ਪੈਦਾ ਹੁੰਦੇ ਹੈਗੇ ਆ ਐਂਡ ਤੁਸੀਂ ਦੇਖੋ ਕਿ ਇਹ ਇੱਕ ਇੰਨੀ ਕੁ ਨਾਜ਼ੁਕ ਜਿਹੜੀ ਸਾਡੀ ਸ਼ੁਕਰਾਣੂ ਜਿਹੜੇ ਹੈਗੀ ਆ ਉਹ ਇੰਨੇ ਕੁ ਜ਼ਿਆਦਾ ਵੀਕ ਹੁੰਦੇ ਹੈਗੇ ਆ ਕਿ ਥੋੜ੍ਹੀ ਜਿਹੀ ਵੀ ਹੀਟ ਦੇ ਨਾਲ ਉਹ ਮਰਨੇ ਸ਼ੁਰੂ ਹੋ ਜਾਂਦੇ। ਹੁਣ ਤੁਸੀਂ ਦੇਖੋ ਆਪਣਾ ਜਿੱਦਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਕਿ ਬਾਡੀ ਸਾਡਾ ਇੰਟਰਨਲ ਟੈਂਪਰੇਚਰ ਨੂੰ ਮੇਨਟੇਨ ਕਰਕੇ ਰੱਖਦੀ ਹੈ ਸੋ 37 ਡਿਗਰੀ, ਪਰ ਜਿਹੜੇ ਸਾਡੇ ਸਪਰਮ ਹੈਗੇ ਆ ਇਹ 37 ਡਿਗਰੀ ਦੇ ਵਿੱਚ ਜਿੰਦੇ
ਜਿੰਦੇ ਨਹੀਂ ਰਹਿ ਸਕਦੇ। ਇਸੇ ਕਰਕੇ ਜਿਹੜੀ ਕੁਦਰਤ ਦੇ ਵੱਲੋਂ ਜਿਹੜੇ ਸਪਰਮ ਹੈਗੇ ਆ ਉਹ ਸਾਡੀ ਬੋਡੀ ਦੇ ਅੰਦਰ ਨਹੀਂ, ਬੋਡੀ ਦੇ ਬਾਹਰ ਬਣਾਏ ਜਾਂਦੇ ਹੈਗੇ ਆ। ਇਸੇ ਕਰਕੇ ਟੈਸਟਿਸ ਜਿਹੜੀਆਂ ਉਹ ਸਰੀਰ ਤੋਂ ਬਾਹਰ ਹੁੰਦੀਆਂ ਹੈਗੀਆਂ, ਨਾ ਕਿ ਅੰਦਰ। ਸੋ ਇਹ ਵੀ ਤੁਸੀਂ ਦੇਖੋ ਕਿ ਕੁਦਰਤ ਦੇ ਵੱਲੋਂ ਕਿੱਡੀ ਵਧੀਆ ਚੀਜ਼ ਹੈਗੀ ਹੈ ਕਿ ਹਾਰਟ ਨੂੰ ਬਿਲਕੁਲ ਤੁਸੀਂ ਦੇਖੋ ਕਿ ਛਾਤੀ ਦੇ ਅੰਦਰ, ਰਿਬਸ ਦੇ ਅੰਦਰ, ਹੱਡੀਆਂ ਦੇ ਵਿੱਚ ਫਸਾ ਕੇ ਰੱਖਿਆ ਹੋਇਆ, ਪ੍ਰੋਟੈਕਟ ਕਰਕੇ ਰੱਖਿਆ ਹੋਇਆ, ਕਿਉਂਕਿ ਉੱਥੇ ਉਹ ਕਰ ਸਕਦੀ ਬੋਡੀ। ਅਤੇ ਜਿਹੜੇ ਜਿਹੜੇ ਸ਼ੁਕਰਾਣੂ ਹੈ ਜਿਹਨੇ ਕਿ ਅੱਗੇ ਜਾ ਕੇ ਸਾਨੂੰ ਲਾਈਫ ਦੇਣੀ ਹੈਗੀ, ਲਾਈਫ ਪ੍ਰੋਡਿਊਸ ਕਰਨੀ ਹੋਰ ਅੱਗੇ ਜਾ ਕੇ, ਅਤੇ ਉਹਨਾਂ ਨੂੰ ਕਿਉਂਕਿ ਟੈਂਪਰੇਚਰ ਦੀ ਐਡੀ ਜ਼ਰੂਰਤ ਨਹੀਂ, ਮਤਲਬ ਉਹ 'ਚ ਸਰਵਾਈਵ ਨਹੀਂ ਕਰ ਸਕਦੇ, ਇਸ ਕਰਕੇ ਫਿਰ ਉਹਨਾਂ ਨੂੰ ਕੁਦਰਤ ਨੇ ਸਰੀਰ ਤੋਂ ਉਹਨੂੰ ਬਾਹਰ ਰੱਖਿਆ ਹੋਇਆ। ਸੋ ਦੇਖੋ ਕਿ ਇਹ ਵੀ ਇੱਕ ਫੈਕਟ, ਜੇ ਇਹ ਚੀਜ਼ ਨਾ ਹੋਵੇ ਤਾਂ ਅਸੀਂ ਅੱਗੋਂ ਸੰਸਾਰ ਹੀ ਤੋਰ ਨਾ ਸਕੀਏ, ਬੱਚੇ ਹੀ ਨਾ ਅੱਗੇ ਪੈਦਾ ਹੋ ਸਕਣ। ਸੋ ਇਹ ਵੀ ਇੱਕ ਫੈਕਟ, ਜਿਵੇਂ ਅਸੀਂ ਗੱਲ ਕੀਤੀ ਕਿ ਕੁਦਰਤ ਦਾ ਕਰਨਾ ਚਾਹੀਦਾ ਹੈਗਾ ਐਪਰੀਸ਼ੀਏਟ, ਕਿ ਇਹ ਕਿੰਨੀ ਵਧੀਆ ਚੀਜ਼ ਨੈਚੁਰਲੀ ਤੌਰ ਦੇ ਉੱਤੇ ਬਣੀ ਹੋਈ ਹੈਗੀ ਹੈ। ਸੋ ਹੁਣ ਤੁਸੀਂ ਸਰੀਰ ਨੂੰ ਸਾਡੇ ਨੂੰ ਕਿੱਦਾਂ ਦਾ ਉਹਨੂੰ ਬਣਾਇਆ, ਕਿਹੜੀ ਚੀਜ਼ ਕਿੱਥੇ ਲਾਉਣੀ, ਕਿਵੇਂ ਲਾਉਣੀ, ਕਿਹੜੀ ਕਿਹੜੀ ਚੀਜ਼ ਦਾ ਕਿੱਦਾਂ ਕਿੱਦਾਂ ਫੰਕਸ਼ਨ ਆ, ਕਿੰਨੀਆਂ ਸੋਚਾਂ ਵਿਚਾਰਾਂ ਜਾਂ ਕਿੰਨਾ ਬ੍ਰੇਨ ਜਾਂ ਉਹ ਚੀਜ਼ ਕੀ ਹੋਊਗੀ, ਜਾਂ ਚੀਜ਼ ਕਹਿ ਲਵੇ ਆਪਾਂ ਚੀਜ਼ ਵੀ ਨਹੀਂ ਕਹਿ ਸਕਦੇ, ਉਹ ਹੈ ਵੀ ਨਹੀਂ ਤੇ ਹੈ ਵੀ ਸਭ ਕੁਛ ਆ। ਜਿਸ ਤਰੀਕੇ ਦੇ ਨਾਲ ਉਹਦੀ ਵਿਆਖਿਆ ਕੀਤੀ ਨਹੀਂ ਜਾ ਸਕਦੀ ਸ਼ਬਦਾਂ ਵਿੱਚ, ਵੀ ਉਹਨੇ ਉਹ ਅਜਿਹੀ ਚੀਜ਼ ਜਿਹੜੀ ਬਣਾ ਦਿੱਤੀ, ਪੈਦਾ ਕਰਕੇ ਕ੍ਰਿਸ਼ਮਾ ਪੈਦਾ ਕਰ ਦਿੱਤਾ ਮਨੁੱਖ ਦੇ ਤੌਰ ਤੇ ਲੇਕਿਨ ਮਨੁੱਖ ਵੀ ਆਪਣੇ ਆਪ ਨੂੰ ਅਜੇ ਤੱਕ ਨਹੀਂ ਸਮਝ ਸਕਿਆ, ਤੇ ਉਸ ਚੀਜ਼ ਨੂੰ ਕੀ ਸਮਝੇਗਾ ਜੀ। ਬਿਲਕੁਲ। ਔਰ ਸੋ ਜਦੋਂ ਮੋਸਟ ਆਫ ਦਾ ਟਾਈਮ ਜਦੋਂ ਅਸੀਂ ਕਹਿੰਦੇ ਹੈਗੇ ਆ ਨਾ ਕਿ ਸ਼ੁਕਰਾਣੂ ਜਿਹੜੇ ਹੈਗੇ ਆ ਉਹ ਘੱਟ ਆ, ਸਪਰਮ ਘੱਟ ਆ, ਉਹਦੇ ਵਿੱਚ ਇੱਕ ਚੀਜ਼ ਜ਼ਰੂਰ ਆਉਂਦੀ ਹੁੰਦੀ ਹੈਗੀ ਆ ਕਿ ਉਸ ਬੰਦੇ ਦਾ ਜਿਹੜਾ ਪਿੱਤ ਦੋਸ਼ ਹੈਗਾ ਉਹ ਵਧਿਆ ਹੁੰਦਾ। ਸੋ ਜਿਵੇਂ ਸਾਰਿਆਂ ਨੂੰ ਪਤਾ ਕਿ ਆਯੁਰਵੈਦ ਦੇ ਵਿੱਚ ਵਾਤ, ਪਿੱਤ ਅਤੇ ਕਫ ਦੋਸ਼ ਜਿਹੜੇ ਹੈਗੇ ਉਹ ਹੁੰਦੇ ਹੈਗੇ ਆ। ਸੋ ਜਦੋਂ ਪਿੱਤ ਵਧਿਆ ਹੋਏਗਾ ਤਾਂ ਪਿੱਤ ਵਧਣ ਦੇ ਨਾਲ ਬੋਡੀ ਦੇ ਅੰਦਰ ਯਥਰ ਅਗਨੀ ਜ਼ਿਆਦਾ ਵੱਧਦੀ ਹੈਗੀ ਹੈ। ਸੋ ਯਥਰ ਅਗਨੀ ਵਧੇਗੀ ਅਤੇ ਉਹਦੇ ਨਾਲ ਅਨਨੈਸੈਸਰੀ ਬੋਡੀ ਦਾ ਟੈਂਪਰੇਚਰ ਜ਼ਿਆਦਾ ਵਧਿਆ ਰਹਿੰਦਾ। ਸੋ ਉਹ ਲੋਕ ਜਿਹੜੇ ਪਿੱਤ ਪ੍ਰਧਾਨ ਹੁੰਦੇ ਹੈਗੇ ਆ, ਮੋਸਟ ਆਫ ਦਾ ਟਾਈਮ, ਕਿਉਂਕਿ ਉਹਨਾਂ ਦੀ ਬੋਡੀ ਆਲਰੇਡੀ ਜ਼ਿਆਦਾ ਹੀਟਅਪ ਹੋਈ ਹੁੰਦੀ ਹੈ, ਸਪਰਮਸ ਦੇ ਵਾਸਤੇ ਵੈਸੇ ਟੈਂਪਰੇਚਰ ਘੱਟ ਚਾਹੀਦਾ ਹੈਗਾ। ਸੋ ਉਸ ਕੇਸ ਦੇ ਵਿੱਚ ਜਿਹੜਾ ਹੈਗਾ ਆ ਉਹ ਟੈਂਪਰੇਚਰ ਜਿਹੜਾ ਸਾਡੀ ਟੈਸਟਿਸ ਨੂੰ ਫਰਕ ਪਾਉਂਦਾ ਹੈਗਾ ਆ, ਜਿਹਦੇ ਨਾਲ ਸਪਰਮਸ ਜਿਹੜੇ ਹੈਗੇ ਆ ਉਹ ਘੱਟ ਬਣਦੇ ਆ, ਜਾਂ ਨਾਲੋਂ ਨਾਲ ਹੀ ਮਰਦੇ ਹੈਗੇ ਆ, ਜਾਂ ਉਹਨਾਂ ਦੀ ਉਮਰ ਜਿਹੜੀ ਬਹੁਤ ਘੱਟ ਹੁੰਦੀ ਹੈਗੀ ਆ, ਉਹਨਾਂ ਦੀ ਮੋਟਿਲਿਟੀ ਰੇਟ ਜਿਹੜਾ ਉਹ ਘੱਟ ਹੁੰਦਾ ਹੈਗਾ, ਜਾਂ ਸੀਮਨ ਵੋਲੀਮਾਈਜੇਸ਼ਨ ਰੇਟ ਜਿਹੜਾ ਆ ਉਹ ਘੱਟ ਹੁੰਦਾ। ਸੋ ਕਈ ਤਰੀਕੇ ਦੇ ਨਾਲ ਜਿਹੜੀ ਆ ਸਰੀਰਕ ਗਰਮੀ ਜਿਹੜੀ ਆ ਉਹ ਇਸ ਚੀਜ਼ ਨੂੰ ਖਰਾਬ ਕਰਦੀ ਆ। ਸੋ ਜਦੋਂ ਆਯੁਰਵੈਦਿਕ ਤਰੀਕੇ ਦੇ ਨਾਲ ਇਹ ਇਲਾਜ ਕੀਤਾ ਜਾਂਦਾ ਆ ਅਤੇ ਦੋ ਚੀਜ਼ਾਂ ਨੂੰ ਮੱਦੇਨਜ਼ਰ ਰੱਖਿਆ ਜਾਂਦਾ। ਇੱਕ ਤਾਂ ਜਿਹੜਾ ਪਿੱਤ ਦੋਸ਼ ਹੈਗਾ ਆ ਉਹਨੂੰ ਅਸੀਂ ਘਟਾਉਣਾ ਹੁੰਦਾ, ਗਰਮੀ ਸਰੀਰ ਦੀ, ਜਾਂ ਅਸੀਂ ਪੰਜਾਬੀ 'ਚ ਕਹਿ ਲਈਏ ਕਿ ਗਰਮੀ ਬਾਹਰ ਕੱਢਣੀ ਹੈਗੀ। ਸੋ ਇੱਕ ਤਾਂ ਗਰਮੀ ਬਾਹਰ ਕੱਢਣੀ ਹੈਗੀ ਹੈ, ਅਤੇ ਦੂਸਰਾ ਜਿਹੜਾ ਹੁੰਦਾ ਆ ਉਹ ਹੈ ਕਿ ਅਸੀਂ ਤਾਕਤ ਦੀਆਂ ਦਵਾਈਆਂ ਦੇ ਕੇ ਜਿਹੜੇ ਸਾਡੇ ਟੈਸਟੋਸਟੇਰੋਨਸ ਹੈਗੇ ਆ, ਮੇਲ ਹਾਰਮੋਨ ਜਿਹੜਾ ਆ, ਉਸ ਨੂੰ ਅਸੀਂ ਵਧਾਉਣਾ ਹੁੰਦਾ। ਸੋ ਇਹ ਦੋ ਚੀਜ਼ਾਂ ਕਰਨ ਦੇ ਨਾਲ ਸ਼ੁਕਰਾਣੂ ਜਿਹੜੇ ਹੈਗੇ ਆ ਉਹ ਵਧਣੇ ਸ਼ੁਰੂ ਹੋ ਜਾਂਦੇ ਹੁੰਦੇ। ਪਰ ਯੂਜਲੀ ਇਹਨੂੰ ਠੀਕ ਹੋਣ ਨੂੰ 3 ਤੋਂ 6 ਮਹੀਨੇ ਜਾਂ ਕਈ ਵਾਰੀ ਜ਼ਿਆਦਾ ਟਾਈਮ ਵੀ ਜਿਹੜਾ ਉਹ ਲੱਗ ਸਕਦਾ ਹੁੰਦਾ, ਬਟ ਡੈਫੀਨੇਟਲੀ ਇਹ ਚੀਜ਼ ਠੀਕ ਹੋ ਸਕਦੀ ਹੈਗੀ। 905 874 3333 905 874 3333 ਤੇ ਰੂਬਲ ਸਾਹਿਬ ਦੇ ਨਾਲ ਗੱਲਬਾਤ ਕਰ ਸਕਦੇ ਹੋ। ਤੁਹਾਡਾ ਸਿਹਤ ਸੰਬੰਧੀ ਕੋਈ ਵੀ ਸਵਾਲ ਹੋਵੇ ਤਾਂ ਅਸੀਂ ਇਹ ਅਗੇਨ ਕਹਿੰਦੇ ਹਾਂ ਕਿ ਦੇਸੀ ਖਾਓ, ਰੂਪ ਭਜਾਓ ਤੇ ਤੰਦਰੁਸਤੀ ਪਾਓ। ਤੰਦਰੁਸਤੀ ਦਾ ਰਾਜ ਇਹਨਾਂ ਜੜੀ ਬੂਟੀਆਂ ਵਿੱਚ ਛੁਪਿਆ ਪਿਆ। ਜੜੀ ਬੂਟੀਆਂ ਤੁਹਾਡੇ ਲਈ ਕਿਵੇਂ ਤੇ ਕਿੰਨੀਆਂ ਕਾਰਗਰ ਸਿੱਧ ਹੁੰਦੀਆਂ ਨੇ, ਰੂਬਲ ਸਾਹਿਬ ਜੀ ਸਾਨੂੰ ਦੱਸ ਰਹੇ ਨੇ। ਦੱਸਦੇ ਕਿ ਪ੍ਰੋਗਰਾਮ ਦਾ ਹਿੱਸਾ ਲਵ ਤੰਦੂਰੀ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ 905 450 0000। ਤੁਸੀਂ ਛੋਟੀ ਵੱਡੀ ਪਾਰਟੀ ਕਰਨੀ ਹੋਵੇ ਤਾਂ ਵੀ ਇੱਥੇ ਪਹੁੰਚ ਸਕਦੇ ਹੋ। ਮਨਪਸੰਦ ਦਾ ਘਰ ਵਰਗਾ ਖਾਣਾ ਖਾਣਾ ਚਾਹੁੰਦੇ ਤਾਂ ਵੀ ਇੱਥੇ ਪਹੁੰਚ ਸਕਦੇ ਹੋ। ਮਠਿਆਈ ਆਪਣੇ ਮਨਪਸੰਦ ਦੀ ਵਧੀਆ ਤਰੀਕੇ ਦੀ ਖਾਣੀ ਚਾਹੁੰਦੇ ਤਾਂ ਵੀ ਇੱਥੇ ਪਹੁੰਚ ਸਕਦੇ ਹੋ। ਤੇ ਜੀ ਛੋਟੀ ਮੋਟੀ ਪਾਰਟੀ ਕਰਨੀ, ਪੂਰੇ ਦਾ ਪੂਰਾ ਇਹਨਾਂ ਦੇ ਕੋਲ ਇੰਤਜ਼ਾਮ ਹੁੰਦਾ ਹੈ। 905 450 0000 ਤੇ ਲਵ ਤੰਦੂਰੀ ਵਾਲਿਆਂ ਦੇ ਕੋਲ ਪਹੁੰਚ ਸਕਦੇ ਹੋ। ਚਰਨ ਸਿੰਘ ਰਾਏ ਘਰ ਦੀ ਇੰਸ਼ੋਰੈਂਸ, ਗੱਡੀਆਂ ਦੀ ਇੰਸ਼ੋਰੈਂਸ ਜਾਂ ਇੱਕ ਪੈਕੇਜ ਦੀ ਲੈਣਾ ਚਾਹੁੰਦੇ ਹੋ ਤੇ 416 ਪੂਰਾ 499 ਤੇ ਗੱਲਬਾਤ ਕਰੋ। ਜੇਕਰ ਤੁਹਾਡੀ ਇੰਸ਼ੋਰੈਂਸ ਇਹਨਾਂ ਦੇ ਕੋਲ ਨਹੀਂ ਵੀ ਹੈਗੀ, ਫਿਰ ਵੀ ਕੁਝ ਪਤਾ ਕਰਨਾ ਚਾਹੁੰਦੇ ਹੋ, ਤੁਹਾਨੂੰ ਸਹੀ ਜਵਾਬ ਦੇਣਗੇ। 416 ਪੂਰਾ 499 ਦਵਿੰਦਰ ਪਵਾਰ ਫਸਟ ਸੈਕੰਡ ਥਰਡ ਮੋਰਗੇਜ ਵਾਸਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। 647 988 8731 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਡਿਕਸੀ ਫਰੇਸ ਸਿਸਟਮ
ਇੱਕ ਚੰਗੀ ਕੰਪਨੀ ਹੈ, ਚੰਗੀ ਕੰਪਨੀ ਨਾਲ ਕੰਮ ਕਰਕੇ ਚੰਗੇ ਡਾਲਰ ਕਮਾਉਣਾ ਚਾਹੁੰਦੇ ਹੋ 416 896 2390 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਵਨ 22 ਘਰ ਦੀ ਇਮੇਜ ਵਧੀਆ ਬਣਾਉਣੀ ਚਾਹੁੰਦੇ ਹੋ, ਖਾਸ ਕਰਕੇ ਕਿਚਨ ਵਧੀਆ ਬਣਾਉਣੀ ਚਾਹੁੰਦੇ ਹੋ, ਘਰ ਦੇ ਰੂਮਾਂ ਦੇ ਵਿੱਚ ਹੋਰ ਰੂਮ ਬਣਾਉਣੇ ਚਾਹੁੰਦੇ ਹੋ, ਭਾਵ ਤੁਸੀਂ ਸਮਾਨ ਰੱਖਣ ਵਾਸਤੇ ਕੈਬਨਿਟਸ ਵਗੈਰਾ ਬਣਾਉਣੀਆਂ ਚਾਹੁੰਦੇ ਹੋ ਤੇ 416 816 3965 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। ਘਰ ਦੇ ਵਿੱਚ ਕਿਚਨ ਬਣੀ ਹੈ ਤੇ ਕਿਚਨ ਦੇ ਵਿੱਚ ਇੱਕ ਖਾਨਾ ਜ਼ਰੂਰ ਹੋਵੇਗਾ ਜਿੱਥੇ ਤੁਸੀਂ ਅੰਗਰੇਜ਼ੀ ਦੇਸੀ ਦਵਾਈਆਂ ਰੱਖੀਆਂ ਹੋਣਗੀਆਂ। ਉਹ ਦਵਾਈਆਂ ਵਾਲੇ ਖਾਨੇ ਨੂੰ ਛੋਟਾ ਕਰਨਾ ਚਾਹੁੰਦੇ ਹੋ ਤੇ ਡੈਫੀਨੇਟਲੀ ਦੇਸੀ ਖਾਓ, ਰੂਹ ਭਿਆਓ ਤੇ ਤੰਦਰੁਸਤੀ ਪਾਓ। 905 874 3333 ਤੇ ਰੂਬਰ ਸਾਹਿਬ ਠੀਕ ਆ। ਕਈ ਵਾਰੀ ਆਪਣੀ ਰਸੋਈ ਦੇ ਵਿੱਚ ਹੀ ਤਕਰੀਬਨ ਖਾਨਾ ਉਹ ਜ਼ਿਆਦਾ ਵੱਡਾ ਹੁੰਦਾ ਜਿਹਦੇ ਵਿੱਚ ਦਵਾਈਆਂ ਰੱਖੀਆਂ ਹੁੰਦੀਆਂ ਨੇ। ਉਹ ਤਾਂ ਬਿਲਕੁਲ ਜੀ, ਉਹ ਇੱਕ ਪੂਰੇ ਦਾ ਪੂਰਾ ਖਾਨਾ ਹੀ ਡੈਡੀਕੇਟ ਹੀ ਕੀਤਾ ਹੈਗਾ ਸਾਰਿਆਂ ਨੇ, ਜਿਹਦੇ ਵਿੱਚ ਇੰਨੀਆਂ ਕੁ ਦਵਾਈਆਂ ਜਿਹੜੀਆਂ ਉਹ ਹੁੰਦੀਆਂ। ਸੋ ਇਹ ਆਮ ਅਸੀਂ ਪੁੱਛੀਦਾ ਹੈਗਾ ਕਿ ਦੇਖੋ ਜੀ, ਸਾਰੇ ਕਹਿੰਦੇ ਅਸੀਂ ਤਾਂ ਬਹੁਤ ਵਧੀਆ ਹੈਗੇ ਆ ਜੀ, ਬਹੁਤ ਵਧੀਆ। ਪਰ ਹਮੇਸ਼ਾ ਇਹ ਗੱਲ ਅਸੀਂ ਪੁੱਛਦੇ ਹੁੰਦੇ ਹੈਗੇ ਆ ਕਿ ਜੇ ਵਧੀਆ ਹੈਗੇ ਹੋ ਕਿ ਕੀ ਤੁਹਾਡੀ ਕਿਚਨ ਦੇ ਵਿੱਚ ਮੈਡੀਸਨ ਕੈਬਨਿਟ ਹੈ ਜਾਂ ਨਹੀਂ। ਜੇ ਉਹ ਕਹਿ ਰਹੇ ਹੈਗੇ ਆ ਕਿ ਹੈ ਨਹੀਂ, ਤੇ ਫਿਰ ਉਹ ਵਾਕਈ ਜਿਹੜੇ ਉਹ ਬਹੁਤ ਵਧੀਆ ਰਹਿ ਰਹੇ ਆ, ਹੈਲਥ ਉਹਨਾਂ ਦੀ ਵਧੀਆ। ਤੇ ਜੇ ਉਹ ਉਹਨਾਂ ਦੀ ਮੈਡੀਸਨ ਕੈਬਨਿਟ ਹੈਗੀ ਆ ਘਰ ਦੇ ਵਿੱਚ, ਤੇ ਦੈਟ ਮੀਨਸ ਕਿ ਉਹ ਘਰ ਦੇ ਵਿੱਚ ਬਿਮਾਰੀਆਂ ਹੀ ਬਿਮਾਰੀਆਂ ਹੈਗੀਆਂ ਆ। ਉਹ ਲੱਗਦੀ ਵੀ ਤੇ ਜਿੱਥੇ ਨਾ ਆਪਣੀ ਚਾਬੀਆਂ ਦੇ ਗੁੱਛੇ ਰੱਖੇ ਹੁੰਦੇ, ਚਾਬੀਆਂ ਦੇ ਗੁੱਛੇ ਬਿਲਕੁਲ ਲਾਗੇ ਲਾਗੇ ਦਵਾਈ ਜਿਹੜੀ ਚੱਕੀ ਜਾਵੇ ਬਿਲਕੁਲ ਲਾਗੇ ਰੱਖੀ ਜਾਂਦੀ ਆ। ਐਮਰਜੈਂਸੀ ਡਿਪਾਰਟਮੈਂਟ ਬਣਾਇਆ ਹੁੰਦਾ ਉਹਨੂੰ ਚ। ਬਿਲਕੁਲ ਨਹੀਂ ਏਦਾਂ ਹੀ ਹੁੰਦੀ ਹੈ ਨਾ ਘਰਾਂ ਦੇ ਵਿੱਚ, ਕਿਤੇ ਉਹ ਪਹਿਲੀ ਕਲੋਡਰ ਕੱਢ ਲਾ ਉੱਥੇ ਪਈ ਹੋਣੀ ਆ ਵੀ ਦਵਾਈ, ਜਾਂ ਤਾਂ ਉੱਪਰ ਹੀ ਪਈਆਂ ਹੁੰਦੀਆਂ ਜੋ ਵੀ। ਕਈ ਵਾਰੀ ਬਹੁਤੇ ਲੋਕ ਜਿਹੜੇ ਐਕਸਪਾਇਰੀ ਵੀ ਨਹੀਂ ਡੇਟ ਰੱਖਦੇ, ਉਹ ਵੀ ਤਕਰੀਬਨ ਐਕਸਪਾਇਰੀ ਡੇਟਾਂ ਵਾਲੀਆਂ ਚੁੱਕ ਚੁੱਕ ਕੇ ਉਹ ਵੀ ਖਾਈ ਜਾਂਦੇ ਨੇ। ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੁੰਦੇ ਹੋ, ਘੱਟ ਦਵਾਈਆਂ ਖਾਣੀ ਚਾਹੁੰਦੇ ਹੋ। ਜਿੱਦਾਂ ਰੂਬਲ ਸਾਹਿਬ ਕਹਿੰਦੇ ਨੇ ਕਿ ਸਾਡੇ ਕੋਲ ਅਸੀਂ ਤੀਜੀ ਆਪਸ਼ਨ ਆ, ਪਹਿਲਾਂ ਤੁਸੀਂ ਆਪਣਾ ਤੇ ਆਪਣੇ ਆਪ ਦਾ ਖਿਆਲ ਰੱਖੋ, ਆਪਣੇ ਸਰੀਰ ਨੂੰ ਸੁਣੋ, ਸਰੀਰ ਦੀ ਆਵਾਜ਼ ਸੁਣੋ ਤੇ ਡਾਈਟ ਆਪਣੀ ਸਹੀ ਰੱਖੋ। ਤੇ ਜੇਕਰ ਇਹ ਦੋਨੇ ਚੀਜ਼ਾਂ ਤੁਸੀਂ ਨਹੀਂ ਕਰ ਸਕਦੇ ਤੇ ਸਾਡੇ ਕੋਲ ਆਉਣ ਦਾ ਵੀ ਕੋਈ ਫਾਇਦਾ ਨਹੀਂ। ਦੇਖੋ, ਅਸੀਂ ਹਮੇਸ਼ਾ ਕਹੀਦਾ ਕਿ ਬਾਡੀ ਸਾਡੀ ਨੂੰ ਕੋਈ ਵੀ ਦਵਾਈ ਦੀ ਐਕਚੁਅਲੀ ਜ਼ਰੂਰਤ ਨਹੀਂ ਹੈ। ਜੇ ਤੁਸੀਂ ਨੈਚੁਰਲ ਤੌਰ ਦੇ ਉੱਤੇ ਆਪਣੇ ਸਰੀਰ ਨੂੰ ਠੀਕ ਰੱਖਦੇ ਹੋ, ਆਪਣੀ ਡਾਈਟ ਨੂੰ ਠੀਕ ਰੱਖਦੇ ਹੋ, ਲਾਈਫ ਸਟਾਈਲ ਨੂੰ ਠੀਕ ਰੱਖਦੇ ਹੋ, ਅਤੇ ਬਾਡੀ ਨੂੰ ਜਿੰਨੀ ਵੀ ਰਿਪੇਅਰ ਆ ਉਹ ਆਟੋਮੈਟੀਕਲੀ ਹੁੰਦੀ ਰਹਿੰਦੀ। ਬਾਡੀ ਤਾਂ ਆਪਣੇ ਆਪ ਦੇ ਵਿੱਚ ਇੱਕ ਸਭ ਤੋਂ ਵੱਡੀ ਡਾਕਟਰ ਹੈਗੀ ਹੈ, ਉਹਨੂੰ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਹੈਗੀ। ਹਾਂ, ਇਹ ਹੈ ਕਿ ਕੁਛ ਸਾਡੀਆਂ ਹੀ ਗਲਤੀਆਂ ਹੁੰਦੀਆਂ, ਸਾਡੀਆਂ ਚੋਇਸਿਸ ਗਲਤ ਹੈ, ਜਿਹਦੇ ਕਰਕੇ ਬਾਡੀ ਦੇ ਉੱਤੇ ਐਕਸਟਰਾ ਬਰਡਨ ਪੈਂਦਾ ਹੈ, ਜਿਹਦੇ ਕਰਕੇ ਬਾਡੀ ਜਿਹੜੀ ਉਹ ਬਿਮਾਰ ਹੁੰਦੀ ਹੈ ਜਾਂ ਵੀਕ ਹੁੰਦੀ ਹੈਗੀ ਆ। ਪਰ ਜੇ ਸਾਰੇ ਫੰਡਾਮੈਂਟਲਸ ਠੀਕ ਹੈ ਅਤੇ ਤੁਹਾਨੂੰ ਕਿਸੇ ਦਵਾਈ ਦੀ, ਭਾਵੇਂ ਉਹ ਇੰਗਲਿਸ਼ ਦਵਾਈ ਹੈ, ਚਾਹੇ ਉਹ ਆਯੁਰਵੈਦਿਕ ਦਵਾਈ ਹੈ, ਚਾਹੇ ਉਹ ਹੋਮੋਪੈਥੀ ਦਵਾਈ ਹੈ, ਚਾਹੇ ਉਹ ਨੈਚੁਰੋਪੈਥਿਕ ਹੈ, ਕਿਸੇ ਤਰ੍ਹਾਂ ਦੀ ਕੋਈ ਦਵਾਈ ਦੀ ਬਾਡੀ ਨੂੰ ਐਕਚੁਅਲ ਦੇ ਵਿੱਚ ਜ਼ਰੂਰਤ ਨਹੀਂ ਹੁੰਦੀ ਹੈਗੀ। ਹਾਂ, ਜਦੋਂ ਟੈਂਪਰੇਰੀ ਤੌਰ 'ਤੇ ਮਾੜਾ ਮੋਟਾ ਜੇ ਕੁਛ ਹੋ ਰਿਹਾ ਹੈਗਾ ਹੈ ਤਾਂ ਡੈਫੀਨੇਟਲੀ ਕੋਈ ਪ੍ਰੋਬਲਮ ਨਹੀਂ ਹੈ ਜਾਂ ਐਮਰਜੈਂਸੀ ਬੇਸ ਦੇ ਉੱਤੇ। ਪਰ ਰੈਗੂਲਰ ਬੇਸ ਦੇ ਉੱਤੇ ਦਵਾਈ ਦੀ ਕਿਸੇ ਵੀ ਬਾਡੀ ਨੂੰ ਜਿਹੜੀ ਜ਼ਰੂਰਤ ਨਹੀਂ ਹੁੰਦੀ। ਜੇ ਤੁਸੀਂ ਰੈਗੂਲਰ ਬੇਸ 'ਤੇ ਕੋਈ ਦਵਾਈ ਖਾ ਰਹੇ ਹੋ, ਦੈਟ ਮੀਨਸ ਕਿ ਤੁਸੀਂ ਉਹਦੇ ਸਿਰਫ ਸਿੰਪਟਮਸ ਨੂੰ ਠੀਕ ਕਰ ਰਹੇ ਹੈਗੇ ਹੋ, ਉਹਦੀ ਜਿਹੜੀ ਰੂਟ ਕਾਜ਼ ਹੈ ਉਹਦੇ ਵੱਲ ਤੁਹਾਡਾ ਕੋਈ ਧਿਆਨ ਨਹੀਂ ਹੈ ਜੀ। ਤੇ ਉਮਰ ਦੱਸੀ ਹੈ ਜੀ 71 ਈਅਰ ਦੇ ਸਾਡੇ ਨੌਜਵਾਨ ਮੇਲ ਨੇ ਤੇ ਕੰਨਾਂ ਦੇ ਵਿੱਚ ਛਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ, ਕਾਫੀ ਚਿਰ ਤੋਂ ਨੇ, ਦਾਰੂ ਦੂਰੂ ਪਾ ਚੁੱਕੇ, ਉਹਦੇ ਨਾਲ ਅਜੇ ਤੱਕ ਕੋਈ ਫਰਕ ਨਹੀਂ ਪਿਆ। ਦੇਖੋ, ਜਦੋਂ ਇਸ ਉਮਰ ਦੇ ਵਿੱਚ ਕੀ ਹੁੰਦਾ ਆ ਕਿ ਜਿਹੜੀ ਸਾਡੀ ਰੀੜ੍ਹ ਦੀ ਹੱਡੀ ਆ ਉਹ ਡੀਕੰਪਰੈਸ ਹੋਣੀ ਸ਼ੁਰੂ ਹੋ ਜਾਂਦੀ ਹੁੰਦੀ ਆ, ਕੰਪਰੈਸ ਹੋਣੀ ਸ਼ੁਰੂ ਹੋ ਜਾਂਦੀ ਹੁੰਦੀ ਆ। ਸੋ ਕੰਪਰੈਸ ਮਤਲਬ ਕਿ ਉਹ ਥੱਲੇ ਨੂੰ ਡਿੱਗ ਰਹੀ ਹੈਗੀ ਆ। ਸੋ ਉਹਦੇ ਨਾਲ ਕੀ ਹੁੰਦਾ ਆ, ਸਾਡਾ ਕੱਦ ਵੀ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਂਦਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਡੀਜਨਰੇਸ਼ਨ ਦਾ ਇੱਕ ਪਾਰਟ ਹੈ। ਮੈਂ ਭਾਈ ਥੋੜੀ ਰਿਕੁਐਸਟ ਕਰਦਾ ਆਪਣੇ ਵੀਰ ਨੂੰ, ਤਕਰੀਬਨ 1661 ਨੰਬਰ ਨੇ ਲਾਸਟ, ਤੇ ਪਲੀਜ਼ ਤੁਸੀਂ ਮੈਨੂੰ ਸੈੱਲ ਨੰਬਰ ਤੇ ਟੈਕਸਟ ਕਰ ਦਿਓ ਜੇਕਰ ਆਪਣਾ ਕੁਐਸਚਨ ਕਰਨਾ ਚਾਹੁੰਦੇ ਹੋ। ਇਨ ਬਿਟਵੀਨ ਆਪਾਂ ਕੁਐਸਚਨ ਨਹੀਂ ਲੈ ਸਕਦੇ, ਤੁਸੀਂ ਟੈਕਸਟ ਕਰ ਦਿਓ ਆਪਣਾ ਕੁਐਸਚਨ। 1661 ਸਾਡੇ ਬੜੇ ਵਧੀਆ ਤੇ ਸੱਜਣ ਨੇ, ਕਾਫੀ ਲੰਬੇ ਸਮੇਂ ਤੋਂ ਸੁਣਦੇ ਨੇ, ਰੂਬਲ ਸਾਹਿਬ ਦੇ ਵਧੀਆ ਫੈਨ ਨੇ, ਤੇ ਪਲੀਜ਼ ਤੁਸੀਂ ਟੈਕਸਟ ਕਰ ਦਿਓ ਜੇਕਰ ਕੋਈ ਕੁਐਸਚਨ ਕਰਨਾ ਚਾਹੁੰਦੇ ਜੀ। ਸੋ ਜਿਹੜੀ ਸਾਡੀ ਸੌਰੀ ਗੁਰਪਾਲ ਜੀ, ਦੁਆਰਾ ਮੇਰੇ ਸਕਿਪ ਹੋ ਗਿਆ ਮਾਈਂਡ। ਕੁਐਸਚਨ ਸੀਗਾ 71 ਈਅਰ ਹਾਂ, ਦੇ ਸੋ ਨੌਜਵਾਨ ਨੇ, ਜੀ ਕੰਨਾਂ ਵਿੱਚ ਛਾਂ ਦੀ ਆਵਾਜ਼। ਜਿਹੜੀ ਉਹ ਡੀਕੰਪਰੈਸ ਜਿਹੜੀ ਸਪਾਈਨਲ ਕੋਡ ਜਿਹੜੀ ਜਿੱਦਾਂ ਇੱਦਾਂ ਹੁੰਦੀ ਹੈ, ਥੱਲੇ ਨੂੰ ਆਉਂਦੀ ਹੈਗੀ ਆ, ਅਤੇ ਉਹਦੇ ਨਾਲ ਨਾੜਾਂ ਜਿਹੜੀਆਂ ਹੈਗੀਆਂ ਉਹ ਪਿੰਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਧੌਣ ਦੀਆਂ। ਧੌਣ ਦੇ ਵਿੱਚ ਫਿਰ ਜਿਹੜੀ ਆ ਉਹ ਮਣਕੇ, ਕਿਉਂਕਿ ਉਸ ਮਤਲਬ C1 ਤੋਂ ਸ਼ੁਰੂ ਹੁੰਦੇ ਜਿਹੜੇ ਕਿ ਉਹ ਬਿਲਕੁਲ ਸਾਡੀ ਧੌਣ ਦੇ ਅੰਦਰ ਹੁੰਦਾ ਹੈਗਾ ਮਣਕਾ ਸਭ ਤੋਂ ਪਹਿਲਾਂ।
ਸੋ ਉਹ ਜਦੋਂ ਰੀੜ੍ਹ ਦੀ ਹੱਡੀ ਥੱਲੇ ਨੂੰ ਆਉਂਦੀ ਹੈ ਤੇ ਉਹ ਸਾਡੀ ਧੌਣ ਜਿਹੜੀ ਆ ਉਹ ਉਹਦੇ 'ਚ ਸਟਿਫਨੈਸ ਆਉਣੀ ਸ਼ੁਰੂ ਹੋ ਜਾਂਦੀ। ਹੁਣ ਬਹੁਤ ਲੋਕਾਂ ਨੂੰ ਜਦੋਂ ਅਸੀਂ ਸਟਿਫਨੈਸ ਕਹਿੰਦੇ ਆ ਤਾਂ ਉਹ ਆਪਣੇ ਧੌਣ ਨੂੰ ਘੁਮਾਉਂਦੇ ਆ ਮੋਢਿਆਂ ਵੱਲ ਨੂੰ। ਜਦੋਂ ਮੋਢਿਆਂ ਵੱਲ ਨੂੰ ਤੁਸੀਂ ਸੱਜੇ ਜਾਂ ਖੱਬੇ ਨੂੰ ਘੁਮਾਓਗੇ ਉਹ ਸਾਰਿਆਂ ਦੀ ਠੀਕ ਰਹਿੰਦੀ ਹੈ। ਉਹ ਮੋਸਟਲੀ ਜਿਹੜੀ ਉਹ ਰੇਂਜ ਜਿਹੜੀ ਉਹਨੂੰ ਸਾਈਡ ਰੋਟੇਸ਼ਨ ਅਸੀਂ ਕਹਿੰਦੇ ਉਹਨੂੰ ਸਾਈਡ ਰੋਟੇਸ਼ਨ ਹਮੇਸ਼ਾ ਠੀਕ ਹੀ ਰਹਿੰਦੀ ਹੁੰਦੀ ਸਾਰਿਆਂ ਦੀ। ਪ੍ਰੋਬਲਮ ਆਉਂਦੀ ਹੈਗੀ ਹੈ ਸਾਈਡ ਫਲੈਕਸ਼ਨ ਦੀ, ਮਤਲਬ ਕਿ ਤੁਸੀਂ ਸਿੱਧੇ ਦੇਖ ਕੇ ਆਪਣੇ ਕੰਨ ਨੂੰ ਮੋਢੇ ਵੱਲ ਨੂੰ ਲੈ ਕੇ ਆਉਣਾ। ਸੋ ਜਦੋਂ ਕੰਨ ਨੂੰ ਮੋਢਿਆਂ ਨੂੰ ਲੈ ਕੇ ਜਾਓਗੇ ਉੱਥੇ ਐਕਚੁਅਲੀ ਜਿਹੜੀ ਹੈ ਜਾ ਕੇ ਪ੍ਰੋਬਲਮ ਆਉਂਦੀ ਹੁੰਦੀ ਹੈਗੀ ਹੈ। ਜਦੋਂ ਉਹ ਹੁੰਦੀ ਹੈ ਨਹੀਂ ਹੈਗੀ, ਜੋ ਧੌਣ ਜਾਮ ਹੋ ਗਈ, ਜਦ ਤੁਸੀਂ ਛੱਤ ਵੱਲ ਨੂੰ ਦੇਖ ਰਹੇ ਹੋ ਤੇ ਛੱਤ ਵੱਲ ਨੂੰ ਪੂਰਾ ਤੁਸੀਂ ਦੇਖ ਨਹੀਂ ਰਹੇ, ਤੁਹਾਡੇ ਮੋਢੇ ਜਿਹੜੀ ਧੌਣ ਹੈ ਉਹ ਮੋਢਿਆਂ ਦੇ ਉੱਤੇ ਡਿੱਗਣੀ ਚਾਹੀਦੀ ਹੁੰਦੀ। ਸੋ ਤੇ ਜੇ ਉਹ ਡਿੱਗ ਨਹੀਂ ਰਹੀ ਹੈਗੀ, ਸੋ ਉਹਦਾ ਮਤਲਬ ਇਹ ਹੁੰਦਾ ਆ ਕਿ ਉਹ ਤੁਹਾਡੀ ਰੀੜ੍ਹ ਦੀ ਹੱਡੀ ਜਿਹੜੀ ਆ ਉਹ ਕਲੈਪਸ ਥੱਲੇ ਨੂੰ ਜਿਹੜੀ ਆ ਉਹ ਆਉਣੀ ਸ਼ੁਰੂ ਹੋ ਗਈ ਹੈ, ਡੀਜਨਰੇਸ਼ਨ ਸ਼ੁਰੂ ਹੋ ਚੁੱਕੀ ਹੈ। ਔਰ ਇਹ ਜਿਹੜਾ ਕੰਨਾਂ ਦੇ ਵਿੱਚ ਜਿਹੜੀ ਆ ਆਵਾਜ਼ ਆਉਂਦੀ ਹੈਗੀ ਆ, ਇਹ ਵੀ ਇਹਦਾ ਹੀ ਇੱਕ ਨਤੀਜਾ ਹੁੰਦਾ ਹੈਗਾ ਆ। ਇਹ ਅਨਫੋਰਚੂਨੇਟਲੀ ਅੱਗੇ ਅੱਗੇ ਜਾ ਕੇ ਵੱਧਦੀ ਹੁੰਦੀ ਆ ਆਵਾਜ਼ ਜਿੱਦਾਂ ਜਿੱਦਾਂ ਹੋਣੀ ਆ। ਸੋ ਇਹਦੇ ਵਿੱਚ ਇੱਕ ਐਕਚੁਅਲੀ ਕੰਨਾਂ ਦੀ ਪ੍ਰੋਬਲਮ ਨਹੀਂ ਹੁੰਦੀ ਹੈਗੀ ਬਿਕਾਜ਼ ਰੂਬਲ ਸਾਹਿਬ ਇਹ ਤਾਂ ਨਹੀਂ ਕਿਤੇ, ਸੌਰੀ ਇਹਨੂੰ ਲਾਈਟ ਵਿੱਚ ਹੀ ਲੈਣਾ ਸਾਰਿਆਂ ਨੇ, ਇਹ ਤਾਂ ਨਹੀਂ ਕਿ ਜਿਹੜੀ ਕੰਨਾਂ ਵਿੱਚ ਛਾਂ ਦੀ ਆਵਾਜ਼ ਆਉਂਦੀ ਤੁਸੀਂ ਕਹਿੰਦੇ ਗਾਹ ਨੂੰ ਅੱਗੇ ਜਾ ਕੇ ਵਧਣਾ, ਕਿ ਹੌਲੀ ਹੌਲੀ ਆਵਾਜ਼ ਰੱਬ ਦੀ ਆਵਾਜ਼ ਬਣ ਜਾਂਦੀ ਵੀ ਆਵਾਜ਼ਾਂ ਮੰਨ ਲਾ ਪੈਂਦੇ ਵੀ ਆ ਜਾ ਵਾਪਸ ਆਉਣ। ਨਹੀਂ ਲਾਈਟ ਵਿੱਚ ਉਹ ਤਾਂ ਵੈਸੇ ਕਿਸੇ ਵੇਲੇ ਆਵਾਜ਼ ਮਾਰ ਸਕਦਾ, ਉਹ ਤੇ ਜੀ ਅਸੀਂ ਜੋ ਵੀ ਹੈ, ਮੈਂ ਕਿਹਾ ਲੱਗਦਾ ਤਾਂ ਨਹੀਂ ਵੀ ਉਹਦੇ ਕਰਕੇ ਵੀ ਆਵਾਜ਼ਾਂ ਮਾਰਦਾ ਹੌਲੀ ਹੌਲੀ ਵੀ ਕਾਇਮ ਹੋ ਜਾ ਵੀ ਮੇਰੀ ਆਵਾਜ਼ ਥੋੜੀ ਜਿਹੀ ਤਿੱਖੀ ਵੀ ਹੋ ਸਕਦੀ ਤੇ ਦੇਖੋ ਅੰਤ ਦੇ ਵਿੱਚ ਤਾਂ ਅਸੀਂ ਉਸੇ ਘਰ 'ਚ ਹੀ ਜਾਣਾ ਸਾਰਿਆਂ ਨੇ ਜੀ। ਸੋ ਕਦੀ ਕਿਸੇ ਦੀ ਵਾਰੀ ਕਦੀ ਕਿਸੇ ਦੀ ਵਾਰੀ। ਸੋ ਮਤਲਬ ਇਹ ਜਿਹੜੀ ਚੀਜ਼ ਹੈਗੀ ਆ ਯੂਜਲੀ ਇਹਦਾ ਕੰਨਾਂ ਦੇ ਨਾਲ ਐਕਚੁਅਲੀ ਲੈਣਾ ਦੇਣਾ ਨਹੀਂ ਹੁੰਦਾ। ਇਸੇ ਕਰਕੇ ਉਹ ਜਦੋਂ ਤੁਸੀਂ ENT ਸਪੈਸ਼ਲਿਸਟ ਕੋਲ ਜਾਂਦੇ ਹੋ, ਕੰਨਾਂ ਦੇ ਵਾਲੇ ਕੋਲ ਜਾਂਦੇ ਹੋ, ਉਹਨਾਂ ਨੇ ਸਾਰੀ ਆਪਣੀ ਚੈੱਕਅਪ ਕਰਕੇ ਕਹਿ ਦੇਣਾ ਭਾਈ ਤੁਹਾਡੇ ਕੰਨ ਤਾਂ ਠੀਕ ਹੈ, ਸਾਨੂੰ ਨਹੀਂ ਪਤਾ। ਸੋ ਐਕਚੁਅਲੀ ਪ੍ਰੋਬਲਮ ਇਹ ਹੁੰਦੀ ਹੈਗੀ ਹੈ ਕਿ ਉਹ ਫਿਰ ਜਦੋਂ ਕਿਉਂਕਿ ਸਾਡਾ ਸਿਰ ਦੇ ਅੰਦਰ ਨਾੜਾਂ ਦੇ ਵਿੱਚ ਖੂਨ ਹੈ ਅਤੇ ਜਦੋਂ ਉਹ ਖੂਨ ਦੀ ਸਪਲਾਈ ਰੁਕਣੀ ਹੈ, ਰਿਸਟ੍ਰਿਕਟ ਹੋਣੀ ਹੈ, ਜਿੱਦਾਂ ਜਿੱਦਾਂ ਰੇਂਜ ਆਫ ਮੋਸ਼ਨ ਰਿਸਟ੍ਰਿਕਟ ਹੋਣੀ ਹੈ, ਉੱਦਾਂ ਫਿਰ ਉਹ ਆਵਾਜ਼ ਜਿਹੜੀ ਉਹ ਜ਼ਿਆਦਾ ਆਏਗੀ। ਇਟਸ ਜਸਟ ਲਾਈਕ ਕਿ ਜੇ ਨੋਰਮਲ ਪਾਣੀ ਦਾ ਪਾਈਪ ਹੈ, ਅੱਗੋਂ ਖੁੱਲ੍ਹਾ ਹੈਗਾ ਠੀਕ ਹੈ, ਅਤੇ ਉਹ ਜਦੋਂ ਤੁਸੀਂ ਉਹਨੂੰ ਚਲਾਓਗੇ ਪਾਣੀ ਤਾਂ ਉਹਦੀ ਆਵਾਜ਼ ਘੱਟ ਆਏਗੀ। ਪਰ ਜਦੋਂ ਤੁਸੀਂ ਉਹਦੇ ਅੱਗੇ ਅੰਗੂਠਾ ਰੱਖ ਲਿਆ ਅਤੇ ਉਹ ਪਾਣੀ ਦਾ ਪ੍ਰੈਸ਼ਰ ਵੀ ਤੇਜ਼ ਹੋ ਜਾਣਾ ਅਤੇ ਉਹਦੀ ਆਵਾਜ਼ ਵੀ ਤੇਜ਼ ਹੋ ਜਾਣੀ। ਇਸੇ ਤਰੀਕੇ ਦੇ ਨਾਲ ਹੀ ਇਹ ਜਿਹੜੀ ਸਾਡੀ ਬੋਡੀ ਦੇ ਅੰਦਰ ਜਿਹੜੀ ਬ੍ਰੇਨ ਦੇ ਅੰਦਰ ਜਿਹੜੀਆਂ ਨਾੜੀਆਂ ਵਰਕ ਕਰਦੀਆਂ, ਅਤੇ ਜਦੋਂ ਰਿਸਟ੍ਰਿਕਟ ਹੋ ਗਈ ਬਲੱਡ ਦੀ ਸਪਲਾਈ ਅਤੇ ਉਹਦੇ ਨਾਲ ਫਿਰ ਉਹ ਛਾਂ ਦੀ ਆਵਾਜ਼ ਜਿਹੜੀ ਹੈ ਉਹ ਸਾਡੀ ਆਪਣੇ ਐਕਚੁਅਲੀ ਬਲੱਡ ਦੀ ਸਪਲਾਈ ਜਿਹੜੀ ਆਵਾਜ਼ ਹੁੰਦੀ ਹੈ ਜਿਹੜੀ ਕਿ ਸਾਨੂੰ ਸੁਣ ਰਹੀ ਹੁੰਦੀ ਹੈਗੀ ਅੰਦਰੋਂ ਅੰਦਰ ਹੀ। ਸੋ ਉਹਦੇ ਕਰਕੇ ਛਾਂ ਦੀ ਆਵਾਜ਼ ਜਾਂ ਕਈ ਟੀਂ ਦੀ ਆਵਾਜ਼ ਕਹਿੰਦੇ ਆ, ਕਿਸੇ ਨੂੰ ਕਿਸੇ ਤਰੀਕੇ ਦੀ ਸੁਣਦੀ, ਕਿਸੇ ਨੂੰ ਕਿਸੇ ਦੀ। ਸੋ ਉਹਦੇ ਵਾਸਤੇ ਜਿਹੜਾ ਬੈਸਟ ਸੋਲਿਊਸ਼ਨ ਹੈ ਉਹ ਹੁੰਦਾ ਹੈਗਾ ਆ ਗੁਰਪਾਲ ਜੀ ਪੰਪ ਕਾਲਰ। ਇੱਕ ਕਾਲਰ ਹੁੰਦਾ ਆ ਜਿਹੜਾ ਕਿ ਜਿਹ 'ਚ ਹਵਾ ਭਰੀ ਜਾਂਦੀ ਹੈ। ਇੱਕ ਨੋਰਮਲ ਕਾਲਰ ਹੁੰਦਾ ਜਿਹੜਾ ਇੰਡੀਆ 'ਚ ਆਪਣਾ ਲਗਾਉਂਦੇ ਰਹੇ ਹਾਂ ਅਸੀਂ, ਚੇਪੀ ਵਾਲਾ, ਉਹਦੀ ਗੱਲ ਨਹੀਂ ਆਪਾਂ ਕਰਦੇ, ਉਹ ਸਟੇਸ਼ਨਰੀ ਕਾਲਰ ਹੁੰਦਾ, ਉਹ ਇੱਕੋ ਜਗ੍ਹਾ 'ਤੇ ਰਹਿੰਦਾ। ਜਿਹੜਾ ਪੰਪ ਕਾਲਰ ਹੁੰਦਾ ਇੱਕ ਜਗ੍ਹਾ 'ਤੇ ਨਹੀਂ ਰਹਿੰਦਾ, ਇਹ ਐਕਚੁਅਲੀ ਤੁਹਾਡੀ ਧੌਣ ਨੂੰ ਉੱਤੇ ਨੂੰ ਖਿੱਚਦਾ। ਤਾਂ ਉਹਦੇ ਨਾਲ ਫਿਰ ਕੀ ਹੁੰਦਾ ਹੈਗਾ ਕਿ ਉਹ ਫਿਰ ਤੁਹਾਡੀ ਜੈਂਟਲੀ ਧੌਣ ਜਦੋਂ ਉੱਤੇ ਨੂੰ ਖਿੱਚ ਹੁੰਦੀ ਹੈ ਅਤੇ ਉਹ ਤੁਹਾਨੂੰ ਇੱਕ ਟਰੈਕਸ਼ਨ ਮਿਲਦੀ ਹੈ। ਉਹ ਟਰੈਕਸ਼ਨ ਦੇ ਨਾਲ ਹੌਲੀ ਹੌਲੀ ਤੁਹਾਡੇ ਜਿਹੜੇ ਮਣਕੇ ਆ ਉਹ ਖੁੱਲ੍ਹਦੇ ਆ, ਉਹਦੇ ਨਾਲ ਤੁਹਾਡਾ ਪ੍ਰੈਸ਼ਰ ਰਿਲੀਜ਼ ਹੁੰਦਾ। ਹੌਲੀ ਹੌਲੀ ਜਿਹੜੇ ਆ ਤੁਸੀਂ ਨੋਟ ਕਰੋਗੇ ਕਿ ਕੰਨਾਂ ਦੀ ਆਵਾਜ਼ ਜਿਹੜੀ ਹੈਗੀ ਆ ਉਹ ਵੀ ਹੌਲੀ ਹੌਲੀ ਖਤਮ ਹੋਣੀ ਸ਼ੁਰੂ ਹੋ ਜਾਏਗੀ। ਸੋ ਇਹਦੇ ਵਿੱਚ ਇੰਨਾ ਜ਼ਿਆਦਾ ਹੋਰ ਕੁਛ ਨਹੀਂ ਕੀਤਾ ਜਾ ਸਕਦਾ ਹੁੰਦਾ। ਸਿੰਪਲ ਕਾਲਰ ਦੇ ਨਾਲ ਜਿਹੜਾ ਉਹ ਧੌਣ ਨੂੰ ਖਿੱਚੋ। ਐਂਡ ਜੇ ਤੁਸੀਂ ਇੱਥੇ ਲੋਕਲ ਹੈਗੇ ਹੋ, ਤੁਸੀਂ ਸਾਡੇ ਕੋਲੋਂ ਇੱਥੇ ਉਹਨੂੰ ਲੈ ਸਕਦੇ ਹੈਗੇ ਹੋ, ਜਾਂ ਔਨਲਾਈਨ ਵੀ ਸ਼ਾਪਰਸ ਡਰੱਗ ਮਾਰਟ ਜਾਂ ਹੋਰ ਕਿਸੇ ਸਟੋਰ ਦੇ ਉੱਤੇ ਵੀ ਤੁਸੀਂ ਕਾਲਰ ਜਿਹੜਾ ਉਹ ਲੈ ਸਕਦੇ ਹੈਗੇ ਹੋ। ਔਰ ਉਹਦੇ ਨਾਲ ਲੰਮੇ ਪੈ ਕੇ ਉਹਨੂੰ ਲਾਉਣਾ ਹੁੰਦਾ। ਐਕਚੁਅਲੀ ਬਹੁਤੇ ਲੋਕ ਜਿਹੜੇ ਉਹਨੂੰ ਲਾ ਕੇ ਤਾਂ ਜਿੱਦਾਂ ਆਪਾਂ ਇੰਡੀਆ ਵਾਂਗੂ ਕਾਲਰ ਲਾਏ ਹੁੰਦੇ ਧੌਣ 'ਤੇ ਅਤੇ ਰੋਟੀ ਵੀ ਖਾਈ ਜਾਂਦੇ ਆ, ਸਾਰਾ ਕੁਛ ਹੀ ਕਰੀ ਜਾਂਦੇ, ਤੁਰੇ ਫਿਰਦੇ ਵੀ ਰਹਿੰਦੇ ਆ। ਪਰ ਇਸ ਕਾਲਰ ਨੂੰ ਐਕਚੁਅਲੀ ਤੁਸੀਂ ਇੱਦਾਂ ਨਹੀਂ ਕਰਨਾ ਹੁੰਦਾ, ਤੁਸੀਂ ਲੰਮੇ ਪੈ ਕੇ ਲਾਉਣਾ ਹੁੰਦਾ। ਸੋ ਲੰਮੇ ਪੈ ਕੇ ਲਾਓ, ਉਹ ਤੁਹਾਡਾ ਧੌਣ ਦਾ ਭਾਰ ਜਿਹੜਾ ਨਿਊਟਰਲ ਹੋਏਗਾ, ਉਹਦੇ ਨਾਲ ਖਿੱਚ ਸਗੋਂ ਹੋਰ ਜ਼ਿਆਦਾ ਪਏਗੀ, ਤੁਸੀਂ ਜਲਦੀ ਜਿਹੜਾ ਉਹ ਠੀਕ ਹੋਵੋਗੇ। 905 874 3333 ਆਵਾਜ਼ਾਂ ਮਾਰੀਆਂ ਬੁਲਾਇਆ, ਕਈ ਵਾਰ ਨਾ ਕਿਸੇ ਨੇ ਮੇਰੀ ਗੱਲ ਨਾ ਸੁਣੀ, ਜਿਸ ਚੀਜ਼ ਨਾਲ ਗੀਤ ਵੀ ਹੈਗਾ ਤੋ ਰੱਬ ਨੂੰ, ਪਰ ਇਦਾਂ ਦਾ ਰੱਬ ਮੌਕਾ ਨਹੀਂ ਇਦਾਂ ਦਾ ਦਿੰਦਾ। ਆਵਾਜ਼ ਉਹ ਇੱਕੋ ਵਾਰੀ ਮਾਰਨੀ ਤੇ ਆਵਾਜ਼ ਜਦੋਂ ਮਾਰਨੀ ਤਾਂ ਉਸ ਵੇਲੇ ਲੈ ਜਾਣਾ। ਤੇ ਅਗਲੀ ਗੱਲ ਵੀ ਜਿਹੜੀ ਹੈਗੀ ਆ ਆਪਣੀ 77 ਦੇ ਸਾਡੇ ਨੌਜਵਾਨ ਨੇ, ਉਹਨਾਂ ਦਾ ਵੀ ਕੁਐਸਚਨ ਹੈਗਾ, ਤੇ ਕੁਐਸਚਨ ਉਹਨਾਂ ਦਾ ਇਹ ਹੈਗੇ ਕਿ ਆਈ ਹੈਵ ਈਚਿੰਗ ਇਨ ਦੀ ਸੈਂਟਰ ਆਫ ਦੀ ਚੈਸਟ
and sometime pain on right side of the chest. My age is 77-year-old. I don't have constipation. And second question is, I have got a go for urination washroom night time five times any uh, 5 times all time two every 2 hours. ਦੇਖੋ ਇਹ ਜਿਹੜੀ ਪ੍ਰੋਬਲਮ ਹੁੰਦੀ ਹੈਗੀ ਆ ਇਹੋ ਪ੍ਰੋਸਟੇਟ ਜਾਂ ਗਦੂਦਾਂ ਦੀ ਪ੍ਰੋਬਲਮ ਦੇ ਬਾਰੇ ਇਹ ਦੱਸ ਰਹੇ ਹੈਗੇ ਆ ਕਿਉਂਕਿ ਉਹਨਾਂ ਦੀ 77 ਉਮਰ ਹੈਗੀ ਆ। ਇਸ ਉਮਰ ਦੇ ਵਿੱਚ ਜਿਹੜੀ ਆ ਗਦੂਦਾਂ ਵੱਧ ਜਾਂਦੀਆਂ ਹੈ। ਉਹ ਵਧਣ ਦੀ ਵਜ੍ਹਾ ਦੇ ਕਰਕੇ ਸਾਡੀ ਜਿਹੜੀ ਯੂਰੀਨਰੀ ਬਲੈਡਰ ਹੈ ਉਹਦੇ ਉੱਤੇ ਪ੍ਰੈਸ਼ਰ ਪੈਂਦਾ। ਉਹ ਪ੍ਰੈਸ਼ਰ ਪੈਣ ਕੇ ਉਹ ਫਿਰ ਕਈ ਵਾਰੀ ਕਈਆਂ ਨੂੰ ਬਾਰ-ਬਾਰ ਪਿਸ਼ਾਬ ਆਉਂਦਾ, ਕਈਆਂ ਨੂੰ ਲੱਗ ਕੇ ਪਿਸ਼ਾਬ ਆਉਂਦਾ, ਕਈਆਂ ਨੂੰ ਮਤਲਬ ਹਰ ਇੱਕ ਦੀ ਵੱਖਰੀ ਸਿਚੁਏਸ਼ਨ, ਕਈਆਂ ਨੂੰ UTI ਵੀ ਹੋ ਜਾਂਦੀ ਹੈ, ਯੂਰੀਨਰੀ ਟਰੈਕ ਇਨਫੈਕਸ਼ਨ, ਇਸੀ ਵਜ੍ਹਾ ਦੇ ਕਰਕੇ। ਜਾਂ ਪਿਸ਼ਾਬ ਜਿਹੜਾ ਆ ਉਹ ਕਈ ਵਾਰੀ ਅੰਦਰ ਹੀ ਜ਼ਿਆਦਾ ਰਹਿ ਜਾਂਦਾ ਹੈ, ਉਹਦੇ ਕਰਕੇ ਫਿਰ ਉਹ ਈਵਨ ਕਿ ਬਲੈਡਰ ਦੇ ਅੰਦਰ ਵੀ ਇਨਫੈਕਸ਼ਨ ਹੋ ਸਕਦੀ ਹੈਗੀ ਹੈ। ਐਂਡ ਉਹ ਇਨਫੈਕਸ਼ਨ ਕਈ ਵਾਰੀ ਅੱਗੇ ਜਾ ਕੇ ਬੈਕ ਟੂ ਕਿਡਨੀਜ਼ ਦੇ ਵਿੱਚ ਇਨਫੈਕਸ਼ਨ ਕਰ ਸਕਦੀ ਹੈਗੀ ਹੈ। ਸੋ ਇੰਪੋਰਟੈਂਟ ਹੈਗਾ ਕਿ ਉਹ ਪਿਸ਼ਾਬ ਉਹਨਾਂ ਨੂੰ ਕਰਨਾ ਹੀ ਪੈਣਾ ਜਿੱਦਾਂ ਉਹ ਕਰ ਰਹੇ ਹੈਗੇ ਹੈ ਨਾ। ਪਰ ਇਹਦੇ ਵਾਸਤੇ ਇਹ ਹੁੰਦਾ ਹੈ ਕਿ ਜਿਹੜੇ ਸਾਡਾ ਆਯੁਰਵੈਦ ਦੇ ਵਿੱਚ ਦੋ ਚੀਜ਼ਾਂ ਇਹਦੇ ਵਾਸਤੇ ਦਿੱਤੀਆਂ ਜਾਂਦੀਆਂ ਹੁੰਦੀਆਂ, ਭਖੜਾ ਗੋਖਰੂ ਜਿਹਨੂੰ ਕਹਿੰਦੇ, ਅਤੇ ਪੁਨਰਵਾ ਇਟਸਿਟ ਬੂਟੀ। ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ ਵਾਸਤੇ ਵਧੀਆ ਵਰਕ ਕਰਦੀਆਂ ਹੁੰਦੀਆਂ ਹੈਗੀਆਂ। ਪਰ ਜੇ ਇਹਨਾਂ ਨੂੰ ਪਿਸ਼ਾਬ ਜ਼ਿਆਦਾ ਆ ਰਿਹਾ ਤਾਂ ਦੈਨ ਆਈ ਥਿੰਕ ਮੈਂ ਇੱਕ ਵਾਰੀ ਪਹਿਲਾਂ ਵੀ ਦੱਸਿਆ ਸੀਗਾ ਕਿ ਇਸ ਕੇਸ ਦੇ ਵਿੱਚ ਜੇ ਤੁਸੀਂ ਸੌਣ ਤੋਂ ਘੱਟ 6 ਘੰਟੇ ਪਹਿਲਾਂ ਤੁਸੀਂ ਕੋਈ ਵੀ ਪਾਣੀ ਵਾਲੀ ਚੀਜ਼ ਜਿਹੜੀ ਉਹ ਨਾ ਲਿਆ ਕਰੋ, ਚਾਹੇ ਉਹ ਚਾਹ ਆ ਚਾਹੇ ਉਹ ਪਾਣੀ ਆ। ਜੇ ਪਾਣੀ ਪੀਣਾ ਵੀ ਮਾੜਾ ਮਾੜਾ ਘੁੱਟ, ਇੱਕ ਅੱਧਾ ਘੁੱਟ ਭਰ ਲਓ, ਪਰ ਉਹਨੂੰ ਗਲਾਸਾਂ ਵਾਂਗੂ ਨਹੀਂ ਪੀਣਾ। ਮੋਸਟਲੀ ਲੋਕ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੁੰਦੀ ਉਹ ਪਾਣੀ ਅਨਨੈਸੇਸਰੀ ਜ਼ਿਆਦਾ ਪੀ ਰਹੇ ਹੁੰਦੇ ਹੈਗੇ ਆ, ਲੋੜ ਵੀ ਨਹੀਂ ਹੁੰਦੀ। ਸੋ ਉਹ 6 ਘੰਟੇ ਜਿਹੜਾ ਹੈਗਾ ਉਹ ਤੁਸੀਂ ਸੌਣ ਤੋਂ ਪਹਿਲਾਂ ਉਹਨੂੰ ਬੰਦ ਕਰ ਦਿਓ। ਔਰ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਗੋਖਰੂ ਅਤੇ ਆਪਣੀ ਪੁਨਰਵਾ ਇਟਸਿਟ ਜਿਹੜੀ ਹੈਗੀ ਹੈ ਉਹਨੂੰ ਨਾਲ ਦੀ ਨਾਲ ਜਿਹੜੀ ਉਹਨੂੰ ਇਸਤੇਮਾਲ ਕਰੋ। ਇਹਦਾ ਕੁਇੱਕ ਸਲਿਊਸ਼ਨ ਨਹੀਂ ਹੁੰਦਾ ਪ੍ਰੋਸਟੇਟ ਦਾ, ਇਹਨੂੰ ਟਾਈਮ ਲੱਗ ਜਾਂਦਾ ਹੁੰਦਾ। ਐਂਡ ਜੇ 'ਚ ਇਨਫੈਕਸ਼ਨ ਆ ਰਹੀ ਹੈਗੀ ਫਿਰ ਇਨਫੈਕਸ਼ਨ ਦੇ ਨਾਲ ਉਹ ਗਲੋਏ ਨਾਲ ਐਡ ਕੀਤੀ ਜਾ ਸਕਦੀ ਹੈਗੀ ਹੈ ਜੇ ਇਨਫੈਕਸ਼ਨ। ਸੋ ਪਰ ਇਹ ਹੈ ਕਿ ਇਹਨੂੰ ਟਾਈਮ ਲੱਗਦਾ ਹੁੰਦਾ, ਕੁਝ ਰਿਮੈਂਬਰ ਜਿੱਦਾਂ ਜਿੱਦਾਂ ਬਾਡੀ ਦੀ ਉਮਰ ਵਧਣੀ ਹੈ ਤਿਵੇਂ ਤਿਵੇਂ ਬਾਡੀ ਦੀ ਜਿਹੜੀ ਹੀਲਿੰਗ ਕਪੈਸਿਟੀ ਉਹ ਘੱਟ ਜਾਂਦੀ ਹੈ। ਪਹਿਲਾਂ ਇਹਨਾਂ ਨੇ ਫਿਰ ਪੁੱਛਿਆ ਸੀਗਾ ਕਿ ਉਹ ਆਪਣੀ ਉਹ ਚੈਸਟ ਦੇ ਵਿੱਚ ਇਹਨਾਂ ਦੇ ਕੋਈ ਖਾਰਿਸ਼ ਹੁੰਦੀ ਹੈਗੀ ਆ, ਮੇਰੇ ਕੌਨਸਟੀਪੇਸ਼ਨ ਨਹੀਂ ਹੈ। ਸੋ ਉਸ ਚੀਜ਼ ਨੂੰ ਅਸੀਂ ਮੈਂ ਆਨਸਰ ਕਰ ਨਹੀਂ ਸਕਦਾ ਕਿਉਂਕਿ ਉਹਦੇ ਵਾਸਤੇ ਫਿਜ਼ੀਕਲੀ ਦੇਖਣ ਦੀ ਜ਼ਰੂਰਤ ਹੈ ਕਿ ਉਹ ਖਾਰਿਸ਼ ਕਿਸ ਤਰੀਕੇ ਦੀ ਹੈ। ਮੇ ਬੀ ਉਹ ਖਾਰਿਸ਼ ਨਾ ਹੋਵੇ, ਮੇ ਬੀ ਉਹ ਕੋਈ ਹੋਰ ਸਕਿਨ ਦੀ ਕੰਡੀਸ਼ਨ ਹੋਵੇ ਜਿੱਦਾਂ ਸਰਾਈਸਿਸ ਹੈ ਜਾਂ ਐਗਜ਼ੀਮਾ ਹੈਗਾ ਜਾਂ ਕੀਲੋਇਡ ਹੈ। ਸੋ ਉਹ ਦੇਖ ਕੇ ਐਕਚੁਅਲੀ ਸਹੀ ਪਤਾ ਲੱਗਦਾ ਕਿ ਉਹ ਕੀ ਪ੍ਰੋਬਲਮ ਹੈਗੀ ਹੈ। ਜਾਂ ਮੈਨੂੰ ਫੋਨ ਕਰ ਲੈਣ ਕੰਮ ਤੋਂ ਇਸ ਤੋਂ ਬਾਅਦ ਸ਼ੋਅ ਤੋਂ ਬਾਅਦ 905 874 3333 'ਤੇ, ਜਾਂ ਤੁਸੀਂ ਸਾਨੂੰ ਫੋਟੋਆਂ ਭੇਜ ਸਕਦੇ ਹੈਗੇ ਹੋ ਉਸ ਖਾਰਿਸ਼ ਦੀ ਜਾਂ ਜਿੱਥੇ ਵੀ ਤੁਹਾਡੀ ਹੈਗੀ ਹੈ। vaidrubal.canada@gmail.com ਵੈਦ VAID.rubal RUBAL.canada@gmail.com। ਸੋ ਇਸ ਈਮੇਲ ਦੇ ਉੱਤੇ ਵੀ ਤੁਸੀਂ ਸਾਨੂੰ ਪਿਕਚਰਸ ਭੇਜ ਸਕਦੇ ਹੈਗੇ ਹੋ ਔਰ ਇਹ ਪਿਕਚਰਸ ਦੇਖ ਕੇ ਆਪਾਂ ਦੱਸ ਸਕਦੇ ਹਾਂ ਕਿ ਇਹਦਾ ਹੋਰ ਕੀ ਕੀਤਾ ਜਾ ਸਕਦਾ। 905 874 3333 905 874 3333। ਕਈ ਵਾਰੀ ਜਿਸ ਤਰੀਕੇ ਨਾਲ ਤੁਸੀਂ ਐਕਸਪਲੇਨ ਕਰਦੇ ਹੋ ਫੋਨ ਦੇ ਜ਼ਰੀਏ ਤਾਂ ਉਸ ਵੇਲੇ ਗੱਲਬਾਤ ਨਹੀਂ ਬਣਦੀ, ਕਈ ਵਾਰੀ ਪਰਸਨਲੀ ਉੱਥੇ ਜਾ ਕੇ ਮਿਲਣਾ ਪੈਂਦਾ। ਡੈਫੀਨੇਟਲੀ ਉੱਥੇ ਤੁਹਾਡਾ ਟ੍ਰੀਟਮੈਂਟ ਹੋਵੇਗਾ, ਸਹੀ ਪਤਾ ਲੱਗੇਗਾ, ਤੁਸੀਂ ਵਧੀਆ ਤਰੀਕੇ ਨਾਲ ਗੱਲਬਾਤ ਕਰ ਸਕਦੇ ਹੋ, ਪ੍ਰਾਈਵੇਸੀ ਤੌਰ 'ਤੇ ਗੱਲਬਾਤ ਕਰ ਸਕਦੇ ਹੋ ਅਤੇ ਰੂਬਲ ਸਾਹਿਬ ਸਹੀ ਤਰੀਕੇ ਦਾ ਟ੍ਰੀਟਮੈਂਟ ਤੁਹਾਨੂੰ ਕਰਕੇ ਦੇਣਗੇ। ਕਿਉਂਕਿ ਜੜੀ ਬੂਟੀਆਂ ਹੈ ਹੀ ਐਸੀ ਚੀਜ਼ ਜਿਹੜੀਆਂ ਤੁਹਾਡੀ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰ ਦਿੰਦੀਆਂ ਨੇ। 905 874 3333 905 874 3333 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਦੱਸਦੇ ਕਿ ਪ੍ਰੋਗਰਾਮ ਦਾ ਹਿੱਸਾ ਜਿਮੀ ਝਾਂਡੀ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ। 416 903 0234 ਘਰ ਦੀ ਇੰਸ਼ੋਰੈਂਸ, ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਹੋਵੇ ਤੇ ਜਾਂ ਫਿਰ ਮੋਟਰਸਾਈਕਲ ਦੀ ਇੰਸ਼ੋਰੈਂਸ ਕਰਾਉਣੀ ਹੋਵੇ, ਇੱਥੇ ਦੇ ਪੜ੍ਹੇ ਲਿਖੇ ਨੌਜਵਾਨ ਨੇ ਵਧੀਆ ਤਰੀਕੇ ਨਾਲ ਤੁਹਾਨੂੰ ਗਾਈਡ ਕਰਨਗੇ। 416 903 0234 ਤੇ ਜਿਮੀ ਝਾਂਡੀ ਨਾਲ ਗੱਲਬਾਤ ਕਰ ਸਕਦੇ। ਮਨਿੰਦਰ ਸਿੰਘ ਮਾਨ ਪੈਸੇ ਧੇਲੇ ਦੀ ਬਚਤ ਕਿਵੇਂ ਕੀਤੀ ਹੈ, ਕਿਵੇਂ ਉਸਨੂੰ ਸੇਵ ਕਰਨਾ ਹੈ ਜਾਂ ਕਿਵੇਂ ਸੇਵਿੰਗ ਕੀਤੀ ਤਾਂ ਸਹੀ ਥਾਂ ਤੇ ਇਨਵੈਸਟ ਕਿਵੇਂ ਕਰਨੀ ਹੈ, ਤੇ 905 696 7764 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਮਨਜੀਤ ਕੌਰ ਚੀਮਾ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਨੇ। ਪ੍ਰਾਪਰਟੀ ਕੋਈ ਵੇਚਣੀ ਹੋਵੇ, ਖਰੀਦਣੀ ਹੋਵੇ, ਸਲਾਹ ਮਸ਼ਵਰਾ ਲੈਣਾ ਹੋਵੇ
ਜਾਂ ਇਹਨਾਂ ਵੱਲੋਂ ਲਿਸਟ ਕੀਤੀਆਂ ਪ੍ਰਾਪਰਟੀਆਂ ਜਾਂ ਜਿਨ੍ਹਾਂ ਦੇ ਉੱਤੇ ਓਪਨ ਹਾਊਸ ਲੱਗਣ ਜਾ ਰਿਹਾ, ਉਹਨਾਂ ਪ੍ਰਾਪਰਟੀਆਂ ਦੀ ਜਾਣਕਾਰੀ ਲੈਣੀ ਹੋਵੇ ਤੇ 416 357 9965 ਤੇ ਮਨਜੀਤ ਕੌਰ ਚੀਮਾ ਜੀ ਨਾਲ ਗੱਲਬਾਤ ਕਰ ਸਕਦੇ ਹੋ। ਦੱਸਦੇ ਕਿ ਪ੍ਰੋਗਰਾਮ ਦਾ ਹਿੱਸਾ SMS ਡਿਸਟ੍ਰਿਕਟ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ 647 ਪੂਰਾ 500 2019 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। 647 ਪੂਰਾ 500 2019 ਦੇ ਉੱਤੇ ਗੱਲਬਾਤ ਕਰੋ। ਜੇਕਰ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ, ਜੌਬ ਤੁਹਾਡੇ ਵਾਸਤੇ ਇਹਨਾਂ ਦੇ ਕੋਲ ਅਵੇਲੇਬਲ ਹੈ ਤੇ ਜੇਕਰ ਤੁਸੀਂ ਮਕੈਨਿਕ ਹੋ ਤੇ ਜੌਬ ਤੁਹਾਨੂੰ ਫਿਰ ਵੀ ਇੱਥੇ ਮਿਲ ਜਾਵੇਗੀ। 647 ਪੂਰਾ 500 2019 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ। ਸੁਣਦੇ ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਰੂਬਲ ਸਾਹਿਬ ਉਮਰ ਦੱਸੀ ਆ ਜੀ 35 ਸਾਲ ਦੇ ਨੌਜਵਾਨ ਨੇ ਤੇ ਕਹਿੰਦੇ ਗੱਲਾਂ ਚਿਪ ਗਈਆਂ ਨੇ ਅੰਦਰਲੀ ਸਾਈਡ ਨੂੰ, ਦਾੜੀ ਵੀ ਕਾਫੀ ਚਿੱਟੀ ਚਿੱਟੀ ਲੱਗਦੀ ਹੈ ਤੇ ਏਦਾਂ ਲੱਗਦਾ ਕਿ ਜਿਵੇਂ ਮੈਂ ਹੁਣੇ ਹੀ 65 ਸਾਲ ਦਾ 70 ਸਾਲ ਦਾ ਹੋ ਗਿਆ ਹੋਵਾਂ। ਤੇ ਚਿਹਰੇ ਦੇ ਉੱਤੇ ਗਲੋ ਲਿਆਉਣ ਵਾਸਤੇ ਕੀ ਕੀਤਾ ਜਾ ਸਕਦਾ, ਕਿ ਲਿਆਉਣਾ ਵੀ ਚਾਹੀਦਾ ਜਾਂ ਨਹੀਂ ਚਾਹੀਦਾ? 35 ਸਾਲ ਦੀ ਉਮਰ ਹੈ ਜੀ ਨੌਜਵਾਨ ਨੇ। ਜੀ ਬਿਲਕੁਲ, ਜੇ 35 ਸਾਲ ਦੀ ਉਮਰ ਹੈ ਤੇ ਉਹਦੇ ਵਾਸਤੇ ਡੈਫੀਨੇਟਲੀ ਲਿਆਉਣਾ ਚਾਹੀਦਾ ਹੈਗਾ। ਆਯੁਰਵੈਦ ਦੇ ਵਿੱਚ ਅਸ਼ਵਗੰਧਾ ਜਿਹੜੀ ਹੈ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰਦੀ ਹੈ। ਸਪੈਸ਼ਲੀ ਜਿੱਦਾਂ ਅਸੀਂ ਪੰਜਾਬੀ 'ਚ ਤੈਨੂੰ ਕਹਿੰਦੇ ਵੜਾਛਾਂ ਬੜੀਆਂ ਹੋਈਆਂ ਅੰਦਰ। ਸੋ ਉਹ ਮਤਲਬ ਜਦੋਂ ਸਕਿਨ ਜਿਹੜੀ ਹੈਗੀ ਉਹ ਲੂਜ਼ ਹੋ ਰਹੀ ਹੈਗੀ ਹੈ, ਸਕਿਨ ਕੋਲੇਜਨ ਲੂਜ਼ ਹੋ ਰਿਹਾ ਹੈਗਾ, ਜਾਂ ਤੁਹਾਡੀ ਓਵਰਆਲ ਬਾਡੀ ਜਿਹੜੀ ਹੈ ਉਹ ਦੁਬਲੀ ਪਤਲੀ ਹੋ ਰਹੀ ਹੈਗੀ ਆ, ਅਤੇ ਉਹਦੇ ਵਾਸਤੇ ਅਸ਼ਵਗੰਧਾ ਜਿਹੜੀ ਸਾਡਾ ਆਪਣਾ ਪ੍ਰੋਡਕਟ ਹੈਗਾ ਆ ਅਸ਼ਵਾਲ ਵੱਟੀ। ਸੋ ਅਸ਼ਵਾਲ ਜਿਹੜੀ ਆ ਉਹ ਹੈ, ਉਹਦੇ ਵਿੱਚ ਅਸ਼ਵਗੰਧਾ ਹੁੰਦੀ ਹੈਗੀ ਆ ਜਿਹੜੀ ਕਿ ਨੈਚੁਰਲੀ ਤੌਰ ਦੇ ਉੱਤੇ ਭਾਰ ਨੂੰ ਵਧਾਉਂਦੀ ਹੈਗੀ ਹੈ। ਜੇ ਇਸ ਤਰੀਕੇ ਦੇ ਨਾਲ ਮਸਲ ਮਾਸ ਮਤਲਬ ਲੂਜ਼ ਹੋ ਰਿਹਾ ਜਿੱਦਾਂ ਇਹ ਦੱਸ ਰਹੇ ਹੈਗੇ ਆ, ਅਤੇ ਉਹ ਮਸਲ ਮਾਸ ਨੂੰ ਦੁਬਾਰਾ ਤੋਂ ਰੀਗੇਨ ਕਰਦੀ ਹੈ। ਈਵਨ ਉਹਨਾਂ ਲੋਕਾਂ ਦੇ ਵਾਸਤੇ ਵੀ ਇਹ ਬਹੁਤ ਵਧੀਆ ਹੁੰਦੀ ਜਿਹੜੇ ਬਾਡੀ ਬਿਲਡਿੰਗ ਕਰਦੇ ਹੈਗੇ ਆ, ਉਹਨਾਂ ਦੇ ਵਾਸਤੇ ਵੀ ਅਸ਼ਵਗੰਧਾ ਜਿਹੜੀ ਆ ਉਹ ਨੈਚੁਰਲੀ ਤੌਰ ਦੇ ਉੱਤੇ ਇੱਕ ਨੈਚੁਰਲ ਕਹਿ ਲਓ ਕਿ ਸਟੀਰੋਇਡ ਟਾਈਪ ਇਹੋ ਵਰਕ ਕਰਦੀ ਹੈ, ਜਿਹੜਾ ਕਿ ਬਹੁਤ ਵਧੀਆ ਨੈਚੁਰਲ ਤਰੀਕੇ ਦੇ ਨਾਲ ਇਹ ਵਰਕ ਕਰਦੀ ਹੈਗੀ ਹੈ। ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਕਿਸੇ ਤਰੀਕੇ ਦਾ ਵੀ। ਔਰ ਨਾਟ ਓਨਲੀ ਮਤਲਬ ਸਰੀਰਕ ਤੌਰ ਦੇ ਉੱਤੇ, ਪਰ ਇਹ ਮਾਨਸਿਕ ਤੌਰ ਦੇ ਉੱਤੇ ਵੀ ਬਾਡੀ ਨੂੰ ਠੀਕ ਰੱਖਦੀ ਹੈ। ਅਸ਼ਵਗੰਧਾ ਦੇ ਬਹੁਤ ਫਾਇਦੇ ਹੈਗੇ ਆ। ਈਵਨ ਕਿ ਇੰਗਲਿਸ਼ ਦੇ ਵਿੱਚ ਵੀ ਅਸ਼ਵਗੰਧਾ ਦੇ ਉੱਤੇ ਕਈ ਤਰ੍ਹਾਂ ਦੀ ਰਿਸਰਚ ਕੀਤੀ ਗਈ। ਅਨਫੋਰਚੂਨੇਟਲੀ ਉਹ ਰਿਸਰਚ ਜਿਹੜੀਆਂ ਹੁੰਦੀਆਂ ਕਈ ਵਾਰੀ ਉਹ ਡਿਜ਼ਾਈਨ ਹੀ ਇਸ ਤਰੀਕੇ ਨਾਲ ਕੀਤੀਆਂ ਗਈਆਂ ਹੁੰਦੀਆਂ ਕਿ ਉਹਨਾਂ ਨੂੰ ਫੇਲ ਹੀ ਕਰਨਾ ਹੈ। ਪਰ ਇਸ ਮਤਲਬ ਲੈਵਲ ਤੱਕ ਅਸ਼ਵਗੰਧਾ ਗਈ ਹੈ ਕਿ ਇਹਦੇ ਕਲੀਨਿਕਲ ਟਰਾਇਲ ਤੱਕ ਜਿਹੜੇ ਆ ਉਹ ਹੋਏ ਆ। ਔਰ ਬਹੁਤ ਵਧੀਆ ਮਤਲਬ ਨੈਚੁਰਲੀ ਤੌਰ ਦੇ ਉੱਤੇ ਅਸ਼ਵਗੰਧਾ ਸਾਡੀ ਵਰਕ ਕਰਦੀ ਆ। ਜਿੱਦਾਂ ਆਪਣੀ ਚਾਈਨੀਜ਼ ਦੇ ਵਿੱਚ ਜਿਹੜੀ ਉਹ ਜਿੰਗਸਿਨ ਵਰਕ ਕਰਦੀ ਹੈ, ਇਸੇ ਤਰੀਕੇ ਦੇ ਨਾਲ ਇੱਕ ਜਿੰਗਸਿਨ ਹੀ ਹੈ ਇਹੋ ਸਾਡਾ ਜਿਹੜਾ ਚਾਈਨਾ ਦੇ ਵਿੱਚ ਇਹਨੂੰ ਜਿੰਗਸਿਨ ਹੈ, ਅਤੇ ਜਿਹੜੀ ਸਾਡੀ ਇੰਡੀਆ ਦੇ ਵਿੱਚ ਇਹ ਹਾਂਜੀ ਇਹ ਅਸ਼ਵਗੰਧਾ ਆ। ਸੋ ਇਹ ਬਹੁਤ ਵਧੀਆ ਤਰੀਕੇ ਨਾਲ ਵਰਕ ਕਰਦੀ ਹੈ, ਇਹਨਾਂ ਨੂੰ ਵੀ ਟਰਾਈ ਕਰਨਾ ਚਾਹੀਦਾ। ਜੇ ਜਿੱਦਾਂ ਦੱਸ ਰਿਹਾ ਕਿ ਸਕਿਨ ਦੀ ਗਲੋ ਘੱਟ ਆ, ਅਤੇ ਉਸ ਕੇਸ ਦੇ ਵਿੱਚ ਅਸ਼ਵਗੰਧਾ ਨੂੰ ਜੇ ਤੁਸੀਂ ਗਰਮ ਦੁੱਧ ਦੇ ਨਾਲ ਅੱਧਾ ਕੱਪ ਜਿਹੜਾ ਉਹ ਲੈਂਦੇ ਹੋ, ਉਹ ਹੋਰ ਜ਼ਿਆਦਾ ਫਾਇਦਾ ਹੋਏਗਾ ਤੁਹਾਨੂੰ। ਦੁੱਧ ਦਾ ਕੱਪ ਅੱਧਾ ਹੋਵੇ ਤੇ ਅੱਧਾ ਚਮਚ ਵਿੱਚ ਹੋਵੇ ਜਾਂ 1 ਚਮਚ ਹੋਵੇ, ਜਾਂ ਫੇਸ ਦੇ ਉੱਤੇ ਲਾਉਣ ਨੂੰ ਵੀ ਇਹਦੇ ਇਸਤੇਮਾਲ ਕੀਤਾ ਜਾਂਦਾ ਕਿ ਜਾਂ ਫਿਰ ਸਿਰਫ ਪੀਣਾ ਹੀ ਆ, ਖਾਣਾ ਹੀ, ਤਾਂ ਹੀ ਅਸਰ ਇਹਦਾ ਹੁੰਦਾ? ਨਹੀਂ, ਇਹ ਯੂਜਲੀ ਖਾਣ ਦੇ ਵਾਸਤੇ ਜਿਹੜੀ ਉਹ ਕੀਤੀ ਜਾਂਦੀ ਹੈ, ਲਾਉਣ ਦੇ ਵਾਸਤੇ ਨਹੀਂ। ਇਹ ਮਤਲਬ ਇੰਟਰਨਲ ਯੂਜਲੀ ਜਿੱਦਾਂ ਹੁਣ ਇਹ ਦੱਸ ਰਹੇ ਹੈਗੇ ਆ ਕਿ ਮੇਰਾ ਮਸਲ ਮਾਸ ਲੂਜ਼ ਹੋ ਰਿਹਾ ਹੈਗਾ, ਸੋ ਉਹ ਬਾਡੀ ਦੇ ਅੰਦਰ ਕਮੀਆਂ ਪੇਸ਼ੀਆਂ ਘਾਟਾਂ ਜਿਹੜੀਆਂ ਕਿਸੇ ਤਰੀਕੇ ਨਾਲ ਕੋਈ ਆ ਰਹੀਆਂ ਜਿਹਦੇ ਕਰਕੇ ਪ੍ਰੋਬਲਮ ਹੋ ਰਹੀ ਹੈਗੀ ਹੈ। ਸੋ ਉਸ ਕੇਸ ਦੇ ਵਿੱਚ ਜਿਹੜੀ ਉਹ ਬਾਡੀ ਨੂੰ ਅੰਦਰੋਂ ਹੈਲਪ ਕਰਨ ਦੀ ਜ਼ਰੂਰਤ ਹੁੰਦੀ ਹੈਗੀ ਹੈ, ਬਾਹਰੋਂ ਨਹੀਂ। ਮੋਸਟਲੀ ਬਾਹਰੋਂ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਹਾਂ ਉੱਦਾਂ ਮਤਲਬ ਜੇ ਤੁਸੀਂ ਆਪਣੇ ਫੇਸ ਦੀ ਜੇ ਮਾਲਿਸ਼ ਕਰਨੀ ਹੈਗੀ ਹੈ, ਅਤੇ ਉਹ ਮਾਲਿਸ਼ ਦੇ ਵਾਸਤੇ ਉਹ ਔਰਗੈਨਿਕ ਜਿਹੜਾ ਕੋਕੋਨਟ ਆਇਲ ਹੈ ਉਹਦੀ ਤੁਸੀਂ ਮਾਲਿਸ਼ ਕਰ ਸਕਦੇ ਹੈਗੇ ਜੈਂਟਲੀ। ਜੇ ਤੁਸੀਂ ਮਾਲਿਸ਼ ਕਰਦੇ ਹੈਗੇ, ਭਾਵੇਂ ਰੋਜ਼ ਰਾਤ ਨੂੰ ਸੌਣ ਲੱਗਿਆ 10 ਕੁ ਮਿੰਟ ਜਿਹੜੀਆਂ ਆਪਣੀਆਂ ਗੱਲਾਂ ਦੇ ਉੱਤੇ ਮਾਲਿਸ਼ ਕਰੋ, ਉਹ ਤੁਹਾਨੂੰ ਫਾਇਦਾ ਦੇਵੇਗਾ, ਕਿਉਂਕਿ ਮਾਲਿਸ਼ ਦੇ ਨਾਲ ਵੀ ਬਲੱਡ ਸਰਕੂਲੇਸ਼ਨ ਵੱਧਦਾ ਆ, ਉਹਦੇ ਨਾਲ ਵੀ ਮਸਲ ਟੋਨ ਜਿਹੜੀ ਹੈਗੀ ਆ ਉਹ ਪ੍ਰੋਪਰ ਹੁੰਦੀ ਹੈਗੀ ਆ। ਔਰ ਉਹਦੇ ਨਾਲ ਰੂਬਲ ਸਾਹਿਬ ਜਿੱਦਾਂ ਗੱਲਾਂ ਤੇ ਆਪਣੀਆਂ ਤੇ ਆਪੇ ਮਾਲਿਸ਼ ਕਰਨੀ, ਆਪਣੇ ਆਪ ਨਾਲ ਥੋੜਾ ਜਿਹਾ ਪਿਆਰ ਹੋ ਜਾਂਦਾ ਬੰਦੇ ਨੂੰ। ਵੈਸੇ ਬਸ ਇਹੀ ਘਾਟ ਰਹਿ ਗਈ ਹੈ ਸਾਡੀ ਵਿੱਚ, ਕਿਉਂਕਿ ਅਸੀਂ ਆਪਣੇ ਆਪ ਨੂੰ ਪਿਆਰ ਨਹੀਂ ਕਰਦੇ। ਅਸੀਂ ਹਰ ਇੱਕ ਬੰਦੇ ਦੇ ਬਾਰੇ ਪਿਆਰ ਕਰਦੇ ਹੈਗੇ ਆ, ਪਰ ਅਸੀਂ ਆਪਣੇ ਆਪ ਨੂੰ ਨਹੀਂ ਕਰਦੇ ਹੈਗੇ। ਐਂਡ ਆਈ ਥਿੰਕ ਇਹਦੀ ਵਜ੍ਹਾ ਦੇ ਕਰਕੇ ਇੱਕ ਇੰਨਾ ਕੁ ਇਗਨੋਰੈਂਟ ਫੈਕਟ ਹੈ ਸਾਡੇ ਵਾਸਤੇ ਕਿ ਜਦੋਂ ਅਸੀਂ ਆਪਣੇ ਆਪ ਨੂੰ ਨਹੀਂ ਪਿਆਰ ਕਰਦੇ, ਅਤੇ ਫਿਰ ਉਹ ਬਾਡੀ ਜਿਹੜੀ ਹੈ ਉਹ 'ਚ ਬਿਮਾਰੀਆਂ
ਲੱਗਣੀਆਂ ਜਿਹੜੀਆਂ ਉਹ ਲਾਜ਼ਮੀ ਹੈ। ਸੋ ਸਭ ਤੋਂ ਪਹਿਲਾਂ ਠੀਕ ਹੈ, ਬਾਹਰ ਹੋਰ ਵੀ ਰਿਸ਼ਤੇਦਾਰ ਜਾਂ ਆਪਣੇ ਭੈਣ ਭਰਾ ਸਾਰਿਆਂ ਨੂੰ ਪਿਆਰ ਕਰੋ, ਪਰ ਸੇਮ ਟਾਈਮ ਦੇ ਉੱਤੇ ਆਪਣੀ ਬੋਡੀ ਨੂੰ, ਆਪਣੇ ਆਪ ਨੂੰ ਜਿਹੜਾ ਉਹ ਪਿਆਰ ਕਰੋ, ਕਿਉਂਕਿ ਜਦੋਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੈਗੇ ਹੋ ਤਾਂ ਫਿਰ ਬੋਡੀ ਉਸ ਹਿਸਾਬ ਦੇ ਨਾਲ ਹੋਰ ਜ਼ਿਆਦਾ ਉਤਸ਼ਾਹਿਤ ਹੁੰਦੀ ਆ, ਹੋਰ ਉਹ ਤੁਹਾਡੇ ਵਾਸਤੇ ਬੈਟਰ ਕੰਮ ਕਰੇਗੀ ਜਦੋਂ ਉਹਨੂੰ ਪੋਜ਼ਿਟਿਵ ਵਾਈਬਸ ਮਿਲਦੀਆਂ। ਜਸਟ ਇਮੈਜਿਨ ਕਰੋ ਕਿ ਤੁਸੀਂ ਆਪਣੀ ਬੋਡੀ ਨੂੰ ਆਪ ਹੀ ਸ਼ੀਸ਼ੇ 'ਚ ਖੜੇ ਹੋ ਕੇ, ਨਹੀਂ ਆਹ ਨਹੀਂ ਠੀਕ, ਨਹੀਂ ਆਹ ਨਹੀਂ ਠੀਕ, ਉਹ ਇੱਕ ਨੈਗੇਟਿਵ ਥਾਟਸ ਜਿਹੜੀਆਂ ਆ ਉਹ ਕਿਤੇ ਨਾ ਕਿਤੇ ਜਾ ਕੇ ਉਹਨੇ ਬੋਡੀ ਦੇ ਉੱਤੇ ਮਾੜਾ ਅਸਰ ਜਿਹੜਾ ਉਹ ਪਾਉਣਾ ਹੀ ਹੁੰਦਾ। ਸੋ ਤੁਸੀਂ ਸਭ ਤੋਂ ਪਹਿਲਾਂ ਬੋਡੀ ਨੂੰ ਪੋਜ਼ਿਟਿਵਿਟੀ ਜਿਹੜੀ ਉਹ ਦਿਓ, ਤਾਂ ਕਿ ਬੋਡੀ ਜਿਹੜੀ ਉਹ ਤੁਹਾਡੇ ਵਾਸਤੇ ਬੈਟਰ ਕੰਮ ਕਰੇ। ਬੋਡੀ ਨੂੰ, ਜੀ। ਕਿਉਂਕਿ ਜਦੋਂ ਸ਼ੀਸ਼ੇ ਦੀ ਤੁਸੀਂ ਗੱਲਬਾਤ ਕੀਤੀ ਹੈ, ਸ਼ੀਸ਼ੇ ਦੇ ਸਾਹਮਣੇ ਅਸੀਂ ਖੜ ਜਾਂਦੇ ਹਾਂ, ਸ਼ੀਸ਼ੇ ਦੇ ਸਾਹਮਣੇ ਖੜ ਕੇ ਆਪਾਂ ਮੇਕਅਪ ਕਰਦੇ ਹਾਂ ਜਾਂ ਫਿਰ ਵਾਲ ਸਵਾਰਦੇ ਹਾਂ, ਕੰਘੀ ਪਾਉਂਦੇ ਹਾਂ, ਤਾਂ ਉਸ ਵੇਲੇ ਆਪਣੇ ਆਪ ਨੂੰ ਸੋਹਣਾ ਦਿਖਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਕਈ ਵਾਰੀ ਅਸੀਂ ਸੋਹਣਾ ਦਿਖ ਵੀ ਪੈਂਦੇ ਹਾਂ, ਫਿਰ ਵੀ ਉਹਦੇ ਵਿੱਚ ਨੋਕ ਝੋਕ ਕਰਦੇ ਆ ਇੱਦਾਂ ਨਹੀਂ ਇੱਦਾਂ। ਪਰ ਜਿਹੜੀਆਂ ਚੀਜ਼ਾਂ ਵਾਸਤੇ ਜਾਂ ਫੇਸ ਦੇ ਉੱਤੇ, ਬੁੱਲਾਂ ਦੇ ਉੱਤੇ, ਗੱਲਾਂ ਦੇ ਉੱਤੇ, ਅੱਖਾਂ ਦੇ ਉੱਤੇ ਜਿਹੜੀਆਂ ਚੀਜ਼ਾਂ ਦੇ ਵਿੱਚ ਮੇਕਅਪ ਵਗੈਰਾ ਲਾਉਂਦੇ ਜਾਂ ਕੁਝ ਵੀ ਕਰਦੇ ਆ, ਉਹ ਚੀਜ਼ਾਂ ਨੂੰ ਦੇਖੋ ਵੀ ਸਾਨੂੰ ਕਿਹੜੀ ਚੀਜ਼ ਵਾਸਤੇ ਬਣਾਇਆ, ਕੀ ਵਾਕਈ ਅਸੀਂ ਇਹਨਾਂ ਦੀ ਸਫਾਈ ਵੀ ਕਰਦੇ ਹਾਂ, ਕਿ ਇਹਨਾਂ ਦੀ ਅਸੀਂ ਕੇਅਰ ਵੀ ਕਰਦੇ ਹਾਂ। ਕੱਲੀ ਕੱਲੀ ਚੀਜ਼ ਨੂੰ ਤੁਸੀਂ ਲਾ ਲਓ, ਆਪਣੀ ਬੋਡੀ ਦੇ ਪਾਰਟ ਨੂੰ ਕਿਸੇ ਨੂੰ ਵੀ ਚੈੱਕ ਕਰਕੇ ਦੇਖੋ ਪ੍ਰੋਪਰਲੀ ਕਿ ਅਸੀਂ ਇਹਨਾਂ ਦੀ ਕੇਅਰ ਕਰਦੇ। ਜਿੱਦਾਂ ਮਾਲਸ਼ ਦੀ ਆਪਾਂ ਗੱਲਬਾਤ ਕੀਤੀ, ਗੱਲਾਂ ਦੀ ਗੱਲ ਕੀਤੀ, ਤੇ ਗੱਲਾਂ ਦੀ ਜਦੋਂ ਅਸੀਂ ਗੱਲਬਾਤ ਕਰਦੇ ਹਾਂ, ਹੱਥ ਫੇਰਦੇ ਹਾਂ, ਆਪਣੀ ਸਰੀਰ ਦੀ ਆਪ ਤੁਸੀਂ ਮਾਲਿਸ਼ ਕਰਦੇ ਆ, ਤੇ ਜਿੰਨਾ ਪਿਆਰ ਤੁਸੀਂ ਦੋਗੇ ਉਹ ਤੋਂ ਕਈ ਗੁਣਾ ਹੋ ਕੇ ਵਾਪਸ ਤੁਹਾਨੂੰ ਪਿਆਰ ਮਿਲੇਗਾ। ਇਹ ਐਗਜ਼ਾਮਪਲ ਤੁਸੀਂ ਆਪਣੀ ਬੋਡੀ ਤੋਂ ਹੀ ਲੈਣੀ ਆ। ਬੋਡੀ ਤੋਂ ਐਗਜ਼ਾਮਪਲ ਲੈ ਕੇ ਤੁਸੀਂ ਗਾਂਹ ਫਿਰ ਦੁਨੀਆਦਾਰੀ ਦੇ ਵਿੱਚ ਜਿੱਧਰ ਵੀ ਵਿਚਰਦੇ ਹੋ, ਰਿਸ਼ਤਿਆਂ ਵਿੱਚ ਵਿਚਰਦੇ ਹੋ, ਤੁਹਾਨੂੰ ਪਿਆਰ ਹੋਰ ਵੀ ਇਸੇ ਤਰੀਕੇ ਨਾਲ ਜ਼ਿਆਦਾ ਮਿਲੂਗਾ, ਕਿਉਂਕਿ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ, ਆਪਣੀ ਬੋਡੀ ਨੂੰ ਪਿਆਰ ਕਰਦੇ ਹੋ, ਆਪਣੀ ਬੋਡੀ ਦਾ ਖਿਆਲ ਕਰਦੇ ਹੋ। ਡੈਫੀਨੇਟਲੀ ਫਿਰ ਤੁਹਾਨੂੰ ਆਪਣੀ ਕਦਰ ਹੋ ਜਾਵੇਗੀ ਤੇ ਦੂਜਿਆਂ ਦੀ ਕਦਰ ਹੋ ਜਾਏਗੀ। ਪਤਾ ਲੱਗ ਜਾਏਗਾ ਕਿ ਦੂਜਿਆਂ ਦੀ ਬੋਡੀ ਤੇ ਮੇਰੀ ਬੋਡੀ ਵਿੱਚ ਫਿਰ ਕੀ ਫਰਕ ਹੈ, ਤੇ ਕਿਉਂ ਮੇਰੇ ਚਿਹਰੇ ਉੱਤੇ ਤੇ ਜ਼ਿਆਦਾ ਗਲੋ ਆ, ਕਿਉਂ ਦੂਜੇ ਦੇ ਚਿਹਰੇ ਤੇ ਗਲੋ ਨਹੀਂ। ਤੁਸੀਂ ਡੈਫੀਨੇਟਲੀ ਇਹ ਡੈਫੀਨੇਸ਼ਨ ਆਪਣੇ ਆਪ ਹੀ ਕ੍ਰੀਏਟ ਕਰ ਸਕਦੇ ਹੋ। ਫਿਰ ਬਿਲਕੁਲ ਜੀ, ਬਹੁਤ ਦਰੁਸਤ ਫਰਮਾਇਆ ਤੁਸੀਂ, ਥੈਂਕ ਯੂ। ਤੇ ਦੱਸਦੇ ਕਿ ਪ੍ਰੋਗਰਾਮ ਦਾ ਹਿੱਸਾ ਤੁਹਾਡੀ ਸੇਵਾ ਵਿੱਚ ਪੇਸ਼ ਕੀਤਾ ਗਿਆ ਆਲ ਕਾਇੰਡ ਫਰਨੀਚਰ ਦੇ ਸਹਿਯੋਗ ਦੇ ਨਾਲ 416 741 46 86 ਦੇ ਉੱਤੇ ਅਜਮੇਰ ਸਿੰਘ ਜੀ ਦਾ ਕਹਿਣਾ ਕਿ ਤੁਸੀਂ ਲੇਆਊਟ ਕੀਤਾ ਸਾਡਾ ਫਰਨੀਚਰ ਲੈਣਾ ਚਾਹੁੰਦੇ ਹੋ, ਜਾਂ ਆਪਣੀ ਮਨਪਸੰਦ ਦਾ ਬਣਾਉਣਾ ਚਾਹੁੰਦੇ ਹੋ, ਹੰਢੇਸਰ ਫਰਨੀਚਰ ਬਣਾਉਣਾ ਚਾਹੁੰਦੇ ਹੋ, ਘੱਟ ਪ੍ਰਾਈਸ ਦੇ ਵਿੱਚ ਬਣਾਉਣਾ ਚਾਹੁੰਦੇ ਹੋ, ਵੱਧ ਪ੍ਰਾਈਸ ਬਣਾਉਣਾ ਚਾਹੁੰਦੇ ਹੋ, ਤੇ ਜਿਹੋ ਜਿਹਾ ਫਰਨੀਚਰ ਬਣਾਉਣਾ ਚਾਹੁੰਦੇ ਹੋ ਸਾਡੇ ਕੋਲ ਆਓ, ਸਾਡੇ ਸ਼ੋਰੂਮ ਦੇ ਵਿੱਚ ਤੁਹਾਡੀ ਹਰ ਡਿਮਾਂਡ ਨੂੰ ਪੂਰਾ ਕੀਤਾ ਜਾਵੇਗਾ। ਨਿਰਾਸ਼ ਨਹੀਂ ਹੋ ਭੇਜਿਆ ਜਾਵੇਗਾ। ਤੁਹਾਨੂੰ 416 741 46 86 ਦੇ ਉੱਤੇ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਦਾਸ ਆਪਟੀਕਲ ਆਪਣੇ ਲਈ, ਆਪਣੇ ਬੱਚਿਆਂ ਲਈ, ਆਪਣੇ ਬਜ਼ੁਰਗਾਂ ਲਈ ਐਨਕਾਂ ਦਾ ਪ੍ਰਬੰਧ ਕਰਨਾ ਚਾਹੁੰਦੇ ਹੋ, ਉਹਨਾਂ ਦੀ ਨਿਗਾਹ ਟੈਸਟ ਕਰਾਉਣੀ ਚਾਹੁੰਦੇ ਹੋ, ਤੇ 905 455 3227 ਤੇ ਸੰਪਰਕ ਕੀਤਾ ਜਾ ਸਕਦਾ ਹੈ। ਪੰਜਾਬ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ ਕਿਰਨਜੀਤ ਸਿੰਘ ਜੀ ਰਾਜਪੂਤ, ਜਿੱਥੇ ਅਸੀਂ ਪਹਿਲਾਂ ਗੱਲਬਾਤ ਕੀਤੀ ਆਪਣੇ ਆਪ ਦਾ ਖਿਆਲ ਰੱਖਣਾ, ਤੇ ਉੱਥੇ ਤੁਸੀਂ ਆਪਣੇ ਲਈ ਡਿਸੇਬਿਲਟੀ, ਕ੍ਰਿਟੀਕਲ ਇੰਸ਼ੋਰੈਂਸ ਵਗੈਰਾ ਲੈਣੀ ਹੋਵੇ, ਜਾਂ ਬੁਢਾਪੇ ਵਾਸਤੇ ਤੁਸੀਂ ਪੈਨਸ਼ਨ ਦਾ ਆਪਣੀ ਦਾ ਪ੍ਰਬੰਧ ਕਰਨਾ ਹੋਵੇ, ਪੈਸੇ ਦਾ ਪ੍ਰਬੰਧ ਕਰਨਾ ਹੋਵੇ, ਪ੍ਰੋਟੈਕਟ ਕਰਨਾ ਹੋਵੇ ਆਪਣੇ ਆਪ ਨੂੰ, ਤੇ ਡੈਫੀਨੇਟਲੀ ਇਹਨਾਂ ਨਾਲ ਸੰਪਰਕ ਕਰੋ। ਬਹੁਤ ਸਾਰੀਆਂ ਕੰਪਨੀਆਂ ਨਾਲ ਡੀਲ ਕਰਦੇ ਨੇ, ਬਹੁਤ ਸਾਰੀਆਂ ਕੰਪਨੀਆਂ ਨਾਲ ਡੀਲ ਕਰਦੇ ਹੋਣ ਦੇ ਕਰਕੇ ਕਾਫੀ ਇਹਨਾਂ ਡਿਸਕਾਊਂਟ ਮਿਲਦਾ, ਜੋ ਡਿਸਕਾਊਂਟ ਤੁਹਾਨੂੰ ਇਹ ਲੈ ਕੇ ਦਿੰਦੇ ਨੇ। ਕਾਲ ਕਰ ਸਕਦੇ ਹੋ 647 273 2161 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। 647 273 2161 ਦੇ ਉੱਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਸੁਣਦੇ ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਅੱਛਾ ਪੱਤੀ ਸਾਹਿਬ, ਉਮਰ ਦੱਸੀ ਗਈ ਜੀ 23 ਸਾਲ ਦੀ ਫੀਮੇਲ ਨੇ, ਫੀਮੇਲ ਲਾ ਲਓ, ਲੇਡੀ ਲਾ ਲਓ, ਬੱਚੀ ਲਾ ਲਓ, ਤੇ 23 ਸਾਲ ਦੇ ਨੇ, ਸਿਰ ਦੇ ਵਾਲ ਕਾਫੀ ਝੜ ਰਹੇ ਨੇ, ਡਾਇਬੀਟੀ ਹੈ ਟਾਈਪ 1, ਤੇ ਇਸ ਦਾ ਕੀ ਇਸ ਚੀਜ਼ ਦੇ ਨਾਲ ਕੋਈ ਕੰਸਰਨ ਹੈ ਕਿ ਸਿਰ ਦੇ ਉੱਤੇ ਵਾਲ ਵੀ ਦੁਬਾਰਾ ਆ ਸਕਦੇ, ਵਾਲ ਦੁਬਾਰਾ ਝੜਨੇ ਬੰਦ ਹੋ ਸਕਦੇ ਨੇ, ਤੇ ਡਾਇਬੀਟੀ ਨੂੰ ਪਹਿਲਾਂ ਕੰਟਰੋਲ ਕਰਨਾ ਪਵੇਗਾ, ਜਾਂ ਫਿਰ ਤੁਸੀਂ ਕਹਿੰਦੇ ਕਿ ਵਾਲ ਇਕੱਲੇ ਵੀ ਸਹੀ ਹੋ ਸਕਦੇ ਨੇ? ਕੀ ਵਜ੍ਹਾ ਹੋ ਸਕਦੀ 23 ਸਾਲ ਦੀ ਫੀਮੇਲ? ਦੇਖੋ, ਜਦੋਂ 23 ਸਾਲ ਦੇ ਵਿੱਚ ਜਿਹੜੀਆਂ ਉਹ ਕਈ ਤਰ੍ਹਾਂ ਦੀਆਂ ਸਿਨੈਰੀਓਜ਼ ਜਿਹੜੇ ਉਹ ਸਾਹਮਣੇ ਆ ਸਕਦੇ ਹੈਗੇ ਆ। ਐਗਜ਼ਾਮਪਲ ਦੇ ਤੌਰ ਦੇ ਉੱਤੇ ਜੇ ਪੀਰੀਅਡਸ ਜਿਹੜੇ ਹੈਗੇ ਆ ਇਹਨਾਂ ਦੇ ਜ਼ਿਆਦਾ ਆ ਰਹੇ ਹੈਗੇ ਆ, ਹੈਵੀ ਫਲੋ ਹੈ, ਉਹਦੇ ਨਾਲ ਆਇਰਨ ਜਿਹੜਾ ਬਾਡੀ ਦੇ ਵਿੱਚੋਂ ਲੂਜ਼ ਹੋ ਸਕਦਾ, ਜਿਹਦੇ ਕਰਕੇ ਵਾਲ ਜਿਹੜੇ ਹੈਗੇ ਆ ਉਹ ਝੜ ਸਕਦੇ ਆ। ਜਾਂ ਹੋਰ ਸਿਨੈਰੀਓ ਜਿੱਦਾਂ ਹੁਣ ਇਹਨਾਂ ਨੇ ਸ਼ੂਗਰ ਦੱਸੀ ਹੈਗੀ ਹੈ, ਜੇ ਸ਼ੂਗਰ ਜਿਹੜੀ ਇਹਨਾਂ ਦੀ ਕੰਟਰੋਲ ਦੇ ਵਿੱਚ ਨਹੀਂ ਰਹਿ ਰਹੀ, ਟਾਈਪ 1 ਹੈ ਜਿਹੜੀ, ਈਵਨ ਉਸ ਕੇਸ ਦੇ ਵਿੱਚ ਵੀ ਤੁਸੀਂ ਪਰਹੇਜ਼ ਨਹੀਂ ਕਰ ਰਹੇ,
ਟੀਕੇ ਜਿਹੜੇ ਹੈਗੇ ਉਹ ਟਾਈਮ ਸਿਰ ਨਹੀਂ ਲਗਾ ਰਹੇ, ਜਾਂ ਜੋ ਵੀ ਤੁਹਾਡੀ ਇਸ ਟਾਈਮ ਟਰੀਟਮੈਂਟ ਚੱਲ ਰਿਹਾ ਹੈ ਟਾਈਪ 1 ਦੇ ਵਾਸਤੇ, ਉਹ ਨਹੀਂ ਜੇ ਤੁਸੀਂ ਕਰ ਰਹੇ ਹੈਗੇ ਤਾਂ ਉਹਦੇ ਨਾਲ ਵੀ ਤੁਹਾਨੂੰ ਇਹੋ ਪ੍ਰੋਬਲਮ ਜਿਹੜੀ ਉਹ ਆਏਗੀ। ਮੇਰੇ ਹਿਸਾਬ ਦੇ ਨਾਲ ਇਹਨਾਂ ਨੂੰ ਜਿਹੜੀ ਵਾਲ ਜਿਹੜੇ ਝੜਨੇ ਆ ਨਾ, ਉਹ ਕਿਉਂਕਿ ਇੱਕ ਸਿੰਪਟਮ ਹੈਗਾ ਹੈ, ਉਹਦੇ ਵਿੱਚ ਇਹ ਹੈ ਕਿ ਬਾਡੀ ਦੇ ਅੰਦਰ ਕਮੀਆਂ ਪੇਸ਼ੀਆਂ ਉਹ ਆ ਰਹੀਆਂ ਜਿਹਦੇ ਕਰਕੇ ਪ੍ਰੋਬਲਮ ਹੋ ਰਹੀ। ਪਰ ਇਹਨਾਂ ਦੀ ਕਿਉਂਕਿ ਅੰਡਰਲਾਈੰਗ ਪ੍ਰੋਬਲਮ ਜਿਹੜੀ ਉਹ ਟਾਈਪ 1 ਡਾਇਬਟੀਜ਼ ਹੈਗੀ ਆ, ਮੇਰੇ ਹਿਸਾਬ ਦੇ ਨਾਲ ਇਹਨਾਂ ਨੂੰ ਫੋਕਸ ਜਿਹੜਾ ਆ ਉਹ ਜ਼ਿਆਦਾ ਪਹਿਲਾਂ ਡਾਇਬਟੀਜ਼ ਦੇ ਉੱਤੇ ਕਰਨਾ ਚਾਹੀਦਾ ਰੈਦਰ ਦੈਨ ਵਾਲਾਂ ਦੇ ਉੱਤੇ। ਕਿਉਂਕਿ ਵਾਲ ਤਾਂ ਕਈ ਵਾਰੀ ਜਿਹੜੇ ਆ ਉਹ ਕਈ ਵਾਰੀ ਜਿੱਦਾਂ ਹੁਣ ਅਸੀਂ ਤੇਲ ਨਹੀਂ ਲਗਾ ਰਹੇ ਹੁੰਦੇ, ਸੋ ਉਹਦੇ ਨਾਲ ਵੀ ਜਿਹੜੇ ਉਹ ਝੜ ਸਕਦੇ ਹੈਗੇ ਆ। ਕਈ ਤਰੀਕੇ ਦੇ ਨਾਲ ਮਤਲਬ ਵਾਲ ਜਿਹੜੇ ਉਹ ਝੜ ਸਕਦੇ ਹੈਗੇ। ਪਰ ਜਿਹੜੀ ਮੇਨ ਮੈਨੂੰ ਜਿੱਥੇ ਤੱਕ ਲੱਗ ਰਿਹਾ ਹੈਗਾ, ਕਿਉਂਕਿ ਅਸੀਂ ਇਹਨਾਂ ਨੂੰ ਡਿਟੇਲ ਦੇ ਵਿੱਚ ਅਜੇ ਤੱਕ ਗੱਲ ਨਹੀਂ ਕੀਤੀ, ਜੇ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ 9 ਤੋਂ 5 ਦੇ ਵਿੱਚ 905 874 3333 'ਤੇ, ਤਾਂ ਕਿ ਇਹਨੂੰ ਫਰਦਰ ਪੁੱਛਿਆ ਜਾ ਸਕੇ ਕਿ ਇਹ ਕਿੰਨਾ ਚਿਰ ਜਿਹੜਾ ਉਹ ਹੋ ਚੁੱਕਾ, ਇਹਨੂੰ ਤੁਹਾਡੇ ਕੀ ਲੈਵਲਸ ਰਹਿ ਰਹੇ ਆ, ਜਾਂ ਕਿਹੜੇ ਯੂਨਿਟਸ ਤੁਸੀਂ ਕਿੰਨੇ ਯੂਨਿਟਸ ਜਿਹੜੇ ਹੈਗੇ ਉਹ ਤੁਸੀਂ ਲਗਾ ਰਹੇ ਹੈਗੇ ਹੋ। ਸੋ ਉਹ ਸਾਰੀ ਹਿਸਟਰੀ ਦੀ ਜ਼ਰੂਰਤ ਹੁੰਦੀ ਹੈਗੀ ਹੈ, ਕਿਉਂਕਿ ਇਹਦੇ ਵਿੱਚ ਥੋੜ੍ਹਾ ਕੰਪਲੀਕੇਟਡ ਕੇਸ ਹੈ, ਕਿਉਂਕਿ ਟਾਈਪ 1 ਹੋਣ ਕਰਕੇ। ਸੋ ਉਹਦੇ ਵਿੱਚ ਹੈਲਪ ਬਟ ਆਯੁਰਵੈਦਿਕ ਤਰੀਕੇ ਦੇ ਨਾਲ ਡੈਫੀਨੇਟਲੀ ਹੈਲਪ ਹੋ ਸਕਦੀ ਹੈ। ਮੈਟਰ ਆਫ ਫੈਕਟ ਈਵਨ ਕਿ ਟਾਈਪ 1 ਡਾਇਬਟੀਜ਼ ਦੇ ਵਿੱਚ ਬੱਚੇ, ਕਿਉਂਕਿ ਇਹ ਹੁਣ ਕਰ ਬੱਚੇ ਨਹੀਂ ਰਹੇ ਹੈਗੇ, ਹੁਣ ਇਹ ਤਾਂ ਅਡਲਟ ਹੈ, ਈਵਨ ਕਿ ਬੱਚਿਆਂ ਦੇ ਵਿੱਚ ਵੀ ਜਦੋਂ ਸ਼ੁਰੂ ਹੁੰਦੀ ਹੈਗੀ ਜਾਂ ਡਾਇਗਨੋਸ ਹੁੰਦੀ ਹੈ ਟਾਈਪ 1 ਡਾਇਬਟੀਜ਼, ਉਹਦੇ ਵਿੱਚ ਵੀ 50% ਚਾਂਸ ਹੁੰਦੇ ਹੈਗੇ ਆ ਕਿ ਆਯੁਰਵੈਦਿਕ ਤਰੀਕੇ ਨਾਲ ਉਹਨੂੰ ਹੀ ਠੀਕ ਕਰ ਸਕਦੇ ਹੈਗੇ। ਐਂਡ ਉਹ ਕੀਤੇ ਵੀ ਹੈ ਕਿੰਨੇ ਬੱਚੇ, ਕਿਉਂਕਿ ਹੁਣ ਇਹ ਖੈਰ ਅਡਲਟ ਹੈਗੇ ਆ। ਸੋ ਇਹਨਾਂ ਦੇ ਵਿੱਚ ਇਹਨਾਂ ਦੀ ਤਾਂ ਹਿਸਟਰੀ ਰਹੀ ਹੋਏਗੀ ਕਿ ਕਿੰਨੇ ਸਾਲਾਂ ਤੋਂ ਇਹ ਚੱਲ ਰਹੀ ਹੈਗੀ ਆ। ਸੋ ਉਹ ਸਾਰੀਆਂ ਚੀਜ਼ਾਂ ਨੂੰ ਸਾਨੂੰ ਐਕਚੁਅਲੀ ਦੇਖਣ ਦੀ ਜ਼ਰੂਰਤ ਹੈਗੀ ਆ, ਸਾਡੇ ਸਾਹਮਣੇ ਹੋਣੇ ਚਾਹੀਦੇ ਉਹ ਫੈਕਟਸ, ਸੋ ਦੈਟ ਕਿ ਅਸੀਂ ਰੈਕਮੈਂਡੇਸ਼ਨਸ ਕਰ ਸਕੀਏ। ਬਟ ਓਵਰ ਦਾ ਫੋਨ ਹੁਣ ਇਸ ਟਾਈਮ ਰੈਕਮੈਂਡੇਸ਼ਨ ਕਰਨਾ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਹੋਏਗੀ, ਕਿਉਂਕਿ ਇਹਨਾਂ ਨੂੰ ਆਲਰੇਡੀ ਟਾਈਪ 1 ਹੈਗੀ ਹੈ। ਕਿਉਂਕਿ ਉਹ ਟਾਈਪ 1 ਦੇ ਵਿੱਚ ਵੀ ਕੋਈ ਚੀਜ਼ ਅਸੀਂ ਦੱਸਦੇ ਹੈਗੇ, ਹੋ ਸਕਦਾ ਉਹਦੇ ਨਾਲੋਂ ਦੂਜੀ ਚੀਜ਼ ਖਰਾਬ ਹੋ ਜਾਏ। ਸੋ ਉਹਦੇ ਵਾਸਤੇ ਜਿਹੜੀ ਆ ਉਹ ਜਾਂ ਤੁਸੀਂ ਸਾਨੂੰ ਪਰਸਨਲ ਆ ਕੇ ਜਿਹੜਾ ਉਹ ਮਿਲੋ, ਜਾਂ ਤੁਸੀਂ ਫੋਨ ਦੇ ਉੱਤੇ ਰਾਬਤਾ ਕਾਇਮ ਕਰ ਸਕਦੇ ਹੋ। ਨੰਬਰ ਅਗੇਨ ਇਜ਼ 9058743333 905 874 3333। 905 874 3333 ਤੇ ਰੂਬਾ ਸਾਹਿਬ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ, ਤੇ ਗੱਲਬਾਤ ਦਾ ਸਿਲਸਿਲਾ ਇਸੇ ਕਿਨੇ ਜਾਰੀ ਰਹੇਗਾ, ਤੇ ਸਾਡੀ ਤੁਹਾਡੀ ਤੇ ਗੱਲਬਾਤ ਚੱਲਦੀ ਰਹੇਗੀ। ਤੇ ਅਗਲਾ ਕੁਐਸਚਨ ਸਾਡਾ ਹੈਗਾ 50 ਈਅਰ ਦੇ ਮੇਲ ਨੇ, ਇਹਨਾਂ ਨੂੰ ਨਮਨੈਸ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ, ਹੱਥ ਪੈਰ ਸੌਂ ਜਾਂਦੇ ਨੇ, ਕਈ ਵਾਰ ਸੂਈਆਂ ਵਿੱਚ ਲੱਗਦੀਆਂ ਨੇ। ਇਹਦੀ ਆਪਾਂ ਗੱਲਬਾਤ ਕਰਾਂਗੇ, ਲੇਕਿਨ ਇੱਕ ਰਿਕਾਰਡਡ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਸੁਣਦੇ ਰਹੋ ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਜੈਨੀ ਲੱਗਦਾ ਹੁਣ ਤੇ ਕੈਨੇਡਾ ਤੋਂ ਆਪਣਾ ਪੱਤਾ ਸਾਫ। ਕੀ ਹੋਇਆ? ਉਹ ਯਾਰ ਹੋਇਆ ਹੀ ਤਾਂ ਕੁਝ ਨਹੀਂ, ਨਾ ਕੋਈ ਕੰਮ ਚੱਲ ਰਿਹਾ ਤੇ ਨਾ ਹੀ ਮਾਰਗੇਜ ਮਿਲ ਰਿਹਾ। ਕੀ ਤੂੰ ਗੋਲਡਨ ਸਟਾਰ ਮਾਰਗੇਜ ਨਾਲ ਕੰਮ ਕਰਦੇ ਗੁਰਤੀਰਥ ਪਾਸਲਾ ਨੂੰ ਕਾਲ ਕੀਤੀ? ਨਹੀਂ ਕੀਤੀ ਨਾ, ਤਾਂ ਹੁਣੇ ਕਰ, ਉਹਨਾਂ ਆਪੇ ਤੇਰਾ ਕੰਮ ਬਣਾ ਦੇਣਾ। ਜੇ ਤੁਹਾਨੂੰ ਹਰ ਪਾਸੇ ਤੋਂ ਮਾਰਗੇਜ ਦੀ ਨਾ ਹੋ ਗਈ ਹੈ ਤਾਂ ਘਬਰਾਉਣ ਦੀ ਲੋੜ ਨਹੀਂ। ਅੱਜ ਹੀ ਸੰਪਰਕ ਕਰੋ ਗੋਲਡਨ ਸਟਾਰ ਮਾਰਗੇਜ ਨਾਲ ਕੰਮ ਕਰਦੇ ਗੁਰਤੀਰਥ ਪਾਸਲਾ ਨਾਲ। ਫਸਟ ਸੈਕਿੰਡ ਮਾਰਗੇਜ, ਟਰੱਕ ਟ੍ਰੇਲਰ ਲੋਨ, ਲਾਈਨ ਆਫ ਇਕੁਇਟੀ ਲਈ ਕਾਲ ਕਰੋ ਗੁਰਤੀਰਥ ਪਾਸਲਾ 4163167777 416 316 7777। ਗੁਰਤੀਰਥ ਪਾਸਲਾ। Oh, thanks, Jenny. Oh, thanks to Mr. ਗੁਰਤੀਰਥ ਪਾਸਲਾ, ਜਿੰਨਾ ਮੇਰੇ ਤੇ ਸਕਸੈਸ ਵਿੱਚ ਲਾ ਘਟਾ ਦਿੱਤਾ ਹੈ ਫਾਸਲਾ, ਵਧਾ ਦਿੱਤਾ ਹੈ ਤੇਰੀ ਸ਼ਾਇਰੀ ਦਾ ਹੌਸਲਾ। ਓਹੋ, ਛੱਤ ਚੋਣ ਲੱਗੀ, ਹੋ ਗਿਆ ਫਿਰ ਖਰਚੇ ਨੂੰ ਥਾਂ। ਕੀ ਸੋਚੀ ਪਈ ਹੋ ਜਨਾਬ? ਘੱਟ ਖਰਚੇ ਤੇ ਛੱਤ ਚੇਂਜ ਕਰਵਾਉਣੀ ਹੈ? ਹਾਂਜੀ ਹਾਂ। ਤਾਂ ਫਿਰ ਜਲਦੀ ਪੇਲੈਸ ਰੂਫਿੰਗ ਨੂੰ ਫੋਨ ਲਗਾਓ, ਵਧੀਆ ਤਕਨੀਕ ਨਾਲ ਵਧੀਆ ਕੁਆਲਿਟੀ ਵਾਲੀ ਗਰੰਟੀ ਜੁਦਾ ਛੱਤ ਲਗਵਾਓ ਤੇ ਵੱਧ ਖਰਚੇ ਤੇ ਘਟੀਆ ਛੱਤਾਂ ਤੋਂ ਛੁਟਕਾਰਾ ਪਾਓ। ਪੇਲੈਸ ਰੂਫਿੰਗ 416 826 5800। ਪੇਲੈਸ ਰੂਫਿੰਗ। SMS ਲਿਸਟਿਕ ਵਾਲਿਆਂ ਨੂੰ ਡਰਾਈਵਰ ਅਤੇ ਓਨਰ ਆਪਰੇਟਰ ਚਾਹੀਦੇ ਨੇ। ਜੇਕਰ ਤੁਸੀਂ ਕੰਮ ਦੀ ਤਲਾਸ਼ ਵਿੱਚ ਹੋ ਤੇ ਹੁਣੇ ਕਾਲ ਕਰ ਲਓ ਬਲਵੀਰ ਸਿੰਘ ਔਲਖ ਜੀ ਨੂੰ 647 500 ਵਧੀਆ ਪੇ ਮਿਲੇਗੀ। ਇੱਕ ਵਾਰ ਕਾਲ ਕਰੋ 6475002019। SMS ਲਿਸਟਿਕ। ਪਾਰਟੀ ਹੋ ਗਈ ਜੱਗੀ। ਉਹ ਕਾਹਦੀ? ਨਵੇਂ ਟਰੱਕ ਦੀ। ਉਹ ਸੌਰੀ ਯਾਰ, ਇਸ ਵਾਰ ਤਾਂ ਤੇਰੀ ਪਾਰਟੀ ਰਹਿ ਗਈ। ਕਿਉਂ? ਉਹ ਨਵਾਂ ਨਹੀਂ, ਨਵੇਂ ਵਰਗਾ ਬਣਾਇਆ ਕਿੰਗਸ ਮਿਲ ਵਾਲਿਆਂ ਤੋਂ। ਕਿੰਗਸ ਮਿਲ
sandblasting and spray painting, Mississauga, Ontario. A truck chassis, gravel trailer, dump truck, गल की हर एक तरह के ट्रेलर ते sandblasting ਦਾ ਕੰਮ ਤਸੱਲੀ ਬਖਸ਼ ਕਰਦੇ ਹਨ। ਸੈਂਡਬਲਾਸਟ ਚਾਸੀ ਤੋਂ ਸਾਰਾ ਰਸਟ ਸਾਫ਼ ਕਰਕੇ ਬਣਾਉਂਦਾ ਤੁਹਾਡੇ ਟਰੱਕ ਨੂੰ ਚਮਕਦਾ ਤੇ ਬ੍ਰਾਂਡ ਨਿਊ। ਸੈਂਡਬਲਾਸਟ ਤੋਂ ਬਾਅਦ ਇਹ ਪ੍ਰਾਈਮ ਤੇ ਪੇਂਟ ਵੀ ਕਰਦੇ ਨੇ। ਟਰੱਕਾਂ ਦਾ ਬॉडी वर्क करवाओ ते चाहे करवाओ रिपेयर। आज ही कॉल करो अमरप्रीत 905 782 5200 905 782 5200। फ्लाइंग जीए दे नाल पैंदा ਤੁਹਾਡਾ ਆਪਣਾ किंग्समिल सैंड ब्लास्टिंग एंड स्प्रे पेंटिंग, मिसिसागा, ओंटारियो। ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਤੇ ਦਿਲ ਆਪਣਾ ਪੰਜਾਬੀ ਚ ਮੈਂ ਗੁਰਪਾਲ ਸੋਇਟਕ ਦੇ ਵਿੱਚ ਹਾਜ਼ਰ ਤੇ ਸਟੂਡੀਓ ਨੰਬਰ ਨੇ ਜੀ ਇਸ ਵੇਲੇ 416 712 4440 ਤੇ ਸੈੱਲ ਨੰਬਰ 6472814857। ਇਸ ਪ੍ਰੋਗਰਾਮ ਵਿੱਚ ਕੋਈ ਵੀ ਤੁਸੀਂ ਐਡਵਰਟਾਈਜ਼ਮੈਂਟ ਕਰਨੀ ਚਾਹੁੰਦੇ ਹੋ ਤਾਂ ਡੈਫੀਨੇਟਲੀ ਸੰਪਰਕ ਕੀਤਾ ਜਾ ਸਕਦਾ ਹੈ। ਗੁਰਜੀਤ ਸਿੰਘ ਪਾਸਾ 416 316 7777 ਤੇ ਮੇਰਾ ਨੰਬਰ 6472814857 ਤੇ ਤੁਹਾਡਾ ਕੋਈ ਕੁਐਸਚਨ ਹੋਵੇ ਤੇ ਕੁਐਸਚਨ ਵੀ ਤੁਸੀਂ ਆਪਣਾ ਹੁਣ ਸਾਨੂੰ ਲਿਖ ਕੇ ਭੇਜ ਸਕਦੇ ਹੋ 6472814857। ਸਾਡੇ ਕੋਲ 5-7 ਮਿੰਟ ਹੋਰ ਨੇ, ਤੁਹਾਡੇ ਇੱਕ ਅੱਧੇ ਕੁਐਸਚਨ ਦਾ ਆਨਸਰ ਦਿੱਤਾ ਜਾ ਸਕਦਾ ਹੈ। ਤੇ ਸਾਡਾ ਲਾਸਟ ਕੁਐਸਚਨ ਰੂਬਾ ਸਾਹਿਬ ਨੂੰ ਅਸੀਂ ਕਰ ਦਿੱਤਾ ਹੈ ਜੀ, ਨਮਨੈਸ ਜੀ। ਦੇਖੋ ਗੁਰਪਾਲ ਜੀ, ਨਮਨੈਸ ਜਿਹੜੀ ਹੈਗੀ ਹੈ ਨਾ, ਉਹਦੇ ਵਿੱਚ ਸਾਡੀ ਸੁਹਾਂਜਣਾ ਜਿਹੜੀਆਂ ਹੁੰਦੀਆਂ, ਜਿਹਨੂੰ ਆਪਾਂ ਡਰਮ ਸਟਿਕਸ ਕਹਿੰਦੇ, ਉਹ ਗਰੋਸਰੀ ਸਟੋਰਾਂ 'ਚ ਲੰਬੀਆਂ ਲੰਬੀਆਂ ਪਈਆਂ ਹੁੰਦੀਆਂ। ਸਾਡੇ ਪੰਜਾਬੀ ਸਟੋਰਾਂ 'ਚ ਤਾਂ ਘੱਟ ਹੁੰਦੀਆਂ, ਗੁਜਰਾਤੀ ਸਟੋਰਾਂ 'ਚ ਜਾਂ ਸਾਊਥ ਇੰਡੀਅਨ ਸਟੋਰਾਂ 'ਚ ਜ਼ਿਆਦਾ ਹੁੰਦੀਆਂ। ਈਵਨ ਚਾਈਨੀਜ਼ ਸਟੋਰਾਂ ਦੇ ਵਿੱਚ ਵੀ ਜਿਹੜੀਆਂ ਉਹ ਮੈਂ ਪਈਆਂ ਦੇਖੀਆਂ ਹੁੰਦੀਆਂ। ਸੋ ਜਿਹੜੀਆਂ ਡਰਮ ਸਟਿਕ ਆ, ਜਿਹਨੂੰ ਸੁਹਾਂਜਣਾ ਅਸੀਂ ਕਹਿੰਦੇ ਹੈਗੇ ਆ, ਜਾਂ ਉਹਨੂੰ ਮਰਿੰਗਾ ਕਿਹਾ ਜਾਂਦਾ। ਸੋ ਜਿਹੜੀ ਮਰਿੰਗਾ ਹੈਗੀ ਆ, ਬਹੁਤ ਲੋਕਾਂ ਨੇ ਮਰਿੰਗਾ ਦਾ ਪਾਊਡਰ ਸੁਣਿਆ ਹੋਣਾ। ਸੋ ਇਹ ਮਰਿੰਗਾ ਸੁਹਾਂਜਣਾ ਹੀ ਹੈ, ਜਿਹੜੀਆਂ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਬਾਡੀ ਦੇ ਅੰਦਰ ਐਜ਼ ਏ ਐਂਟੀ ਆਕਸੀਡੈਂਟਸ ਯੂਜ਼ ਕਰਦੀਆਂ ਹੈਗੀਆਂ। ਤੁਸੀਂ ਕਹਿੰਦੇ ਜਿਹੜੇ ਮਰਿੰਗਾ ਦੀਆਂ ਤੋਰੀਆਂ ਜਿਹੜੀਆਂ ਹੁੰਦੀਆਂ, ਉਹ ਲੰਬੀਆਂ ਲੰਬੀਆਂ ਜਿਹੜੀਆਂ ਹੁੰਦੀਆਂ, ਜੀ 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 ਜੀ। ਸੋ ਉਹਨੂੰ ਜਿਹੜੀ ਆ ਤੁਸੀਂ ਆਮ ਜਿਨ੍ਹਾਂ ਨੇ ਘਰ ਦੇ ਵਿੱਚ ਸਾਂਬਰ ਬਣਾਇਆ ਹੋਏਗਾ ਤਾਂ ਉਹ ਆਮ ਇਹਦੇ ਵਿੱਚ ਪਾਇਆ ਜਾਂਦਾ ਹੈਗਾ ਹੈ। ਇਟਸ ਵਨ ਆਫ ਮੇਰੀ ਫੇਵਰੇਟ ਸਬਜ਼ੀ ਇਹੋ ਹੈਗੀ ਹੈ ਜੀ, ਸਾਂਬਰ। ਜੇ ਉਹਦੇ ਵਿੱਚ ਡਰਮ ਸਟਿਕਸ ਹੁੰਦੀਆਂ, ਉਹਨੂੰ ਬੜੇ ਵਧੀਆ ਤਰੀਕੇ ਦੇ ਨਾਲ ਉਹ ਬਣਦੀਆਂ, ਬਹੁਤ ਟੇਸਟੀ ਬਣਦੀਆਂ ਨਾਲ। ਇਹਦੇ ਰੂਬਾ ਸਾਹਿਬ, ਇਹਦਾ ਜਾਣ ਕੇ ਬੂਟਾ, ਇਹਦਾ ਪਲਾਂਟ ਅੰਦਰ ਵੀ ਸਾਈਡ ਤੇ ਲਾਇਆ ਜਾਂਦਾ ਨਾ, ਆਈ ਥਿੰਕ ਸੋ। ਸੁਹਾਂਜਣਾ ਦਾ ਹੁਣ ਮੈਨੂੰ ਇਹ ਸ਼ੋਰ ਨਹੀਂ ਹੈ ਉਹ, ਕਿਉਂਕਿ ਕੈਨੇਡਾ ਦਾ ਸਾਡਾ ਟੈਂਪਰੇਚਰ ਹੀ ਇਸ ਤਰੀਕੇ ਦਾ ਹੈਗਾ ਆ ਕਿ ਉਹ ਕਈ ਚੀਜ਼ਾਂ ਇੱਥੇ ਲੱਗਦੀਆਂ, ਕਈ ਨਹੀਂ ਲੱਗਦੀਆਂ। ਪਰ ਇਹਦੇ ਇੱਥੇ ਲੱਗਾ ਸੀਗਾ ਬੂਟਾ ਉਹ ਤੇ ਮੋਰਿੰਗਾ ਦਾ, ਉਹ ਤੁਸੀਂ ਲਿਆ ਕੇ ਲਾ ਸਕਦੇ। ਲੇਕਿਨ ਇਹ ਜਿਹੜੀਆਂ ਫਿਰ ਵੱਡਾ ਜੋ ਦਰਖਤ ਬਣ ਜਾਂਦਾ ਹੈ ਕਿ ਇਹਦੇ ਕਹਿੰਦੇ ਫੁੱਲ ਪੱਤੇ ਹਰ ਚੀਜ਼ ਇਹਦੀ ਕੰਮ ਦੀ ਹੁੰਦੀ ਹੈ ਜੀ। ਹਾਂਜੀ ਹਾਂਜੀ, ਬਿਲਕੁਲ ਹਰ ਇੱਕ ਚੀਜ਼। ਸੋ ਇਹ ਜਿਹੜੀ ਡਰਮ ਸਟਿਕਸ ਜਿਹੜੀਆਂ ਹੁੰਦੀਆਂ ਹੈਗੀਆਂ, ਇਹ ਸਰੀਰ ਦੇ ਅੰਦਰ ਆਇਰਨ ਦੀ ਕਮੀ ਨੂੰ ਪੂਰਾ ਕਰਦੀਆਂ ਆ, ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦੀਆਂ ਆ। ਇਹਨਾਂ ਦੇ ਵਿੱਚ ਵਿਟਾਮਿਨ ਸੀ ਜਿਹੜਾ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈਗਾ ਆ। ਸੋ ਓਵਰਆਲ ਜਿਹਨਾਂ ਨੂੰ ਨਮਨੈਸ ਦੀ ਪ੍ਰੋਬਲਮ ਹੈ, ਕੀੜੀਆਂ ਜਿੱਦਾਂ ਕਹਿ ਰਹੇ ਚੱਲ ਰਹੀਆਂ, ਸੋ ਮੋਰਿੰਗਾ ਜਿਹੜੀ ਆ ਉਹ ਬਹੁਤ ਵਧੀਆ ਅਸਰ ਕਰਦੀ ਹੈਗੀ ਆ ਕੀੜੀਆਂ ਦੇ ਵਾਸਤੇ। ਅਤੇ ਜੇ ਤੁਹਾਨੂੰ ਉੱਦਾਂ ਸਰੀਰ ਦੇ ਵਿੱਚ ਥਕਾਵਟ ਰਹਿ ਰਹੀ ਹੈਗੀ ਹੈ ਤਾਂ ਫਿਰ ਉਹਦੇ ਨਾਲ ਜਿਹੜਾ ਉਹ ਤੁਸੀਂ ਮੋਰਿੰਗਾ ਦੇ ਨਾਲ ਅਸ਼ਵਗੰਧਾ ਜਿਹੜੀ ਹੈ, ਤੁਸੀਂ ਉਹ ਜਿਹੜੀ ਉਹ ਨਾਲ ਸ਼ੁਰੂ ਕਰ ਦਿਓ। ਸੋ ਉਹ ਸੋਨੇ 'ਤੇ ਸੁਹਾਗਾ ਹੋ ਜਾਂਦਾ। ਸੋ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਵਰਕ ਕਰਦੀ ਹੈ, ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ। ਔਰ ਤੁਸੀਂ ਜਿੱਦਾਂ ਹੀ ਖਾਣਾ ਸ਼ੁਰੂ ਕਰੋਗੇ, ਹਫ਼ਤੇ 2 ਹਫ਼ਤੇ ਦੇ ਵਿੱਚ ਤੁਹਾਡੀ ਬਾਡੀ ਦੇ ਵਿੱਚ ਕਈ ਤਰੀਕੇ ਦੀਆਂ ਚੇਂਜਿਸ ਆਉਣੀਆਂ ਸ਼ੁਰੂ ਹੋ ਜਾਣਗੀਆਂ। ਕਈ ਵਾਰੀ ਕੁਛ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਸਾਨੂੰ ਪਤਾ ਵੀ ਨਹੀਂ ਹੁੰਦੀਆਂ ਹੈਗੀਆਂ, ਜਾਂ ਅਸੀਂ ਡਿਸਕਰਾਈਬ ਨਹੀਂ ਕਰ ਸਕਦੇ ਹੁੰਦੇ। ਸੋ ਉਹ ਵੀ ਚੀਜ਼ ਮੋਰਿੰਗਾ ਦਾ ਪਾਊਡਰ ਤੇ ਅਸ਼ਵਗੰਧਾ ਦੋਨੇ ਤੁਸੀਂ ਕਹਿੰਦੇ? ਹਾਂਜੀ, ਮਤਲਬ ਕਿ ਜੇ ਤਾਂ ਇਕੱਲੀਆਂ ਇਹਨਾਂ ਨੂੰ ਕੀੜੀਆਂ ਹੀ ਲੱਗ ਸ਼ੁਰੂ ਹੋ ਰਹੀਆਂ ਹੈਗੀਆਂ ਤਾਂ ਫਿਰ ਉਹ ਇਕੱਲਾ ਮੋਰਿੰਗਾ ਹੀ ਬਹੁਤ ਹੈ। ਅਤੇ ਜੇ ਉਹ ਕੀੜੀਆਂ ਦੇ ਨਾਲ ਨਾਲ ਜਿਹੜੀ ਉਹਨਾਂ ਨੂੰ ਸਰੀਰਕ ਥਕਾਵਟ ਰਹਿ ਰਹੀ ਹੈਗੀ ਹੈ, ਅਤੇ ਫਿਰ ਨਾਲ ਅਸ਼ਵਗੰਧਾ ਜਿਹੜੀ ਉਹ ਦਿੱਤੀ ਜਾ ਸਕਦੀ ਹੈ। ਸੋ ਅਸੀਂ ਇਸ ਤੋਂ ਐਕਸਟਰੈਕਟ ਤੋਂ ਗੋਲੀਆਂ ਵੀ ਬਣਾਈਆਂ ਹੋਈਆਂ, ਮੋਰਿੰਗਾ ਵੱਟੀ ਦੇ ਨਾਂ ਤੋਂ, ਮੋਰਿੰਗਾ ਵੱਟੀ ਟੈਬਲੇਟ ਤੇ ਅਸ਼ਵਾਲ ਟੈਬਲੇਟ, ਜਿੱਦਾਂ ਅਸੀਂ ਗੱਲ ਕੀਤੀ ਹੈ। ਸੋ ਇਹ ਜਿਹੜੀਆਂ ਹੈਗੀਆਂ, ਹਾਂਜੀ, ਕਿਉਂਕਿ ਇਹ ਚੀਜ਼ ਦੀ ਅੱਗੇ ਮੈਂ ਤੁਹਾਨੂੰ ਪੁੱਛਣ ਲੱਗਿਆ ਵੀ ਕੈਪਸੂਲ ਬਣੇ ਆ ਜਾਂ ਨਹੀਂ ਅਸ਼ਵਗੰਧਾ ਦੀ, ਉਹ ਚੀਜ਼ਾਂ ਬੰਦੇ ਲੈ ਸਕਣ ਤਾਂ ਜੋ ਫਾਇਦਾ ਹੋ ਸਕੇਗਾ। ਹਾਂਜੀ, ਕਿਉਂਕਿ ਜਿਹੜੇ ਪਾਊਡਰ ਹੈਗੇ ਆ ਉਹ ਚੰਗੇ ਹੈਗੇ ਆ, ਪਰ ਪਾਊਡਰ ਨੂੰ ਜ਼ਿਆਦਾ ਮਾਤਰਾ 'ਚ ਲੈਣਾ ਪੈਂਦਾ। ਹੁਣ ਜੇ ਤੁਸੀਂ ਉਹਦੇ ਮਤਲਬ ਹੈਲਥ ਬੈਨੀਫਿਟ ਜਿਹੜੇ ਆ ਮੋਰਿੰਗਾ ਦੇ ਇਸ ਕੇਸ ਦੇ ਵਿੱਚ, ਉਹ ਇਹਨਾਂ ਨੂੰ ਘੱਟ ਤੋਂ ਘੱਟ ਮਤਲਬ 2 ਤੋਂ 3 ਚਮਚੇ
ਸਵੇਰੇ ਸ਼ਾਮ ਮਤਲਬ ਲੈਣ ਦੀ ਜ਼ਰੂਰਤ ਹੈ। ਹੁਣ ਉਹ ਕੋਈ ਪਾਊਡਰ ਆ, ਉਹਦੇ 2-2 3-3 ਚਮਚੇ ਤੁਸੀਂ 2 ਵਾਰੀ ਲੈਣੇ ਆ, ਉਹ ਤੁਸੀਂ ਵੱਧ ਤੋਂ ਵੱਧ 4-5 ਦਿਨ ਹੀ ਕਰ ਸਕੋਗੇ, ਉਹ ਤੋਂ ਜ਼ਿਆਦਾ ਮੁੜ ਕੇ ਤੁਹਾਡੇ ਕੋਲ ਹੋਣੇ ਹੀ ਹੈ ਨਹੀਂ। ਉਹ ਕਿਉਂਕਿ ਉਹ ਉਹ ਪਾਊਡਰ ਹੈ ਨਾ, ਹੱਥੂ ਲੱਗ ਜਾਂਦਾ, ਲੱਗ ਸਕਦਾ, ਕਿਸੇ ਨੂੰ ਕੁਛ ਹੋ ਸਕਦਾ, ਕਿਸੇ ਨੂੰ ਕੁਛ। ਸੋ ਉਹ ਕਈ ਵਾਰੀ ਜਿਹੜਾ ਹੈਗਾ ਉਹ ਅਸੀਂ ਉਸ ਲੈਵਲ 'ਤੇ ਕਰ ਨਹੀਂ ਸਕਦੇ। ਸੋ ਇਸ ਕਰਕੇ ਉਹਦੇ ਐਕਸਟਰੈਕਟ ਤੋਂ ਜਿਹੜੀ ਉਹ ਗੋਲੀ ਬਣਾਤੀ, ਉਹ ਫਿਰ ਉਹ ਈਜ਼ੀ ਹੈ ਲੈਣੀ, ਕੈਰੀ ਕਰਨੀ ਈਜ਼ੀ ਹੈ, ਜਿੱਥੇ ਮਰਜ਼ੀ ਤੁਸੀਂ ਹੈਗੇ ਹੋ, ਹੈ ਨਾ, ਕੋਈ ਤੁਹਾਨੂੰ ਘੋਲਣ ਦੀ ਜ਼ਰੂਰਤ ਨਹੀਂ। ਸੋ ਇਸ ਤਰੀਕੇ ਦੇ ਨਾਲ ਵਰਕ ਕਰਦੀ। ਪਰ ਜਿਨ੍ਹਾਂ ਨੂੰ ਵੀ ਅਸੀਂ ਇਹ ਦਵਾਈ ਜਿਹੜੀ ਉਹ ਦਿੱਤੀ ਹੈ, ਈਵਨ ਲੇਡੀਜ਼ ਦੇ ਵਿੱਚ ਵੀ ਗੁਰਪਾਲ ਜੀ, ਜਿਨ੍ਹਾਂ ਨੂੰ ਛਾਈਆਂ ਦੀ ਪ੍ਰੋਬਲਮ ਆਉਂਦੀ ਹੈ, ਉਸ ਕੇਸ ਦੇ ਵਿੱਚ ਵੀ ਮੋਰਿੰਗਾ ਦਿੱਤੀ ਜਾਂਦੀ ਹੈ। ਮੋਰਿੰਗਾ ਦੇ ਨਾਲ ਨਾਰੀ ਹੈਲਥ, ਜਿਹਦੇ ਵਿੱਚ ਸ਼ਤਾਵਰੀ ਹੁੰਦੀ ਹੈਗੀ ਆ ਲੇਡੀਜ਼ ਦੇ ਵਾਸਤੇ, ਸੋ ਉਹ ਉਸ ਨੂੰ ਸ਼ਤਾਵਰੀ ਦੇ ਨਾਲ ਕੰਬਾਈਨ ਕੀਤਾ ਜਾਂਦਾ ਆ ਲੇਡੀਜ਼ ਦੇ ਵਾਸਤੇ, ਅਤੇ ਬੰਦਿਆਂ ਦੇ ਵਿੱਚ ਉਹਨੂੰ ਅਸ਼ਵਗੰਧਾ ਦੇ ਨਾਲ ਕੰਬਾਈਨ ਕੀਤਾ ਜਾਂਦਾ ਆ ਸਰੀਰਕ ਵੀਕਨੈਸ ਦੇ ਵਾਸਤੇ। ਸੋ ਦੇਖੋ ਕਿ ਦੋਨੋਂ ਕੇਸਿਸ ਦੇ ਵਿੱਚ ਜਿਹੜੀ ਹੈ ਮੋਰਿੰਗਾ ਕਾਮਨ ਹੈ ਜਿਹੜੀ ਉਹ ਦਿੱਤੀ ਜਾਂਦੀ ਹੈਗੀ ਹੈ, ਔਰ ਬਹੁਤ ਵਧੀਆ ਤਰੀਕੇ ਨਾਲ ਇਹ ਵਰਕ ਕਰਦੀ ਹੈਗੀ ਹੈ। ਜਿਨ੍ਹਾਂ ਨੂੰ ਲੇਡੀਜ਼ ਨੂੰ ਛਾਈਆਂ ਦੀ ਵੀ ਪ੍ਰੋਬਲਮ ਹੁੰਦੀ ਹੈਗੀ ਹੈ, ਉਹਨਾਂ ਨੂੰ ਮੋਰਿੰਗਾ ਅਤੇ ਨਾਲ ਸ਼ਤਾਵਰੀ ਜਿਹੜੀ ਆ ਉਹ ਦਿੱਤੀ ਜਾਂਦੀ, ਉਹ ਨਾਲ ਛਾਈਆਂ ਜਿਹੜੀਆਂ ਉਹ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ। ਸੋ ਓਵਰਆਲ ਸਰੀਰਕ ਵੀਕਨੈਸ ਵੀ ਜਿਹੜੀ ਉਹ ਠੀਕ ਹੁੰਦੀ। ਸੋ ਮੋਰਿੰਗਾ, ਜਿਹਨੂੰ ਸੁਹਾਂਜਣਾ ਅਸੀਂ ਕਹਿੰਦੇ ਹੈਗੇ ਆ, ਜਾਂ ਇੰਗਲਿਸ਼ 'ਚ ਆਪਾਂ ਡਰਮ ਸਟਿਕ ਕਹਿੰਦੇ ਹੈਗੇ ਆ, ਇਹਨਾਂ ਦਾ ਇਸਤੇਮਾਲ ਜਿਹੜਾ ਹੈਗਾ ਉਹ ਸਾਰਿਆਂ ਨੂੰ ਐਕਚੁਅਲੀ ਜਿਹੜਾ ਕਰਨਾ ਚਾਹੀਦਾ ਐਜ਼ ਏ ਸਬਜ਼ੀ ਦੇ ਤੌਰ ਦੇ ਉੱਤੇ। ਜਿੱਥੇ ਜਦੋਂ ਤੁਸੀਂ ਜਾਂਦੇ ਗਰੋਸਰੀ ਤੁਹਾਨੂੰ ਲੱਭਦੀ ਹੈ, ਉਹ ਲੈ ਕੇ ਆਓ, ਉਹਦੇ 'ਤੇ ਛੋਟੇ ਪੀਸ, ਮਤਲਬ ਪੋਟੇ ਜਿੰਨੇ ਪੀਸ ਕੱਟ ਕੇ, ਉਹਨਾਂ ਨੂੰ ਤੁਸੀਂ ਜੇ ਹੋਰ ਕੁਝ ਨਹੀਂ ਦਾਲ 'ਚ ਸਿੱਟ ਲਓ, ਦਾਲ ਦੇ ਵਿੱਚ ਪਾ ਲਓ, ਕਿਸੇ ਸਬਜ਼ੀ ਬਿਲਕੁਲ ਉੱਦਾਂ ਵੀ ਪੈ ਸਕਦੀ ਹੈ। ਜੇ ਤੁਸੀਂ ਉਹਨੂੰ ਉੱਦਾਂ ਆਪਣੇ ਨਹੀਂ ਖਾਣਾ, ਤੁਸੀਂ ਕਿਸੇ ਵੀ ਸਬਜ਼ੀ ਦੇ ਵਿੱਚ ਉਹਨੂੰ ਤੁਸੀਂ ਪਾ ਸਕਦੇ ਹੈਗੇ ਹੋ। ਔਰ ਇਹ ਸਾਡੇ ਪੰਜਾਬੀਆਂ ਨੂੰ ਖਾਣਾ ਚਾਹੀਦਾ, ਕਿਉਂਕਿ ਸਾਡੀ ਪੰਜਾਬੀ ਡਾਇਟ ਦੇ ਵਿੱਚ ਇਹ ਚੀਜ਼ ਮਿਸਿੰਗ ਹੈ। ਅਸੀਂ ਇਹਨੂੰ ਲੈਂਦੇ ਖਾਂਦੇ ਨਹੀਂ ਹੈਗੇ। ਆਈ ਡੋਂਟ ਨੋ ਕਿਉਂ, ਕਿਉਂਕਿ ਇਹਦੀ ਟੇਸਟ ਬੜਾ ਵਧੀਆ ਹੁੰਦਾ ਹੈ। ਜਦੋਂ ਤੁਸੀਂ ਇਹਨੂੰ ਖਾਂਦੇ ਹੈਗੇ ਹੋ, ਇਹਦੀ ਜਿਹੜੀ ਬਾਹਰਲੀ ਸਕਿਨ ਹੁੰਦੀ ਹੈਗੀ ਹੈ ਉਹ ਕਾਫੀ ਹਾਰਡ ਹੁੰਦੀ ਹੈ। ਸੋ ਉਹਨੂੰ ਤੁਸੀਂ ਜਿੱਦਾਂ ਦਾਤਣ ਵਾਂਗੂ ਚਿੱਥ ਕੇ ਉਹਨੂੰ ਤੁਸੀਂ ਬਾਹਰ ਸਿੱਟ ਦੇਣਾ ਹੁੰਦਾ, ਅਤੇ ਅੰਦਰ ਜਿਹੜਾ ਉਹਦਾ ਗੁੱਦਾ ਆ ਉਹਨੂੰ ਤੁਸੀਂ ਖਾਣਾ ਹੁੰਦਾ। ਸੋ ਇਸ ਤਰੀਕੇ ਦੇ ਨਾਲ ਵੈਸੇ ਸੂਪ ਵਗੈਰਾ ਬਣਾ ਕੇ ਪੀਤਾ ਜਾ ਸਕਦਾ, ਜਿੱਦਾਂ ਆਪਾਂ ਸਾਂਬਰ ਬਣਾਉਂਦੇ ਆ। ਹਾਂਜੀ, ਸੂਪ ਬਣਾ ਕੇ ਪੀ ਲਓ ਤੁਸੀਂ, ਉਹ ਸਭ ਤੋਂ ਬੈਸਟ ਹੈ। ਫਿਰ ਸਾਂਬਰ ਹੈ ਹੀ ਸੂਪ। ਸੋ ਹਾਂਜੀ, ਉੱਦਾਂ ਵੀ ਉਹਨੂੰ ਐਜ਼ ਇਜ਼ ਵੀ ਤੁਸੀਂ ਲੈ ਸਕਦੇ ਹੋ। ਹੋਰ ਨਹੀਂ ਕੁਝ, ਕਿਸੇ ਆਪਣੇ ਦਾਲ ਸਬਜ਼ੀ ਦੇ ਵਿੱਚ ਜਿਹੜਾ ਤੁਸੀਂ ਉਹ ਵੀ ਉਹਨੂੰ ਸਿੱਟ ਸਕਦੇ ਹੋ। ਮਤਲਬ ਆਹ ਜਿਹੜੀਆਂ ਹੁਣ ਸਰਦੀਆਂ ਦਾ ਮੌਸਮ ਆ, ਉਹਦੇ ਵਿੱਚ ਵੀ ਸੁਹਾਂਜਣਾ ਜਿਹੜੀਆਂ ਉਹ ਜ਼ਿਆਦਾ ਵਧੀਆ ਵਰਕ ਕਰਦੀਆਂ ਹੁੰਦੀਆਂ, ਕਿਉਂਕਿ ਵੈਸੇ ਵੀ ਸੁਹਾਂਜਣਾ ਜਿਹੜੀਆਂ ਹੈਗੀਆਂ ਉਹਦੀ ਤਸੀਰ ਗਰਮ ਮੰਨੀ ਜਾਂਦੀ ਹੈ। ਸੋ ਸਿਆਲਾਂ ਦੇ ਵਿੱਚ ਇਹ ਵੈਸੇ ਹੀ ਜਿਹੜੀ ਹੈਗੀ ਉਹ ਚੰਗੀ ਹੁੰਦੀ ਹੈ। ਜਿਹਨੇ ਪਿੰਨੀ ਪੁੰਨੀ ਨਹੀਂ ਖਾਣੀ ਉਹਨਾਂ ਵਾਸਤੇ ਵਧੀਆ, ਜੇ ਮਿੱਠੇ ਤੋਂ ਪਰਹੇਜ਼ ਕਰਦੇ ਉਹਨਾਂ ਵਾਸਤੇ ਇਹ ਚੀਜ਼ਾਂ ਵਧੀਆ ਤੁਸੀਂ ਰੱਖ ਸਕਦੇ ਹੋ। ਤੇ ਲੇਕਿਨ ਜੇਕਰ ਤੁਸੀਂ ਪ੍ਰਾਪਰਟੀਆਂ ਦੇ ਚਾਹਵਾਨ ਹੋ, ਪ੍ਰਾਪਰਟੀਆਂ ਬੜੀ ਵਧੀਆ ਟੌਪ ਦੀਆਂ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਹਾਂ। ਕੈਲਟਨ ਦੇ ਵਿੱਚ ਸਾਡੇ ਕੋਲ 6 ਲੋਟ ਬਚੇ ਨੇ, ਸਿਰਫ ਤੇ ਸਿਰਫ 6 ਲੋਟ ਨੇ। ਜੇਕਰ ਤੁਸੀਂ ਕੈਲਟਨ ਦੇ ਵਿੱਚ ਆਪਣੀ ਮਨਪਸੰਦ ਦਾ ਘਰ ਬਣਾਉਣਾ ਚਾਹੁੰਦੇ ਹੋ, 4000 ਸਕੁਅਰ ਫੁੱਟ ਤੋਂ ਲੈ ਕੇ 7000 ਸਕੁਅਰ ਫੁੱਟ ਤੱਕ ਦੇ ਘਰ ਬਣਨੇ ਨੇ, 2023 ਦੇ ਵਿੱਚ ਬਣ ਕੇ ਤਿਆਰ ਹੋਣੇ ਨੇ। ਇਹਨਾਂ ਘਰਾਂ ਦੀ ਜਾਣਕਾਰੀ ਲੈਣ ਵਾਸਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। 647 281 48 57। ਇਸ ਤੋਂ ਥੋੜਾ ਜਿਹਾ ਅੱਗੇ ਜਾ ਕੇ ਟੋਟਨਹੈਮ ਦੇ ਲਾਗੇ ਨਵੀਂ ਸਬ ਡਿਵੀਜ਼ਨ ਤਿਆਰ ਹੋ ਰਹੀ ਹੈ, ਬਿਲਕੁਲ ਉਹਦੇ ਵਿੱਚ ਤੁਸੀਂ ਆਪਣੇ ਘਰ ਬੁਕਿੰਗ ਕਰਾਉਣੀ ਚਾਹੁੰਦੇ ਹੋ ਤੇ ਉਹਦੇ ਵਾਸਤੇ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਜਾਂ ਇਸ ਤੋਂ ਇਲਾਵਾ ਜੇਕਰ ਤੁਸੀਂ 70 ਏਕੜ ਲੈਂਡ ਹੈ ਤੇ 70 ਏਕੜ ਲੈਂਡ ਦੇ ਵਿੱਚ 2 ਘਰ ਬਣੇ ਨੇ, ਦੋਨੇ ਰੈਂਟ ਤੇ ਚੜੇ ਨੇ, ਅਪਾਰਟਮੈਂਟ ਬਣੀ ਹੈ, ਇੱਕ 4 ਬੈਡਰੂਮ ਹੈ, ਇੱਕ 3 ਬੈਡਰੂਮ ਹੈ, ਇੱਕ 2 ਬੈਡਰੂਮ ਤੇ ਇੱਕ ਬੈਡਰੂਮ, ਜਿਹਦੇ ਵਿੱਚੋਂ ਮੰਥਲੀ ਤੁਹਾਨੂੰ 20,000 ਰੈਂਟ ਵੀ ਆ ਰਿਹਾ, ਬਿਲਕੁਲ ਹਾਈਵੇ 10 ਦੇ ਉੱਤੇ ਆ, ਫੇਸ ਕਰਦਾ ਪਿਆ। ਇਹ ਪ੍ਰਾਪਰਟੀ ਨੂੰ ਲੈਣ ਵਾਸਤੇ ਵੀ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਟਰੱਕਿੰਗ ਇੰਡਸਟਰੀ ਵਿੱਚ ਜਾਣਾ ਚਾਹੁੰਦੇ ਹੋ, ਟਰੱਕਿੰਗ ਇੰਡਸਟਰੀ ਤੁਹਾਡੇ ਕੋਲ ਹੈ, ਟਰੱਕ ਯਾਰਡ ਲੱਭ ਰਿਹਾ ਸੀ ਤੇ ਟਰੱਕ ਯਾਰਡ 2 ਏਕੜ ਤੋਂ ਲੈ ਕੇ 10-12 ਏਕੜ ਤੱਕ ਤੇ ਟਰੱਕ ਯਾਰਡ ਸਾਡੇ ਕੋਲ ਅਵੇਲੇਬਲ ਨੇ। ਕੋਈ ਗੈਸ ਸਟੇਸ਼ਨ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਉਹ ਲੈਂਡ ਲੈਣੀ ਚਾਹੁੰਦੇ ਜਿਹਨੂੰ ਡਿਵੈਲਪ ਕੀਤਾ ਜਾਵੇ, ਜਿਹਦੇ ਪਰਮਿਟ ਵਗੈਰਾ ਰੈਡੀ ਟੂ ਗੋ ਹੋਣ, ਤੇ ਸਾਡੇ ਕੋਲ ਇਹੋ ਜਿਹੀਆਂ ਪ੍ਰਾਪਰਟੀ ਹੁੰਦੀਆਂ ਨੇ, ਪਲੀਜ਼ ਤੁਸੀਂ ਕਾਲ ਕਰ ਸਕਦੇ ਹੋ 647 281 48 57। ਕੋਈ ਬੇਕਰੀ ਲੈਣੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਰੈਸਟੋਰੈਂਟ ਲੈਣਾ ਚਾਹੁੰਦੇ ਹੋ, ਇਹਨਾਂ ਚੀਜ਼ਾਂ ਦੀ ਜਾਣਕਾਰੀ ਵਾਸਤੇ ਤੁਸੀਂ ਮੇਰੇ ਨਾਲ ਸੰਪਰਕ ਕਰਨਾ। 647 281 48 57। ਫੁੱਲ ਟਾਈਮ ਰੀਅਲ estate ਬ੍ਰੋਕਰ ਦੇ ਤੌਰ ਤੇ ਮੈਂ ਕੰਮ ਕਰ ਰਿਹਾ। ਤੁਸੀਂ ਪ੍ਰਾਪਰਟੀ ਖਰੀਦਣ ਵੇਚਣ ਲਈ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਮੈਨੂੰ ਬਹੁਤ ਸਾਰੀ ਲਿਸਟਿੰਗ ਦੀ ਜ਼ਰੂਰਤ ਹੈ, ਕਿਉਂਕਿ ਕੁਆਲੀਫਾਈ ਬਾਹਰ ਆਪਣੇ ਕੋਲ ਰੈਡੀ ਨੇ। 647 281 48 57 ਤੇ ਸੰਪਰਕ ਕਰੋ। ਤੁਸੀਂ ਪ੍ਰੀ ਕੰਸਟਰਕਸ਼ਨ ਦੇ ਵਿੱਚ ਜਾਣਾ ਚਾਹੁੰਦੇ ਹੋ, ਕੌਂਡੋ ਪ੍ਰੋਡਕਸ਼ਨ ਵਿੱਚ ਜਾਣਾ ਚਾਹੁੰਦੇ ਹੋ
ਤੇ ਜਾਂ ਫਿਰ ਤੁਸੀਂ ਆਪਣੇ ਘਰ ਬਣਾਉਣੇ ਚਾਹੁੰਦੇ ਹੋ ਤੇ ਜਾਂ ਫਿਰ ਬੁਕਿੰਗ ਕਰਾਉਣੀ ਚਾਹੁੰਦੇ ਹੋ, ਬਰੈਂਪਟਨ ਵਿੱਚ ਹੋਵੇ, ਕੈਲਡਨ ਵਿੱਚ ਹੋਵੇ, ਬੈਰੀ ਵਿੱਚ ਹੋਵੇ ਤੇ ਜਾਂ ਲਾਗੇ ਛਾਗੇ ਕਿਤੇ ਵੀ ਕਰਾਉਣੇ ਚਾਹੁੰਦੇ ਹੋ, ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਤੇ ਜਾਂ ਫਿਰ ਟਰੱਕ ਇੰਡਸਟਰੀ ਵਿੱਚ ਤੁਸੀਂ ਆਪਣਾ ਟਰੱਕ ਯਾਰਡ ਲੈਣਾ ਚਾਹੁੰਦੇ ਹੋ, 647 281 4857 ਤੇ ਮੇਰੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਰੂਬਰ ਸਾਹਿਬ, ਸਮਾਂ ਆਪਣਾ ਸਮਾਪਤੀ ਵੱਲ ਨੂੰ ਜਾਂਦੇ ਹੋਏ ਟਿਪ ਆਫ ਦੀ ਡੇ ਤੇ ਸਾਡੇ ਸਰੋਤਿਆਂ ਨਾਲ ਆਪਣਾ ਟਾਈਮਿੰਗ ਆਵਰ ਤੇ ਫੋਨ ਨੰਬਰ ਸਾਂਝਾ ਕਰ ਦਿਓ। ਬਿਲਕੁਲ ਗੁਰਪਾਲ ਜੀ, ਹੁਣ ਜਿਵੇਂ ਕਿ ਮੌਸਮ ਜਿਹੜਾ ਉਹ ਚੇਂਜ ਹੋ ਰਿਹਾ ਹੈਗਾ ਆ, ਉਹਦੇ ਵਿੱਚ ਜਿਹੜੀ ਹੈ ਬੈਸਟ ਜਿਹੜਾ ਆ ਉਹ ਟਿਪ ਇਸ ਟਾਈਮ 'ਤੇ ਇਹ ਹੈ ਕਿ ਆਪਣੇ ਜਿਹੜੇ ਘਰਾਂ ਦੇ ਵਿੱਚ ਜਿਹੜੇ ਤੁਹਾਡੇ ਡਕਟਸ ਜਿਹੜੇ ਹੈਗੇ ਆ ਉਹ ਤੁਹਾਡੇ ਡੈਫੀਨੇਟਲੀ ਕਲੀਨ ਹੋਣੇ ਚਾਹੀਦੇ ਆ। ਜਿੱਦਾਂ ਜਿੱਦਾਂ ਹੀਟ ਜਿਹੜੀ ਆ ਉਹ ਸਰਕੂਲੇਟ ਹੋਣੀ ਹੈ, ਜੇ ਉਹਦੇ ਵਿੱਚ ਡਸਟ ਪਾਰਟੀਕਲਸ ਹੈਗੇ ਆ ਉਹਦੇ ਨਾਲ ਤੁਹਾਡੀ ਬਾਡੀ ਦੇ ਵਿੱਚ ਐਲਰਜੀਜ਼ ਜਿਹੜੀਆਂ ਉਹ ਪੈਦਾ ਹੋਣਗੀਆਂ। ਸੋ ਹੁਣ ਇਸ ਟਾਈਮ ਜਿਹੜਾ ਉਹ ਬੈਸਟ ਟਾਈਮ ਹੈਗਾ ਹੈ ਕਿ ਜੇ ਤੁਸੀਂ ਆਪਣੇ ਡਕਟਸ ਵਗੈਰਾ ਕਲੀਨ ਕਰਾਓ, ਉਹ ਤੁਹਾਡੀ ਸਾਰਿਆਂ ਦੇ ਵਾਸਤੇ ਜਿਹੜਾ ਉਹ ਚੰਗਾ ਰਹੇਗਾ। ਸਾਡੀ ਕਲੀਨਿਕ ਜਿਹੜੀ ਆ ਨੰਬਰ ਅਗੇਨ ਹੈਗਾ 905 874 3333 905 874 3333। ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਹੀ ਅਸੀਂ ਅਗਲੇ ਵੀਕ ਵੀ ਜਾਰੀ ਰੱਖਾਂਗੇ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਸਾਡੇ ਨਾਲ